ਸਤਨਾਮ ਸ਼੍ਰੀ ਵਾਹਿਗੁਰੂ ਜੀ। ਤੂੰ ਬੇਅੰਤ ਕੋ ਵਿਰਲਾ ਜਾਣੈ, ਗੁਰ ਪ੍ਰਸਾਦ ਕੋ ਸ਼ਬਦ ਪਛਾਣੈ। ਸੇਵਕ ਕੀ ਅਰਦਾਸ ਪਿਆਰੇ, ਜਪ ਜੀਵਾਂ ਪ੍ਰਭ ਚਰਨ ਤੁਮਾਰੇ। ਬਲਿਹਾਰੀ ਗੁਰ ਆਪਣੇ, ਦਿਉਹਾੜੀ ਸਦਵਾਰ। ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਰਾਗ ਗੌੜੀ ਗੁਆਰੇਰੀ, ਮਹੱਲਾ ਪਹਿਲਾ, ਚੌਪਦੇ ਦੋਪਦੇ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਭਉ ਮੁੱਚ ਭਾਰਾ ਵੱਡਾ ਤੋਲ, ਮਨ ਮਤ ਹੌਲੀ ਬੋਲੇ ਬੋਲ। ਭਉ ਮੁੱਚ ਭਾਰਾ ਵੱਡਾ ਤੋਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਦਸਾਂ ਪਾਤਸ਼ਾਹੀਆਂ ਦੇ ਆਤਮਿਕ ਜੋਤ ਸਰੂਪ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ। ਸਤਿਗੁਰਾਂ ਦੀ ਕਿਰਪਾਲਤਾ ਦੁਆਰਾ ਜੋ ਹਜ਼ੂਰ ਦੀ ਅੰਮ੍ਰਿਤਮਈ ਪਾਵਨ ਪਵਿੱਤਰ ਮੁੱਖ ਵਾਕ ਪਵਿੱਤਰ ਬਾਣੀ ਦੀ ਲੜੀਵਾਰ ਵਿਚਾਰ ਆਰੰਭ ਹੈ। ਗੁਰੂ ਕਿਰਪਾ ਸਦਕਾ ਇਹ ਜੋ ਕਥਾ ਵਿਚਾਰ ਹੈ ਗੌੜੀ ਰਾਗ ਤੱਕ ਪਹੁੰਚੀ ਹੈ। ਇਸ ਤੋਂ ਪਹਿਲਾਂ ਮਾਝ ਰਾਗ ਦੀ ਵਾਰ ਦੀ ਸੰਪੂਰਨਤਾ ਹੋ ਚੁੱਕੀ ਹੈ। ਹੁਣ ਸਤਿਗੁਰੂ ਮਹਾਰਾਜ ਜੋ ਗੌੜੀ ਰਾਗ ਆਰੰਭ ਕਰਕੇ ਸਾਨੂੰ ਉਪਦੇਸ਼ ਬਖਸ਼ ਰਹੇ ਨੇ। ਹਜ਼ੂਰ ਦੀ ਕਿਰਪਾਲਤਾ ਨਾਲ ਹਜ਼ੂਰ ਦੇ ਮੁੱਖ ਵਾਕ ਬਚਨਾਂ ਨੂੰ ਵਿਚਾਰੀਏ, ਸੁਣੀਏ, ਤਾਂ ਕਿ ਸਤਿਗੁਰਾਂ ਦਾ ਉਪਦੇਸ਼ ਸਾਡੇ ਹਿਰਦਿਆਂ ਅੰਦਰ ਨਿਵਾਸ ਕਰੇ। ਰਾਗ ਗੌੜੀ ਗੁਆਰੇਰੀ, ਮਹੱਲਾ ਪਹਿਲਾ, ਚੌਪਦੇ ਦੋਪਦੇ। ਗੌੜੀ ਰਾਗ ਦਾ ਨਾਮ ਹੈ ਔਰ ਰਾਗ ਮਾਲਾ ਦੇ ਅਨੁਸਾਰ ਜਾਂ ਇੰਝ ਕਹਿ ਲਓ ਕਿ ਗੁਰਮਤ ਦੇ ਅਨੁਸਾਰ ਇਹ ਸ੍ਰੀ ਰਾਗ ਦੀ ਇੱਕ ਰਾਗਣੀ ਹੈ। ਗਵਰੀ ਗਾਵਹਿ ਆਸਾਵਰੀ। ਸੋ ਇਸ ਪ੍ਰਕਾਰ ਇਹ ਸ੍ਰੀ ਰਾਗ ਦੀ ਰਾਗਣੀ ਹੈ। ਭਾਵੇਂ ਹੋਰ ਮਤਾਂ ਅਨੁਸਾਰ ਹੋਰਨਾਂ ਰਾਗਾਂ ਦੀ ਇਹ ਰਾਗਣੀ ਵੱਖ-ਵੱਖ ਮਤਾਂ ਵਾਲਿਆਂ ਨੇ ਮੰਨੀ ਹੈ। ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪ ਅੰਦਰ 13 ਪ੍ਰਕਾਰ ਦੀ ਇਹ ਗੌੜੀ ਜਿਹੜੀ ਰਾਗਣੀ ਹੈ, ਇਹਦੇ ਵਿੱਚ ਸ਼ਬਦ ਉਚਾਰਨ ਕੀਤੇ ਹਨ ਹਜ਼ੂਰ ਦੇ। ਜਿਵੇਂ ਇਹ ਗੌੜੀ ਦੀ ਇੱਕ ਵੰਨਗੀ ਗੁਆਰੇਰੀ ਹੈ, ਇਸੇ ਤਰ੍ਹਾਂ ਗੌੜੀ ਦੀਪਕੀ, ਗੌੜੀ ਪੂਰਬੀ, ਗੌੜੀ ਦੱਖਣੀ, ਗੌੜੀ ਚੇਤੀ ਇਤਿਆਦਿਕ ਇਹ ਗੌੜੀ ਦੇ ਪ੍ਰਕਾਰ ਹਨ, ਵੰਨਗੀਆਂ ਹਨ। ਇੱਥੇ ਆਰੰਭ ਵਿੱਚ ਜਿਹੜੇ ਸ਼ਬਦ ਆ ਰਹੇ ਨੇ ਉਹ ਗੌੜੀ ਦੀ ਗੁਆਰੇਰੀ ਜਿਹੜੀ ਵੰਨਗੀ ਆ, ਇਹਦੇ ਅੰਦਰ ਸਤਿਗੁਰੂ ਜੀ ਸ਼ਬਦ ਉਚਾਰਨ ਕਰ ਰਹੇ ਨੇ। ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਜੀ, ਉਹਨਾਂ ਦੇ ਉਚਾਰਨ ਕੀਤੇ ਹੋਏ ਪਵਿੱਤਰ ਬੋਲ ਮੁਬਾਰਕ ਬਚਨ ਹਨ। ਚੌਪਦੇ, ਚਾਰ ਚਾਰ ਪਦਿਆਂ ਵਾਲੇ ਸ਼ਬਦ, ਜਿਨ੍ਹਾਂ ਦੇ ਇੱਕ ਇੱਕ ਸ਼ਬਦ ਵਿੱਚ ਚਾਰ ਚਾਰ ਪਦ, ਚਾਰ ਚਾਰ ਬੰਦ ਹੋਣ। ਦੋ ਪਦੇ ਅਤੇ ਦੋ ਦੋ ਪਦਿਆਂ ਵਾਲੇ ਵੀ ਸ਼ਬਦ ਅੱਗੇ ਆ ਰਹੇ ਨੇ। ਜਿਹੜਾ ਆਰੰਭ ਵਿੱਚ ਪਹਿਲਾ ਸ਼ਬਦ ਹੈ, ਇਸ ਦੀ ਉਥਾਨਕਾ ਜਨਮ ਸਾਖੀ ਅੰਦਰ ਵੀ ਅਤੇ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੇ ਅੰਦਰ ਵੀ ਲਿਖੀ ਹੋਈ ਹੈ। ਸੰਪਰਦਾਇ ਗਿਆਨੀ ਇਸ ਉਥਾਨਕਾ ਨੂੰ ਮੰਨਦੇ ਨੇ, ਕਿਉਂਕਿ ਉਥਾਨਕਾ ਦਾ ਅਰਥ ਹੈ ਵੀ ਕਿੱਥੇ ਸ਼ਬਦ ਉਚਾਰਿਆ ਗਿਆ, ਕਿਸ ਸੰਬੰਧ ਵਿੱਚ ਉਚਾਰਿਆ ਗਿਆ, ਕਦੋਂ ਉਚਾਰਿਆ ਗਿਆ, ਕੀ ਘਟਨਾ ਵਾਪਰੀ, ਕਿਸ ਨੇ ਉਪਦੇਸ਼ ਦੀ ਜਾਚਨਾ ਕੀਤੀ, ਕਿੱਥੇ ਲੋੜ ਪਈ। ਅਤੇ ਅਗਰ ਨਾ ਵੀ ਉਥਾਨਕਾ ਨੂੰ ਮੰਨਿਆ ਜਾਏ ਤਾਂ ਵੀ ਉਪਦੇਸ਼ ਉਹੀ ਰਹੇਗਾ ਜੋ ਸਤਿਗੁਰੂ ਦੇ ਮੁੱਖ ਵਾਕ ਬਚਨਾਂ 'ਚ ਉਪਦੇਸ਼ ਉਹੀ ਰਹੇਗਾ। ਔਰ ਉਥਾਨਕਾ ਕੁਛ ਨਾ ਕੁਛ ਤਾਂ ਗੱਲ ਬਣੀ, ਕੋਈ ਘਟਨਾ ਘਟੀ, ਕੋਈ ਬਿਧ ਬਣੀ, ਜਿਸ ਕਰਕੇ ਸਤਿਗੁਰੂ ਜੀ ਨੇ ਉਸ ਸੰਬੰਧ ਵਿੱਚ ਬਚਨ ਉਚਾਰਨ ਕੀਤੇ।
ਇਸ ਕਰਕੇ ਉਥਾਨਕਾ ਕੋਈ ਮਾੜੀ ਚੀਜ਼ ਬੁਰੀ ਚੀਜ਼ ਨਹੀਂ ਹੈ। ਇਤਿਹਾਸ ਵਿੱਚ ਬਚਨ ਆਏ ਹਨ ਜਨਮ ਸਾਖੀ ਅੰਦਰ ਔਰ ਸ਼੍ਰੀ ਨਾਨਕ ਪ੍ਰਕਾਸ਼ ਅੰਦਰ ਕਿ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਭਾਈ ਮਰਦਾਨਾ ਜੀ ਨੇ ਆਪਣੇ ਘਰ ਤਲਵੰਡੀ ਵਿਖੇ ਜਾਣ ਦੀ ਆਗਿਆ ਮੰਗੀ ਪਰਿਵਾਰ ਨੂੰ ਮਿਲਣ ਵਾਸਤੇ। ਤਾਂ ਸਤਿਗੁਰੂ ਜੀ ਨੇ ਕਿਹਾ ਭਾਈ ਮਰਦਾਨਾ ਜੀ ਆਪਾਂ ਇਕੱਠੇ ਹੀ ਚੱਲਾਂਗੇ। ਤਾਂ ਭਾਈ ਮਰਦਾਨਾ ਜੀ ਨੇ ਕੁਛ ਜਿੱਦ ਕੀਤੀ ਕਿ ਗੁਰੂ ਮਹਾਰਾਜ ਜੀ ਮੈਂ ਜਾਣਾ ਚਾਹੁੰਦਾ। ਕੁਝ ਹੱਠ ਕਰਕੇ ਆਗਿਆ ਲੈ ਲਈ ਅਤੇ ਭਾਈ ਮਰਦਾਨਾ ਜੀ ਚਲੇ ਗਏ। ਤਾਂ ਕੁਝ ਸਮੇਂ ਬਾਅਦ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਬਾਲਾ ਜੀ ਨੂੰ ਕਹਿਣ ਲੱਗੇ ਵੀ ਭਾਈ ਮਰਦਾਨਾ ਜੀ ਬੜੇ ਕਸੂਤੇ ਫਸੇ ਨੇ, ਇੱਕ ਰਾਖਸ਼ ਨੇ ਉਹਨਾਂ ਨੂੰ ਘੇਰ ਲਿਆ। ਤਾਂ ਭਾਈ ਬਾਲਾ ਜੀ ਕਹਿਣ ਲੱਗੇ ਮਹਾਰਾਜ ਤੁਹਾਡਾ ਬਚਨ ਨਹੀਂ ਨਾ ਮੰਨਿਆ, ਅਤੇ ਤਾਂ ਕਰਕੇ ਭਾਈ ਮਰਦਾਨਾ ਰਸਤੇ ਦੇ ਵਿੱਚ ਜੋ ਕੌਡਾ ਰਾਖਸ਼ ਹਜ਼ੂਰ ਨੇ ਦੱਸਿਆ ਉਹਦੇ ਇੜਕੇ ਕਹਿੰਦਾ ਵੀ ਤਾਂ ਆ ਗਿਆ। ਤਾਂ ਹਜ਼ੂਰ ਕਹਿਣ ਲੱਗੇ ਨਹੀਂ ਭਾਈ ਨਾਲ ਰੱਖੇ ਦੀ ਲਾਜ ਹੈ ਭਾਈ ਬਾਲਿਆ ਦੇ, ਭਾਈ ਮਰਦਾਨਾ ਜੀ ਨੂੰ ਛਡਾਉਣਾ ਤਾਂ ਪਵੇਗਾ। ਇਹ ਸਤਿਗੁਰਾਂ ਦੇ ਆਪਣੇ ਕੌਤਕ ਹਨ। ਸੰਸਾਰ ਦਾ ਭਲਾ ਕਰਨ ਜੋ ਆਏ ਹੋਏ ਸੱਚੇ ਪਾਤਸ਼ਾਹ। ਤਾਂ ਫਿਰ ਪੁੱਛਿਆ ਜੀ ਕਿੰਨੀ ਕੁ ਦੂਰੀ 'ਤੇ ਹੈ? ਤਾਂ ਹਜ਼ੂਰ ਨੇ ਕਿਹਾ ਅਸੀਂ 11 ਕੋਹ 'ਤੇ ਹੈ। ਤਾਂ ਫਿਰ ਭਾਈ ਬਾਲਾ ਜੀ ਨੂੰ ਕਿਹਾ ਨੇਤਰ ਬੰਦ ਕਰੋ। ਨੇਤਰ ਬੰਦ ਕੀਤੇ, ਅੰਤਰ ਧਿਆਨ ਹੋ ਕੇ ਸਤਿਗੁਰੂ ਜੀ ਬਿੰਦ ਵਿੱਚ ਹੀ ਉੱਥੇ ਪਹੁੰਚ ਗਏ। ਤਾਂ ਫਿਰ ਜਿਹੜਾ ਕੌਡਾ ਰਾਖਸ਼ ਸੀ ਉਹਨੇ ਜਿਹੜਾ ਕੜਾਇਆ ਤਾਇਆ ਹੋਇਆ ਸੀ ਉਹ ਹਜ਼ੂਰ ਦੇ ਨਜ਼ਰ ਪੈਣ ਨਾਲ ਠੰਡਾ ਠਾਰ ਹੋ ਗਿਆ, ਜਿਹਦੇ 'ਚ ਤੇਲ ਗਰਮ ਕਰ ਰਿਹਾ ਸੀ ਅਤੇ ਉਹ ਬੰਦੇ ਵਿੱਚ ਸੁੱਟ ਕੇ ਅਤੇ ਤੇਲ ਨਾਲ ਭੁੰਨ ਕੇ ਤਲ ਕੇ ਖਾਂਦਾ ਸੀ। ਇਸ ਤਰ੍ਹਾਂ ਦੀ ਉਹਦੀ ਬਿਰਤੀ ਸੀ। ਤਾਂ ਉਹਦੇ ਕੋਲ ਇੱਕ ਸ਼ੀਸ਼ਾ ਸੀ, ਉਸ ਦੇ ਵਿੱਚ ਉਹਨੇ ਸਤਿਗੁਰੂ ਨਾਨਕ ਦੇਵ ਮਹਾਰਾਜ ਦਾ ਚਿਹਰਾ ਵੇਖਿਆ, ਕਿਉਂਕਿ ਤੇਲ ਦਾ ਕੜਾਇਆ ਠੰਡਾ ਹੋਇਆ ਸੀ, ਚਰਨੀ ਡਿੱਗਾ। ਤਾਂ ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨੂੰ ਜੋ ਉਪਦੇਸ਼ ਦਿੱਤਾ, ਉਹਨੇ ਇਹ ਬੇਨਤੀ ਕੀਤੀ ਕਿ ਮਹਾਰਾਜ ਤੁਹਾਡੇ ਦਰਸ਼ਨਾਂ ਵਿੱਚ ਇੰਨੀ ਤਾਸੀਰ ਕਿਉਂ ਹੈ, ਤੁਹਾਡੇ ਬੋਲਾਂ 'ਚ ਤੁਹਾਡੇ ਬਚਨਾਂ ਵਿੱਚ ਇੰਨੀ ਮਹਾਨ ਸੱਤਿਆ ਕਿਉਂ ਹੈ। ਹੋਰ ਵੀ ਉਪਦੇਸ਼ਕ ਲੋਕ, ਹੋਰ ਵੀ ਬੜੇ ਲੋਕ ਸੰਸਾਰ 'ਤੇ ਆਏ, ਬੜੇ ਬੜੇ ਵਿਦਵਾਨ ਆਏ, ਬੜਾ ਉਪਦੇਸ਼ ਸਿੱਖਿਆ ਉਹਨਾਂ ਨੇ ਸੰਸਾਰ ਨੂੰ ਦਿੱਤੀ, ਅਤੇ ਉਹਨਾਂ ਦੇ ਬੋਲਾਂ ਵਿੱਚ, ਉਹਨਾਂ ਦੇ ਉਪਦੇਸ਼ ਵਿੱਚ ਨਿੱਗਰਤਾ, ਗੌਰਾਪਣ, ਪ੍ਰਭਾਵ ਇਹ ਨਹੀਂ। ਆਪ ਜੀ ਦੇ ਬਚਨਾਂ ਵਿੱਚ ਇਹ ਹੈ। ਮੇਰੇ ਗੁਰੂ ਨੇ ਮੈਨੂੰ ਇੱਕ ਸ਼ੀਸ਼ਾ ਦਿੱਤਾ ਸੀ, ਮੇਰੀ ਗਲਤੀ ਕਰਕੇ ਮੈਂ ਇਹ ਰਾਖਸ਼ ਬਿਰਤੀ ਬਣ ਗਿਆ। ਉਹਨਾਂ ਕਿਹਾ ਸੀ ਜੋ ਵੀ ਮਨੁੱਖ ਤੁਹਾਡੇ ਸਾਹਮਣੇ ਆਏ ਜਿਹਦਾ ਚਿਹਰਾ ਬਿਲਕੁਲ ਮਨੁੱਖ ਵਰਗਾ ਦਿਸੇਗਾ ਉਹਨਾਂ ਦੇ ਚਰਨੀ ਲੱਗ ਜਾਣਾ, ਉਹ ਗੁਰੂ ਨਾਨਕ ਸਾਹਿਬ ਹੋਣਗੇ, ਉਤਾਰ ਦੇਣਗੇ। ਅਤੇ ਹੋਰ ਜਿਹੜੇ ਮਨੁੱਖ ਹੋਣਗੇ ਕਿਸੇ ਦਾ ਚੀਤੇ ਦਾ, ਬਘਿਆੜ ਦਾ, ਸ਼ੇਰ ਦਾ, ਰਿਛ ਦਾ ਆਦਿਕ ਚਿਹਰੇ ਦਿਸਣਗੇ। ਇੰਝ ਹੀ ਮੈਂ ਪਰਖਦਾ ਰਿਹਾ। ਸੋ ਇਸ ਪ੍ਰਕਾਰ ਦਾ ਬਚਨ ਲਿਖਿਆ ਹੋਇਆ। ਅਤੇ ਉਹ ਫਿਰ ਚਰਨੀ ਡਿੱਗਾ ਸੀ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਿਰ ਉਸ ਨੂੰ ਇਹ ਉਪਦੇਸ਼ ਦਿੱਤਾ। ਰਾਗ ਦੀ ਆਰੰਭਤਾ ਵਿੱਚ ਜੋ ਮਹਾਮੰਤਰ ਹੈ, ਕਿਉਂਕਿ 4 ਪ੍ਰਕਾਰ ਦੇ ਮੰਗਲ ਹੁੰਦੇ ਨੇ। ਇੱਕ ਤਾਂ ਹੁੰਦਾ ਨਮਸਕਾਰਕ ਮੰਗਲ, ਇੱਕ ਹੁੰਦਾ ਵਸਤੂ ਨਿਰਦੇਸ਼ਕ ਮੰਗਲ, ਅਸ਼ੀਰਵਾਦਕ ਮੰਗਲ ਅਤੇ ਆਤਮ ਚਿੰਤਨ ਮੰਗਲ। ਇਹ ਸਤਿਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਵੱਖ-ਵੱਖ ਸਰੂਪਾਂ ਵਿੱਚ ਇਹ ਮੰਗਲ ਉਚਾਰਨ ਕੀਤੇ। ਕੋਈ ਲਿਖਾਰੀ, ਕੋਈ ਲੇਖਕ ਜਦੋਂ ਵੀ ਆਪਣੀ ਕੋਈ ਲਿਖਤ ਲਿਖਦਾ ਅਤੇ ਉਹ ਆਪਣੇ ਇਸ਼ਟ ਦਾ ਆਰਾਧਨ ਕਰਦਾ ਸੀ। ਇਹ ਪੁਰਾਤਨ ਸਮੇਂ ਤੋਂ ਰਵਾਇਤ ਚੱਲੀ ਆ ਰਹੀ। ਪਹਿਲਾਂ ਆਪਣੇ ਗੁਰਦੇਵ ਨੂੰ, ਆਪਣੇ ਮੁਰਸ਼ਿਦ ਨੂੰ, ਆਪਣੇ ਇਸ਼ਟ ਨੂੰ ਉਹਨੇ ਯਾਦ ਕਰਨਾ, ਅਤੇ ਫਿਰ ਕੁਛ ਹੋਰ ਆਪਣੀ ਵਿਚਾਰ ਪੇਸ਼ ਕਰਨੀ। ਜਿਵੇਂ ਕਥਾ ਕਰਨ ਵੇਲੇ ਜਾਂ ਕੀਰਤਨ ਕਰਨ ਵੇਲੇ, ਕੋਈ ਵਿਚਾਰ ਪੇਸ਼ ਕਰਨ ਵੇਲੇ ਪਹਿਲਾਂ ਡੰਡੌਤ ਕੀਤੀ ਜਾਂਦੀ, ਨਮਸਕਾਰ ਕੀਤੀ ਜਾਂਦੀ, ਬੇਨਤੀ ਕੀਤੀ ਜਾਂਦੀ ਹੈ, ਅਤੇ ਫਿਰ ਕੁਝ ਬਚਨ ਆਰੰਭ ਕਰਕੇ ਸੁਣਾਇਆ ਜਾਂਦਾ। ਇਹ ਸਤਿਗੁਰੂ ਮਹਾਰਾਜ ਨੇ ਜੋ ਉਹਨਾਂ ਦਾ ਇਸ਼ਟ ਹੈ ਅਕਾਲ ਪੁਰਖ ਵਾਹਿਗੁਰੂ ਜਿਸ ਦੇ ਲੜ ਸਾਨੂੰ ਲਾਇਆ, ਉਸ ਅਕਾਲ ਪੁਰਖ ਦਾ ਮੰਗਲ ਹੀ ਉਚਾਰਨ ਕੀਤਾ। ਇੱਕ ਇਹ ਸਰੂਪ ਹੈ, ਇੱਕ ਓੰਕਾਰ ਸਤਿਗੁਰ ਪ੍ਰਸਾਦ ਹੈ, ਇੱਕ ਓੰਕਾਰ ਸਤਨਾਮ ਗੁਰ ਪ੍ਰਸਾਦ ਹੈ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਹੈ। ਇਤਿਆਦਿ ਕੇ ਸਰੂਪ ਗੁਰੂ ਗ੍ਰੰਥ ਸਾਹਿਬ ਵਿੱਚ ਮੰਗਲ ਦੇ ਆਏ ਹਨ। ਇੱਕ ਓੰਕਾਰ, ਇੱਕ ਅਦਵੈਤ ਸਰੂਪ ਪਰਮਾਤਮਾ ਜਾਤੀ ਵਿਜਾਤੀ ਸਵੈਗਤ ਭੇਦ ਤੋਂ ਰਹਿਤ ਹੈ, ਜਿਸ ਵਰਗਾ ਹੋਰ ਦੂਜਾ ਕੋਈ ਨਹੀਂ। ਇੱਕੋ ਇੱਕ ਵਾਹਦ ਹਸਤੀ ਜੋ ਇੱਕ ਹੀ ਹੈ ਸੰਸਾਰ ਰਚਣ ਤੋਂ ਪਹਿਲਾਂ, ਹੁਣ ਵੀ ਸੰਸਾਰ ਦੀ ਰਚਨਾ ਕਰਕੇ ਵੀ ਇੱਕੋ ਇੱਕ ਸਮਾਇਆ ਹੋਇਆ।
ਤੇ ਸੰਸਾਰ ਦੀ ਸਮਾਪਤੀ ਕਰਕੇ ਵੀ ਉਹ ਇੱਕੋ ਇੱਕ ਵਾਹਿਗੁਰੂ ਹੀ ਰਹੇਗਾ, ਜੋ ਸਦੀਵੀ ਹੈ, ਹਮੇਸ਼ਾ ਹੈ। ਓੰਕਾਰ ਸਭਨਾਂ ਦਾ ਪ੍ਰਕਾਸ਼ਕ ਰਚੇਤਾ ਹੈ ਤੇ ਤਾਣੇ ਪੇਟੇ ਵਾਂਗ ਸਾਰੀ ਸ੍ਰਿਸ਼ਟੀ ਵਿੱਚ ਸਮਾਇਆ ਹੋਇਆ, ਓਤ ਪੋਤ ਜਗ ਰਹਿਆ ਸਮਾਈ। ਸਤਨਾਮ ਸਤ ਹਸਤੀ ਵਾਲਾ, ਹੋਂਦ ਵਾਲਾ, ਨਾਸ ਤੋਂ ਰਹਿਤ ਹੈ, ਉਸ ਦਾ ਨਾਮ ਵੀ ਸਤ ਹੈ। ਕਰਤਾ ਪੁਰਖ, ਕਰਤਾ ਸ੍ਰਿਸ਼ਟੀ ਨੂੰ ਰਚਣ ਵਾਲਾ, ਪੁਰਖ ਪੂਰਨ ਹੈ, ਸਾਰੀ ਸ੍ਰਿਸ਼ਟੀ ਵਿੱਚ ਸਮਾਇਆ ਹੋਇਆ। ਨਿਰਭਉ, ਹਰ ਪ੍ਰਕਾਰ ਦੇ ਡਰ ਤੋਂ ਰਹਿਤ ਹੈ, ਉਸ ਦਾ ਡਰ ਹੈ ਸਾਰੇ ਜੀਆਂ ਨੂੰ, ਉਸ ਤੋਂ ਉੱਪਰ ਹੋਰ ਕੋਈ ਹੈ ਹੀ ਨਹੀਂ ਜਿਸ ਦਾ ਉਹਨੂੰ ਡਰ ਹੋਵੇ। ਨਿਰਵੈਰ ਸਰੂਪ ਹੈ, ਕਿਸੇ ਨਾਲ ਵੈਰ ਨਹੀਂ ਕਰਦਾ, ਕਿਉਂਕਿ ਵੈਰ ਆਪਣੇ ਬਰਾਬਰ ਦੇ ਨਾਲ ਕੀਤਾ ਜਾਂਦਾ, ਉਹਦਾ ਸ਼ਰੀਕ ਤਾਂ ਕੋਈ ਹੈ ਨਹੀਂ। ਇਸ ਕਰਕੇ ਆਪਣੀ ਰਚੀ ਹੋਈ ਜਿਹੜੀ ਸ੍ਰਿਸ਼ਟੀ ਹੈ, ਉਸ ਸ੍ਰਿਸ਼ਟੀ ਦੇ ਕਿਸੇ ਜੀਵ ਨਾਲ ਵਾਹਿਗੁਰੂ ਵੈਰ ਨਹੀਂ ਕਰਦੇ। ਅਕਾਲ ਮੂਰਤ, ਵਾਹਿਗੁਰੂ ਦੀ ਜੋ ਮੂਰਤ ਹੈ, ਹਸਤੀ ਹੈ, ਵਜੂਦ ਹੈ, ਜੋ ਸਰੂਪ ਹੈ ਵਾਹਿਗੁਰੂ ਦਾ, ਉਹ ਕਾਲ ਤੋਂ ਪਰੇ ਹੈ, ਅਕਾਲ ਹੈ। ਕਾਲ ਦਾ, ਸਮੇਂ ਦਾ ਕੋਈ ਪ੍ਰਭਾਵ ਨਹੀਂ ਪੈਂਦਾ ਕਿ ਸਮੇਂ ਨਾਲ ਉਹਦੇ ਸਰੂਪ ਵਿੱਚ ਕੋਈ ਤਬਦੀਲੀ ਆ ਜਾਏ। ਅਜੂਨੀ, ਜੂਨਾ ਤੁਰੈਤ, ਅਜਨਮਾ ਸਰੂਪ ਹੈ। ਸੈਭੰ ਸੁਤੇ ਪ੍ਰਕਾਸ਼, ਆਪਣੇ ਆਪ ਤੋਂ ਆਪ ਰੂਪ ਹੈ, ਉਹਨੂੰ ਕਿਸੇ ਨੇ ਬਣਾਇਆ ਨਹੀਂ। ਗੁਰ ਪ੍ਰਸਾਦ, ਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ ਐਸੇ ਵਾਹਿਗੁਰੂ ਦਾ ਗਿਆਨ ਪ੍ਰਾਪਤ ਹੁੰਦਾ ਹੈ। ਅਤੇ ਪ੍ਰਮਾਤਮਾ ਬਾਰੇ ਵੀ ਹੈ, ਗੁਰ ਪ੍ਰਸਾਦ ਗੋ ਅਗਿਆਨਤਾ ਦੇ ਹਨੇਰੇ ਨੂੰ ਰੂ ਪ੍ਰਕਾਸ਼ ਕਰਕੇ ਮੇਟਣ ਵਾਲਾ। ਗੋ ਹਨੇਰਾ ਤੇ ਗੋ ਤਮ ਨਾਮ ਅਗਿਆਨ ਅਨਿਤ ਰੂ ਪ੍ਰਕਾਸ਼ ਕੀਆ ਜਨ ਚਿੱਤ। ਜਿਹੜਾ ਉਸ ਵਾਹਿਗੁਰੂ ਨੂੰ ਚੇਤੇ ਕਰੇ, ਉਹਦੇ ਅੰਦਰ ਉਹ ਗਿਆਨ ਦਾ ਪ੍ਰਕਾਸ਼ ਕਰ ਦਿੰਦਾ, ਅਗਿਆਨਤਾ ਹਨੇਰਾ ਮੇਟ ਦਿੰਦਾ। ਪ੍ਰਸਾਦ ਆਨੰਦ ਸਰੂਪ ਹੈ, ਪ੍ਰਸਾਦ ਉਸੇ ਦੀ ਕਿਰਪਾ ਹੈ। ਹੁਣ ਹਜ਼ੂਰ ਦੱਸ ਰਹੇ ਨੇ ਕਿ ਜਿਨ੍ਹਾਂ ਮਨੁੱਖਾਂ ਦੀ ਬੋਲ ਬਾਣੀ ਵਿੱਚ, ਜਿਨ੍ਹਾਂ ਦੇ ਬਚਨਾਂ, ਜਿਨ੍ਹਾਂ ਦੇ ਉਪਦੇਸ਼ ਵਿੱਚ ਗੌਰਵਤਾ ਹੁੰਦੀ ਹੈ, ਮਹਾਨਤਾ ਹੁੰਦੀ ਹੈ, ਜਿਨ੍ਹਾਂ ਦੇ ਬਚਨਾਂ ਵਿੱਚ ਤਸੀਰ ਹੁੰਦੀ ਹੈ, ਅਸਰਦਾਇਕ ਬਚਨ ਹੁੰਦੇ ਨੇ, ਉਹਦਾ ਕੀ ਕਾਰਨ ਹੈ। ਹਜ਼ੂਰ ਕਹਿੰਦੇ ਨੇ, ਭਉ ਮੁੱਚ ਭਾਰਾ ਵੱਡਾ ਤੋਲ। ਉਸ ਵਿਅਕਤੀ ਨੇ ਵਾਹਿਗੁਰੂ ਦਾ ਜਿਹੜਾ ਡਰ ਹੈ, ਖੌਫ ਹੈ, ਭੈ ਅਦਬ ਹੈ, ਉਹ ਧਾਰਨ ਕੀਤਾ ਹੁੰਦਾ। ਅਸੀਂ ਜੋ ਸੰਸਾਰੀ ਜੀਵ ਹਾਂ, ਪਰਮਾਤਮਾ ਦੇ ਭੈ ਨੂੰ ਸਦਾ ਮਨ ਵਿੱਚ ਧਾਰ ਕੇ ਨਹੀਂ ਚੱਲਦੇ। ਜਿਹੜਾ ਜੀਵ ਪਰਮਾਤਮਾ ਦੇ ਅਦਬ ਨੂੰ, ਭੈ ਨੂੰ, ਉਸ ਦੀ ਹੋਂਦ ਨੂੰ ਮੰਨ ਕੇ ਨਿਸ਼ਚੇ ਕਰਕੇ ਕਿ ਵਾਹਿਗੁਰੂ ਮੇਰੇ ਵਿੱਚ ਵੀ ਅਤੇ ਹੋਰਨਾਂ ਵਿੱਚ ਵੀ ਮੌਜੂਦ ਹੈ, ਹਰ ਥਾਂ ਵਿਆਪਕ ਹੈ, ਇੰਝ ਜਾਣ ਕੇ ਵਾਹਿਗੁਰੂ ਨੂੰ ਜਾਣਕਾਰ ਸਮਝ ਕੇ ਕਿ ਮੇਰੇ ਹਿਰਦੇ ਦੀਆਂ ਵੀ ਗੁਪਤ ਗੱਲਾਂ ਨੂੰ ਵਾਹਿਗੁਰੂ ਜੀ ਜਾਣਦੇ ਨੇ, ਪਰਮਾਤਮਾ ਤੋਂ ਕੁਝ ਛੁਪਿਆ ਹੋਇਆ ਨਹੀਂ, ਇੰਝ ਜਾਣ ਕੇ ਫਿਰ ਉਹ ਮੰਦੇ ਅਮਲ ਨਹੀਂ ਕਰ ਸਕਦੇ। ਉਹਨਾਂ ਦੇ ਅਮਲਾਂ ਵਿੱਚ ਚੰਗਿਆਈ ਹੁੰਦੀ ਹੈ। ਸੋ ਇਸ ਪ੍ਰਕਾਰ ਪਰਮਾਤਮਾ ਦਾ ਜਿਹੜਾ ਭਉ ਹੈ, ਇੱਥੇ ਸੰਸਾਰੀ ਦੁਨਿਆਵੀ ਡਰ ਦੀ ਬਾਤ ਨਹੀਂ ਹੈ। ਇਹ ਪਰਮਾਤਮਾ ਦਾ ਜੋ ਉਜਲ ਭਉ ਹੈ, ਡਰ ਹੈ, ਖੌਫ ਹੈ, ਉਹ ਹਜ਼ੂਰ ਕਹਿੰਦੇ ਮੁੱਚ ਭਾਰਾ, ਬਹੁਤਾ ਹੀ ਭਾਰਾ ਹੈ, ਉਹਦੇ ਵਿੱਚ ਬੜੀ ਗੌਰਵਤਾ ਹੈ, ਉਹ ਬਹੁਤ ਵੱਡਾ ਹੈ, ਵੱਡਾ ਤੋਲ। ਅਤੇ ਉਸ ਪਰਮਾਤਮਾ ਦਾ, ਉਸ ਦੇ ਡਰ ਦਾ ਜੋ ਵਿਚਾਰ ਹੈ, ਤੋਲ, ਵਿਚਾਰ ਰੂਪੀ ਤੋਲ, ਉਹ ਵੀ ਬਹੁਤ ਵੱਡਾ ਹੈ। ਵਿਚਾਰ ਕਰਨੀ ਉਸ ਪਰਮਾਤਮਾ ਦੇ ਬਾਰੇ 'ਚ, ਇਹ ਵਿਚਾਰ ਵੀ ਬਹੁਤ ਵੱਡਾ ਹੈ। ਹਿਰਦੇ ਅੰਦਰ ਇਹ ਵਿਚਾਰ ਬੈਠ ਜਾਣੀ। ਮਨੁੱਖ ਦਾ ਅੰਦਰਲਾ ਸਿਸਟਮ ਵਿਚਾਰਾਂ ਦਾ ਸਮੁਦਾਇ ਹੀ ਹੈ। ਜਿਹੜੇ ਵਿਚਾਰ ਸਾਡੇ ਅੰਦਰ ਨੇ, ਖਿਆਲ ਵਿਚਾਰ ਨੇ, ਉਸੇ ਤਰ੍ਹਾਂ ਦਾ ਮਨੁੱਖ ਹੁੰਦਾ ਜਿਸ ਤਰ੍ਹਾਂ ਦੇ ਅੰਦਰ ਵਿਚਾਰ ਹੋਣਗੇ। ਫਰਜ਼ ਕਰੋ ਕੋਈ ਸਨਾਤਨੀ ਹੈ ਅਤੇ ਉਹ ਮੁਸਲਮਾਨ ਬਣ ਜਾਂਦਾ। ਹੁਣ ਮੁਸਲਮਾਨ ਬਣ ਕੇ ਸਰੀਰ ਵਿੱਚ ਤਾਂ ਤਬਦੀਲੀ ਨਹੀਂ ਆਉਂਦੀ, ਵਿਚਾਰ ਬਦਲ ਗਏ। ਵਿਚਾਰ ਉਸ ਮੱਤ ਵਾਲੇ ਬਣ ਗਏ ਅਤੇ ਉਹ ਮੁਸਲਮਾਨ। ਇਸੇ ਪ੍ਰਕਾਰ ਜੇ ਕੋਈ ਹਿੰਦੂ ਗੁਰੂ ਨਾਨਕ ਸਾਹਿਬ ਦਾ ਸਿੱਖ ਬਣ ਜੇ, ਗੁਰੂ ਨਾਨਕ ਸਾਹਿਬ ਨੂੰ ਮੰਨਣ ਵਾਲਾ ਤੇ ਰਹੇਗਾ, ਅਤੇ ਉਹੀ ਵਿਅਕਤੀ ਨਾ ਪੰਜਾਂ ਤੱਤਾਂ ਦਾ ਸਰੀਰ, ਉਹਦੇ ਵਿਚਾਰ ਬਦਲ ਗਏ, ਵਿਚਾਰਧਾਰਾ, ਉਹਦਾ ਨਿਸ਼ਚਾ ਬਦਲ ਗਿਆ। ਅਤੇ ਇਸੇ ਪ੍ਰਕਾਰ ਕੋਈ ਹੋਰ ਮੱਤ ਨੂੰ ਧਾਰਨ ਕਰ ਲਏ, ਬੁੱਧ ਮੱਤ ਨੂੰ, ਅਤੇ ਉਸ ਮੱਤ ਵਾਲੇ ਵਿਚਾਰ ਧਾਰਨ ਕਰ ਲਏ ਅਤੇ ਬੁੱਧੀ। ਜਿਵੇਂ ਅਸੀਂ ਕੁਝ ਲੋਕ ਆਪਣੇ ਆਪ ਨੂੰ ਤਸਲੀਮ ਕਰਦੇ ਹਾਂ, ਮੰਨਦੇ ਹਾਂ ਕਿ ਅਸੀਂ ਗੁਰੂ ਨਾਨਕ ਸਾਹਿਬ ਦੇ ਸਿੱਖ ਹਾਂ, ਪਰ ਵਿਚਾਰਧਾਰਾ ਅਪਣਾਈ ਨਹੀਂ, ਅਖੌਤੀ ਹਾਂ ਫਿਰ ਅਸੀਂ।
ਜੇ ਗੁਰੂ ਨਾਨਕ ਸਾਹਿਬ ਆਪਣੇ ਮੁਰਸ਼ਦ, ਆਪਣੇ ਇਸ਼ਟ, ਆਪਣੇ ਗੁਰੂ ਦੀ ਵਿਚਾਰਧਾਰਾ ਨੂੰ ਨਹੀਂ ਅਪਣਾਇਆ ਤੇ ਫਿਰ ਅਸੀਂ ਵਿਖਾਵੇ ਦੇ ਹਾਂ। ਤੇ ਇਸ ਤਰ੍ਹਾਂ ਬਹੁਤੀ ਜਨਤਾ ਦੁਨੀਆ ਵਿਖਾਵੇ ਦੀ ਧਾਰਮਿਕ ਹੈ, ਵਿਚਾਰਾਂ ਨੂੰ ਨਹੀਂ ਅਪਣਾਇਆ ਹੋਇਆ। ਪਰਮਾਤਮਾ ਦਾ ਭਉ ਅੰਦਰ ਪੈ ਜਾਣਾ, ਡਰ ਅਦਬ ਅੰਦਰ ਵਸ ਜਾਣਾ, ਅਸਲ ਮਾਇਨੇ 'ਚ ਜੇ ਵਸ ਜਾਏ ਤਾਂ ਫਿਰ ਜਿਵੇਂ ਇਹ ਪਰਮਾਤਮਾ ਦਾ ਡਰ ਬੜਾ ਗੌਰਵ ਹੈ, ਗਰੂਆ ਹੈ, ਭਾਰਾ ਹੈ, ਤੇ ਉਹ ਵਿਅਕਤੀ ਵੀ ਬੜੀ ਗੌਰਵਤਾ ਵਾਲਾ ਬਣ ਜਾਏਗਾ, ਬਹੁਤ ਮਹਾਨ ਹੋਵੇਗਾ, ਉਹਦੇ ਬਚਨਾਂ ਵਿੱਚ ਬੜੀ ਤਾਸੀਰ ਹੋਵੇਗੀ। ਜੋ ਕੁਛ ਵੀ ਉਹ ਬੋਲਦਾ ਹੈ ਉਹਦੇ ਬਚਨਾਂ ਵਿੱਚ ਤਾਕਤ ਹੁੰਦੀ ਹੈ। ਜਿਵੇਂ ਜਪਜੀ ਸਾਹਿਬ ਵਿੱਚ ਬਚਨ ਆਇਆ, ਕਰਮ ਖੰਡ ਕੀ ਬਾਣੀ ਜੋਰ। ਭਾਵੇਂ ਬਾਣੀ ਦੇ ਅਰਥ ਬਨਾਵਟ ਵੀ ਕੀਤਾ, ਬਨਾਵਟ ਠਾਠ, ਪਰ ਬਾਣੀ ਬਚਨਾਂ ਦਾ ਨਾਮ ਵੀ ਹੈ। ਜੋ ਕਰਮ ਬਖਸ਼ਿਸ਼ ਦੇ ਖੰਡ ਵਿੱਚ ਪਹੁੰਚਿਆ ਹੋਇਆ, ਉਸ ਦੀ ਬਾਣੀ, ਉਹਦੇ ਬਚਨਾਂ ਵਿੱਚ ਬੜਾ ਜ਼ੋਰ, ਬੜੀ ਤਾਕਤ, ਬੜਾ ਬਲ ਹੁੰਦਾ। ਸੁਭਾਵਿਕ ਹੀ ਜੋ ਬਚਨ ਬੋਲਦਾ ਉਹ ਬਚਨ ਪੂਰਾ ਹੁੰਦਾ। ਕਿਸੇ ਨੂੰ ਉਪਦੇਸ਼ ਦਿੰਦਾ ਤੇ ਉਸ ਉਪਦੇਸ਼ ਦਾ ਬਹੁਤ ਭਾਰੀ ਅਸਰ ਪੈਂਦਾ ਹੈ। ਤੇ ਜਿਵੇਂ ਕਹਿੰਦੇ ਨੇ ਕਿ ਗੁਰੂ ਕੀ ਬਾਣੀ, ਬਚਨ ਗੁਰੂ ਕੇ ਸ਼ਬਦ ਇਹ ਤੀਰ ਹਨ, ਪਰ ਤੀਰ ਚਲਾਉਣ ਲਈ ਧਨੁਖ ਕਮਾਨ ਚਾਹੀਦੀ ਹੈ। ਜਿੱਡੀ ਕਰੜੀ ਜ਼ਬਰਦਸਤ ਵੱਡੀ ਕਮਾਨ, ਉੱਡਾ ਹੀ ਦੂਰ ਜਾ ਕੇ ਤੀਰ ਨਿਸ਼ਾਨਾ ਫੁੰਡੇਗਾ। ਤੇ ਜੇ ਕਮਾਨ ਹੀ ਹੈ ਨਹੀਂ ਜਾਂ ਟੁੱਟੀ ਹੋਈ ਹੈ ਤੇ ਤੀਰ ਨਹੀਂ ਚੱਲ ਸਕਦਾ। ਸੋ ਇਸ ਪ੍ਰਕਾਰ ਜਿਹੜਾ ਸ਼ਬਦ ਹੈ, ਉਪਦੇਸ਼ ਹੈ, ਕਿਸੇ ਵੀ ਗ੍ਰੰਥ ਵਿੱਚੋਂ ਲੈ ਕੇ ਉਸ ਤੀਰ ਨੂੰ ਅੱਗੇ ਚਲਾਉਣ ਲਈ ਕਮਾਈ ਹੋਏ। ਜੇ ਕਿਸੇ ਨੇ ਕਮਾਇਆ ਹੋਇਆ ਤੇ ਉਹ ਸੁਣਾਵੇ ਤੇ ਕਿਸੇ ਨੂੰ ਸਿੱਖਿਆ ਦੇ, ਉਪਦੇਸ਼ ਦੇ, ਤੇ ਉਹਨਾਂ ਬਚਨਾਂ 'ਚ ਬਹੁਤ ਜ਼ਿਆਦਾ ਵਜਨ, ਬਲ, ਤਾਕਤ ਹੁੰਦੀ ਹੈ। ਇਹੀ ਪਵਿੱਤਰ ਬਾਣੀ ਜਦੋਂ ਸਤਿਗੁਰੂ ਜੀ ਆਪ ਉਚਾਰਦੇ ਸਨ ਤਾਂ ਕੋੜੀਆਂ ਦੇ ਕੋੜ ਵੀ ਦੂਰ ਕਰ ਦਿੰਦੇ ਸੀ। ਕੌਡੇ ਰਾਖਸ਼ ਵਰਗੇ ਦੇਵਤੇ ਬਣਾ ਦਿੱਤੇ, ਸੱਜਣ ਠੱਗ ਵਰਗੇ ਸੱਚੀ ਮੁੱਚ ਦੇ ਸੱਜਣ ਧਰਮਾਤਮਾ ਬਣਾ ਦਿੱਤੇ, ਭੂਮੀਏ ਚੋਰ ਵਰਗੇ ਸੁਧਾਰ ਦਿੱਤੇ, ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਪਾਹਨ ਪਾਰ ਉਤਾਰੇ। ਸੋ ਇਸ ਪ੍ਰਕਾਰ ਇਹ ਬਚਨਾਂ ਵਿੱਚ ਬਲ ਕਿਸੇ ਦੀ ਅਵਸਥਾ ਦੇ ਅਨੁਸਾਰ ਹੁੰਦਾ। ਜੇ ਆਪ ਕਮਾਇਆ ਹੋਇਆ ਕੁਛ ਨਹੀਂ ਤੇ ਭਾਵੇਂ ਵੱਡੇ ਤੋਂ ਵੱਡੇ ਮਹਾਨ ਗ੍ਰੰਥ ਪੜ੍ਹ ਕੇ ਕੋਈ ਮਨੁੱਖ ਲੋਕਾਂ ਨੂੰ ਸੁਣਾਈ ਜਾਏ ਤੇ ਉਹ ਬਚਨ ਅਸਰਦਾਇਕ ਨਹੀਂ ਹੋਣਗੇ, ਉਹਨਾਂ ਦੀ ਤਸੀਰ ਉੱਚੀ ਮਹਾਨ ਨਹੀਂ ਹੋਏਗੀ, ਕਿਸੇ 'ਤੇ ਪ੍ਰਭਾਵ ਨਹੀਂ ਪਏਗਾ। ਇਸ ਕਰਕੇ ਪਹਿਲਾਂ ਆਪ ਵਾਹਿਗੁਰੂ ਪਰਮੇਸ਼ਰ 'ਤੇ ਨਿਸ਼ਚਾ ਕੀਤਾ ਹੋਵੇ, ਘਟ ਘਟ ਵਿੱਚ ਵਿਆਪਕ ਸਮਝਿਆ ਹੋਵੇ, ਮੰਨਿਆ ਹੋਵੇ, ਫਿਰ ਵਾਹਿਗੁਰੂ ਦਾ ਭਉ ਅੰਦਰ ਵਸ ਗਿਆ ਹੋਵੇ ਤੇ ਕਰਮ ਹੋ ਹੀ ਨਹੀਂ ਸਕਦਾ ਕਿ ਬੁਰੇ ਹੋਣ ਫਿਰ ਉਸ ਵਿਅਕਤੀ ਦੇ। ਕਰਨੀ ਜਿਹੜੀ ਹੈ ਇਹ ਤਬਦੀਲ ਹੋਈ ਤੇ ਸਮਝ ਲੈਣਾ ਕਿ ਉਹ ਮਨੁੱਖ ਜਿਹੜਾ ਉਹਦੇ ਬਚਨਾਂ ਵਿੱਚ ਵੀ ਦਮ ਹੈ, ਉਹਦੇ ਦਰਸ਼ਨਾਂ ਵਿੱਚ ਵੀ ਬਲ ਹੈ, ਦਰਸ਼ਨ ਕਰਨੇ ਵੀ ਲਾਭਦਾਇਕ ਨੇ, ਉਹਦੇ ਬਚਨ ਸੁਣਨੇ ਵੀ ਬੜੇ ਲਾਭਦਾਇਕ, ਬਹੁਤ ਜ਼ਿਆਦਾ ਪ੍ਰਭਾਵ ਸਰੋਤਿਆਂ 'ਤੇ ਪੈਂਦਾ ਹੈ, ਉਹ ਵੀ ਉਸ ਮਾਰਗ ਦੇ ਪਾਂਧੀ ਬਣ ਜਾਂਦੇ ਨੇ। ਇੱਕ ਬਚਨ ਯਾਦ ਆਇਆ, ਸੰਤ ਜਰਨੈਲ ਸਿੰਘ ਖਾਲਸਾ ਜੀ, ਉਹਨਾਂ ਦਾ ਭਤੀਜਾ ਜੀ ਭਾਈ ਜਸਬੀਰ ਸਿੰਘ ਜੀ ਸਕੂਲ 'ਚ ਪੜ੍ਹਦੇ ਸਨ ਤੇ ਉਹਨਾਂ ਦੇ ਸਕੂਲ ਦੇ ਇੱਕ ਅਧਿਆਪਕ ਜਿਨ੍ਹਾਂ ਦਾ ਨਾਮ ਸੁਦਾਗਰ ਸਿੰਘ ਸੀ, ਉਸ ਸੁਦਾਗਰ ਸਿੰਘ ਨੇ ਜੋ ਕੁਛ ਹੈ ਸੀ ਕਾਮਰੇਡ ਬਿਰਤੀ ਦਾ, ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ ਉੱਧਰ ਮਾਲਵੇ ਵਿੱਚ ਵਿਚਰਦੇ ਸਨ ਤੇ ਉਹਨਾਂ ਨੂੰ ਤੁਰਿਆਂ ਜਾਂਦਿਆਂ ਵੇਖ ਕੇ, ਨਾਲ ਸਿੰਘ ਸੀ 150 ਤੇ ਲੋਕਾਂ ਦੇ ਘਰਾਂ 'ਚ ਉਹ ਲੋਕ ਸੱਦਦੇ ਸਨ, ਪ੍ਰਸ਼ਾਦਾ ਛਕਾਉਂਦੇ ਸੀ ਸਿੰਘਾਂ ਨੂੰ, ਜਾਂ ਉਹ ਪ੍ਰਚਾਰ ਕਰਨ ਜਿੱਥੇ ਜਾਂਦੇ ਸੀ ਉੱਥੇ ਅਕਸਰ ਪ੍ਰਸ਼ਾਦਾ ਪ੍ਰੇਮੀ ਛਕਾਉਂਦੇ ਸਨ। ਉਹਨੇ ਹੱਸ ਕੇ ਕਿਹਾ, ਵਿਹਲੜਾਂ ਦਾ ਟੋਲਾ ਤੁਰਿਆ ਫਿਰਦਾ, ਕਿੰਨੇ ਜਾਣਿਆਂ ਨੂੰ ਲੋਕ ਇਹ ਭੋਜਨ ਛਕਾਉਂਦੇ ਨੇ, ਕਿਰਤ ਕਮਾਈ ਲੋਕ ਕਰਦੇ ਨੇ, ਇਹ ਵਿਹਲੇ ਖਾਂਦੇ। ਤਾਂ ਭਾਈ ਜਸਬੀਰ ਸਿੰਘ ਜੀ ਨੇ ਆਪਣੇ ਚਾਚਾ ਜੀ ਸੰਤ ਜਰਨੈਲ ਸਿੰਘ ਖਾਲਸਾ ਜੀ ਨੂੰ ਇਹ ਬਚਨ ਦੱਸਿਆ। ਉਦੋਂ ਉਹ ਘਰ ਹੀ ਰਹਿੰਦੇ ਸਨ ਤੇ ਨਾਮ ਦੇ ਬੜੇ ਅਭਿਆਸੀ ਸਨ, ਗੁਰੂ ਮਹਾਰਾਜ ਦੀ ਬੜੀ ਬਖਸ਼ਿਸ਼ ਸੀ। ਜਦੋਂ ਦੱਸਿਆ ਤੇ ਸੰਤ ਜਰਨੈਲ ਸਿੰਘ ਖਾਲਸਾ ਜੀ ਨੂੰ ਗੁੱਸਾ ਆਉਣਾ ਸੁਭਾਵਿਕ ਸੀ ਤੇ ਕਿਹਾ ਵੀ ਇਹ ਟਕੇ ਟਕੇ ਦੇ ਲੋਕ ਉਹਨਾਂ ਮਹਾਂਪੁਰਸ਼ਾਂ ਬਾਰੇ ਜਾਣਦੇ ਤਾਂ ਕੁਛ ਵੀ ਨਹੀਂ, ਪਰ ਦੂਰੋਂ ਹੀ ਵੇਖ ਕੇ ਨਿੰਦਾ ਕਰੀ ਜਾਂਦੇ ਨੇ, ਇਹਨੂੰ ਵਿਹਲੜਾਂ ਦਾ ਟੋਲਾ ਕਹਿ ਰਹੇ ਨੇ। ਸਾਰੇ ਸਿੰਘ ਬੜੇ ਨਾਮ ਦੇ ਅਭਿਆਸੀ ਨੇ, ਆਪ ਸੰਤ ਜੀ ਉੱਚੀ ਮਹਾਨ ਅਵਸਥਾ ਵਾਲੇ, ਤੇ ਇਹ ਵਿਅਕਤੀ ਨਿੰਦਾ ਕਰ ਰਿਹਾ। ਤੇ ਫਿਰ ਕੁਝ ਸਮੇਂ ਬਾਅਦ ਫਿਰ ਜਦੋਂ ਉਹ ਵਿਚਾਰ ਉਹਨਾਂ ਦੇ ਮਨ 'ਚ ਆਈ ਤੇ ਫਿਰ ਕਿਹਾ ਵੀ ਪ੍ਰਸ਼ਾਦਾ ਲੋਕ ਛਕਾਉਂਦੇ ਨੇ, ਪ੍ਰੇਮੀ ਸੰਗਤਾਂ, ਇਹਨੂੰ ਟੀਚਰ ਨੂੰ ਸੂਲ ਉੱਠਦਾ। ਤੇ ਉਸੇ ਦਿਨ ਹੀ ਉਹਦੇ ਸੂਲ ਉੱਠਿਆ, ਦਰਦ ਹੋਣ ਲੱਗ ਪਈ ਪੇਟ ਵਿੱਚ,
ਤੇ ਕਈ ਦਿਨ ਉਹ ਇਲਾਜ ਕਰਾਉਂਦਾ ਰਿਹਾ ਪਰ ਦਰਦ ਨਾ ਹਟੀ। ਫਿਰ ਅਕਸਰ ਰਾਤ ਨੂੰ ਉਹਨੂੰ ਇਹ ਗੱਲ ਉਹਦੇ ਮਨ ਵਿੱਚ ਆ ਗਈ ਭਈ ਸ਼ਾਇਦ ਹੋ ਸਕਦਾ ਉਹ ਮਹਾਂਪੁਰਸ਼ਾਂ ਦੀ ਮੈਂ ਨਿੰਦਾ ਕੀਤੀ ਤੇ ਤਾਂ ਇੰਝ ਹੋਇਆ। ਫਿਰ ਉਹਨੇ ਭਾਈ ਜਸਬੀਰ ਸਿੰਘ ਨੂੰ ਸਕੂਲ 'ਚ ਗਿਆ, ਪੁੱਛਿਆ ਵੀ ਤੂੰ ਕਿਸੇ ਨੂੰ ਗੱਲ ਦੱਸੀ ਜਿਹੜੀ ਮੈਂ ਗੱਲ ਤੇਰੇ ਸਾਹਮਣੇ ਕੀਤੀ ਸੀ? ਕਹਿਣ ਲੱਗਾ ਮੈਂ ਆਪਣੇ ਚਾਚਾ ਜੀ ਨੂੰ ਦੱਸੀ ਸੀ ਤੇ ਉਹਨਾਂ ਗੁੱਸਾ ਵੀ ਬਹੁਤ ਕੀਤਾ ਸੀ ਤੇ ਇੰਝ ਕਿਹਾ ਵੀ ਸੀ। ਤੇ ਫਿਰ ਉਹ ਸਮਝ ਗਿਆ ਤੇ ਫਿਰ ਸੰਤ ਜਰਨੈਲ ਸਿੰਘ ਖਾਲਸਾ ਜੀ ਕੋਲ ਆਇਆ। ਉਦੋਂ ਇਹਨਾਂ ਨੂੰ ਜਰਨੈਲ ਸਿੰਘ ਅਭਿਆਸੀ ਕਿਹਾ ਜਾਂਦਾ ਸੀ। ਆਇਆ ਤੇ ਕਿਹਾ ਬਈ ਆਹ ਗੱਲ ਮੈਂ ਕਹੀ ਸੀ ਤੇ ਮੈਨੂੰ ਖਿਮਾ ਕਰ ਦਿਓ। ਕਹਿਣ ਲੱਗੇ ਕਈ ਤੁਸੀਂ ਸੀ ਜਿਨ੍ਹਾਂ ਸੰਤਾਂ ਬਾਰੇ ਕਹੀ, ਉਹਨਾਂ ਕੋਲ ਚਲੇ ਜਾਓ ਜਾਂ ਮੈਂ ਤੁਹਾਨੂੰ ਲੈ ਜਾਣਾ ਜਿਨ੍ਹਾਂ ਬਾਰੇ ਤੁਸੀਂ ਕਿਹਾ ਸੀ ਕੁਛ। ਤਾਂ ਫਿਰ ਜਿਸ ਵੇਲੇ ਲੈ ਕੇ ਗਏ ਤਾਂ ਕਹਿਣ ਲੱਗੇ ਵੀ ਕੋਈ ਬਾਤ ਨਹੀਂ, ਸੰਸਾਰ 'ਚ ਅਨੇਕਾਂ ਤਰ੍ਹਾਂ ਦੇ ਜੀਵ ਰੱਬ ਨੇ ਪੈਦਾ ਕੀਤੇ ਨੇ, ਕੋਈ ਸਾਨੂੰ ਪ੍ਰਸ਼ਾਦਾ ਛਕਾਉਣ ਵਾਲਾ, ਕੋਈ ਨਿੰਦਿਆ ਕਰਨ ਵਾਲਾ, ਸਾਡੇ ਵਿਰੁੱਧ ਬੋਲਣ ਵਾਲਾ। ਹੋ ਸਕਦਾ ਅਸੀਂ ਇਸੇ ਤਰ੍ਹਾਂ ਦੇ ਵਿਹਲੜ ਹੋਵਾਂਗੇ ਤਾਂ ਹੀ ਭਾਈ ਤੂੰ ਇਹ ਗੱਲ ਕਹੀ। ਪਰ ਉਹ ਖਿਮਾ ਜਾਚਨਾ ਕਰਨ ਲੱਗਾ ਜੀ ਮੈਂ ਇੰਜ ਨਹੀਂ ਮੁੜ ਕੇ ਕਹਿੰਦਾ। ਮਹਾਂਪੁਰਸ਼ ਕਹਿਣ ਲੱਗੇ ਜਾ ਦਰਦ ਹਟ ਜਾਏਗੀ, ਪਰ ਅੱਗੇ ਤੋਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਿੱਖਾਂ ਨੂੰ, ਸੰਗਤਾਂ ਨੂੰ ਇੰਜ ਨਿੰਦਣਾ ਨਹੀਂ, ਬਿਨਾਂ ਜਾਣੇ ਤੋਂ ਨਿੰਦਿਆ ਨਹੀਂ ਕਰਨੀ ਸਿੱਖਾਂ ਦੀ। ਹਰ ਇੱਕ ਇੱਕੋ ਜਿਹਾ ਨਹੀਂ ਹੁੰਦਾ। ਤੇ ਫਿਰ ਚਲੋ ਉਹਦੀ ਦਰਦ ਤਾਂ ਹਟ ਗਈ। ਤੇ ਫਿਰ ਸੰਤ ਜਰਨੈਲ ਸਿੰਘ ਖਾਲਸਾ ਜੀ ਨੂੰ, ਅਭਿਆਸੀ ਜਰਨੈਲ ਸਿੰਘ ਨੂੰ ਮਹਾਂਪੁਰਸ਼ਾਂ ਨੇ ਕਿਹਾ ਭਾਈ ਜਰਨੈਲ ਸਿੰਘ ਜੀ ਇੰਝ ਕਿਉਂ ਕਿਹਾ ਤੁਸੀਂ? ਕਹਿਣ ਲੱਗੇ ਜੀ ਤੁਹਾਡੀ ਨਿੰਦਾ ਮੈਥੋਂ ਸਹਾਰੀ ਨਹੀਂ, ਗੁੱਸਾ ਆ ਗਿਆ। ਕਹਿਣ ਲੱਗੇ ਕਿ ਤੋਂ ਜਰ ਕੇ ਰਿਹਾ ਕਰੋ। ਜੋ ਨਾਮ ਸਿਮਰਨ ਵਾਲਾ ਗੁਰੂ ਕਾ ਸਿੱਖ ਹੈ ਉਹਦੇ ਬਚਨਾਂ 'ਚ ਤਾਕਤ ਹੁੰਦੀ ਆ ਤੇ ਤੁਸੀਂ ਆਪਣਾ ਆਪ ਜਰਿਆ ਕਰੋ, ਸੰਭਾਲਿਆ ਕਰੋ ਆਪਣੇ ਆਪ ਨੂੰ, ਬਹੁਤ ਸੰਕੋਚਵੇਂ ਬਚਨ ਕਰਿਆ ਕਰੋ। ਹੋਰਨਾਂ ਸਿੰਘਾਂ 'ਤੇ ਬੜਾ ਪ੍ਰਭਾਵ ਪਿਆ ਵੀ ਨਾਮ ਸਿਮਰਨ ਦੀ ਕਮਾਈ ਕਰਕੇ ਉਹਨਾਂ ਦੇ ਬਚਨ ਵਿੱਚ ਵਾਕ ਸੱਤਿਆ ਹੈ, ਤਾਕਤ ਹੈ ਬਚਨਾਂ ਵਿੱਚ। ਔਰ ਐਸੀਆਂ ਅਨੇਕਾਂ ਘਟਨਾਵਾਂ ਉਹਨਾਂ ਦੇ ਜੀਵਨ ਦੀਆਂ ਹਨ ਔਰ ਵੱਡੇ ਮਹਾਂਪੁਰਸ਼ਾਂ ਦੇ ਜੀਵਨ ਦੀਆਂ ਵੀ। ਔਰ ਇਹ ਵੱਡੀ ਤਸੀਰ ਹੁੰਦੀ ਹੈ ਕਿ ਕਿਸੇ ਮਨਮੁਖ ਨੂੰ ਗੁਰਮੁਖ ਬਣਾ ਦੇਣਾ। ਅਤੇ ਅਨੇਕਾਂ ਐਸੇ ਹੋਏ ਨੇ ਮਨਮੁਖ ਲੋਕ ਜਿਹੜੇ ਉਹਨਾਂ ਦੀ ਸੰਗਤ ਵਿੱਚ ਆਏ, ਭਾਵੇਂ ਉਹ ਨਿੰਦਾ ਕਰਨ ਵਾਲੇ ਸੀ ਜਾਂ ਵਕਾਰੀ ਸੀ, ਸ਼ਰਾਬੀ ਕਬਾਬੀ ਸਨ, ਜਿਹਨੂੰ ਗੁਰਮੁਖ ਕਹਿ ਦਿੱਤਾ ਉਹ ਗੁਰਮੁਖ ਹੀ ਬਣ ਗਿਆ। ਜੋ ਬਚਨ ਕਰਦੇ ਸੀ ਪੂਰਾ ਹੁੰਦਾ ਸੀ। ਅਕਸਰ ਇਹ ਕਮਾਈ ਦਾ ਭਾਰ ਹੈ, ਭਾਰਾਪਣ, ਗੌਰਵਤਾ ਕਮਾਈ ਦੀ ਹੈ। ਵਾਹਿਗੁਰੂ ਦਾ ਡਰ ਜਿਨ੍ਹਾਂ ਨੇ ਹਿਰਦੇ 'ਚ ਧਾਰਨ ਕੀਤਾ, ਇਹ ਡਰ ਬੜਾ ਭਾਰਾ ਹੈ, ਬਹੁਤ ਗੌਰਾ ਹੈ, ਇਹਦੇ ਵਿੱਚ ਬੜੀ ਗੌਰਵਤਾ ਹੈ, ਵੱਡਾ ਤੋਲ। ਅਤੇ ਪਰਮੇਸ਼ਰ ਦਾ ਜੋ ਵਿਚਾਰ ਹੈ, ਵਿਚਾਰ ਹਿਰਦੇ 'ਚ ਰਹਿਣਾ, ਨਿਸ਼ਚਾ ਰਹਿਣਾ ਕਿ ਪਰਮਾਤਮਾ ਮੇਰੇ ਵਿੱਚ ਵੀ ਅਤੇ ਹੋਰਨਾਂ ਵਿੱਚ ਵੀ ਮੌਜੂਦ ਹੈ, ਹਰ ਥਾਂ ਵਸਿਆ ਹੋਇਆ, ਕੋਈ ਦੂਰ ਤਾਂ ਨਹੀਂ। ਦੂਰ ਨਾ ਹੀ ਮੇਰੋ ਪ੍ਰਭ ਪਿਆਰੋ, ਇਸ ਦਾ ਤੋਲ ਬਹੁਤ ਵੱਡਾ ਹੈ। ਅਤੇ ਮਨ ਮਤ ਹੌਲੀ ਬੋਲੇ ਬੋਲ, ਜਿਹੜੇ ਵਾਹਿਗੁਰੂ ਦੇ ਭੈ ਤੋਂ ਬਗੈਰ ਨੇ ਨਾ, ਗੁਰੂ ਦੀ ਮੱਤ ਤੇ ਹੈ ਵੀ ਵਾਹਿਗੁਰੂ ਦਾ ਭਉ ਧਾਰਨ ਕਰਕੇ ਰੱਖੋ। ਅਤੇ ਜਿਹੜੀ ਮਨ ਦੀ ਮੱਤ ਹੈ, ਜਿਸ ਦੀ ਮਨ ਦੀ ਮੱਤ ਜਿਹਨੇ ਧਾਰਨ ਕੀਤੀ ਹੈ ਨਾ, ਜਿਸ ਵਿਅਕਤੀ ਨੇ ਮਨ ਵਾਲੀ ਮੱਤ, ਜੋ ਮਨ ਕਹਿੰਦਾ ਉਹੀ ਧਾਰਨ ਕੀਤਾ। ਜਿਹੜੀ ਮਨ ਦੀ ਮੱਤ ਹੈ ਇਹ ਬਹੁਤ ਹੌਲੀ ਹੈ, ਹੋਸ਼ੀ ਹੈ, ਤੁੱਛ ਹੈ। ਅਤੇ ਉਸ ਮੱਤ ਵਾਲੇ ਵਿਅਕਤੀ ਦੇ ਬੋਲੇ ਹੋਏ ਬੋਲ ਵੀ ਹੌਲੇ ਨੇ, ਤੁੱਛ ਨੇ। ਉਹਨਾਂ 'ਚ ਗੌਰਵਤਾ ਨਹੀਂ, ਉਹਨਾਂ ਵਿੱਚ ਨਿੱਗਰਤਾ ਨਹੀਂ ਹੈ, ਤਾਕਤ ਨਹੀਂ ਹੈ। ਉਹ ਐਵੇਂ ਹਵਾ 'ਚ ਰਲ ਜਾਣ ਵਾਲੇ ਬੋਲ ਨੇ, ਜਿਵੇਂ ਊਲ ਫਜ਼ੂਲ ਵਿਅਰਥੀ ਕੋ ਬੋਲੀ ਜਾਂਦਾ, ਇਸ ਤਰ੍ਹਾਂ ਦੇ ਉਹ ਬੋਲ ਹੋਣਗੇ ਜਿਹਦੀ ਮੱਤ ਮਨ ਵਾਲੀ ਹੈ ਅਤੇ ਹੌਲੀ ਹਲਕੀ ਤੁੱਛ ਹੋਸ਼ੀ ਹੈ। ਸਿਰ ਧਰ ਚੱਲੀ ਐ ਸਹੀ ਹੈ ਭਾਰ। ਫਿਰ ਮਹਾਰਾਜ ਕੀ ਕਰਨਾ ਚਾਹੀਦਾ? ਤਾਂ ਹਜ਼ੂਰ ਕਹਿੰਦੇ ਨੇ ਪਰਮਾਤਮਾ ਦੇ ਭਉ ਨੂੰ, ਡਰ ਨੂੰ ਆਪਣੇ ਸਿਰ 'ਤੇ ਧਰ ਰੱਖ ਕੇ, ਧਰਨਾ ਹੁੰਦਾ ਰੱਖਣਾ, ਮਾਝੇ 'ਚ ਰੱਖਣ ਦੀ ਥਾਂ ਧਰ ਬੋਲਿਆ ਜਾਂਦਾ ਸ਼ਬਦ, ਰਾਰੇ ਨੂੰ ਸਿਹਾਰੀ ਵੀ ਹੈ। ਸਿਰ 'ਤੇ ਰੱਖ ਕੇ ਚੱਲੀਏ, ਭਾਵ ਜੀਵਨ ਗੁਜ਼ਾਰੀਏ। ਸਿਰ 'ਤੇ ਪਰਮਾਤਮਾ ਦਾ ਭਉ ਰੱਖ ਕੇ ਵਿਚਰਨਾ ਚਾਹੀਦਾ, ਜੀਵਨ ਬਤੀਤ ਕਰਨਾ ਚਾਹੀਦਾ। ਸਹੀ ਹੈ ਭਾਰ, ਜਿਹੜਾ ਵਾਹਿਗੁਰੂ ਦੇ ਡਰ ਦਾ ਭਾਰ ਹੈ। ਜਿਵੇਂ ਕਿਸੇ ਹਾਕਮ ਦਾ ਸਿਰ 'ਤੇ ਭਉ ਹੁੰਦਾ, ਭਾਰ ਹੁੰਦਾ, ਡਰ ਅਨੁਸਾਰ ਉਹ ਉਹਦੇ ਅਧੀਨ ਹੋ ਕੇ ਕੰਮ ਕਰਦਾ। ਅਤੇ ਜੇ ਮੈਂ ਕੋਈ ਗਲਤ ਕੰਮ ਕੀਤਾ ਤਾਂ ਹਾਕਮ ਮੈਨੂੰ ਮੇਰੀ ਨੌਕਰੀ ਤੋਂ ਕੱਢ ਦੇਗਾ, ਸਜ਼ਾ ਦੇਵੇਗਾ। ਜਿਸ ਤਰ੍ਹਾਂ ਕਿਸੇ ਹਾਕਮ ਦਾ ਸਿਰ 'ਤੇ ਭਾਰ ਹੁੰਦਾ, ਖੌਫ ਹੁੰਦਾ, ਡਰ ਹੁੰਦਾ, ਇਸ ਤਰ੍ਹਾਂ ਵਾਹਿਗੁਰੂ ਦੇ ਡਰ ਨੂੰ ਸਿਰ 'ਤੇ ਰੱਖ ਕੇ ਚੱਲੀਏ ਅਤੇ ਇਸ ਭਾਰ ਨੂੰ ਸਹਾਰੀਏ। ਭਾਵ
ਇਹ ਡਰ ਭਉ ਸੁਖਾਵਾਂ ਲੱਗੇ, ਚੰਗਾ ਲੱਗਣ ਲੱਗ ਪਏ ਵੀ ਵਾਹਿਗੁਰੂ ਦੇ ਭੈ 'ਚ ਰਹਿਣਾ ਹੀ ਠੀਕ ਹੈ। ਜਿਵੇਂ ਅਸੀਂ ਪਰਮਾਤਮਾ ਦੀ ਰਜ਼ਾ ਨੂੰ, ਹੁਕਮ ਨੂੰ, ਭਾਣੇ ਨੂੰ ਖਿੜੇ ਮੱਥੇ ਨਹੀਂ ਮੰਨਦੇ, ਬਸ ਇਹੀ ਅੰਤਰ ਹੈ ਸੰਤ ਵਿੱਚ ਅਤੇ ਸਾਡੇ ਵਿੱਚ। ਜਿਸ ਨੇ ਮੰਨ ਲਿਆ, ਜਿਸ ਗੁਰਮੁਖ ਨੇ, ਉਹਨੂੰ ਹੀ ਸੰਤ ਕਿਹਾ ਜਾਏਗਾ। ਆਠ ਪਹਿਰ ਨਿਕਟ ਕਰ ਜਨ ਤੇ ਪ੍ਰਭ ਕਾ ਕੀਆ ਮੀਠਾ ਮਨ। ਵਾਹਿਗੁਰੂ ਦਾ ਭਉ ਇਹੋ ਹੀ ਹੈ, ਪਰਮਾਤਮਾ ਨੂੰ ਉੱਠੇ ਪੈਰ ਬਿਲਕੁਲ ਨਜ਼ਦੀਕ ਕਰਕੇ ਉਹ ਜਾਣਦਾ ਜੋ ਸੰਤ ਹੈ, ਤੇ ਪ੍ਰਭੂ ਦੇ ਕੀਤੇ ਨੂੰ ਮਿੱਠਾ ਕਰਕੇ ਮੰਨਦਾ ਹੈ। ਏਕ ਨਾਮ ਸੰਤਨ ਆਧਾਰ, ਹੋਏ ਰਹੇ ਸਭ ਕੀ ਪਗਸ਼ਾਰ। ਸੰਤ ਰਹਿਤ ਸੁਨੋ ਮੇਰੇ ਭਾਈ, ਵਾਕੇ ਮਹਿਮਾ ਕਥਨ ਨਾ ਜਾਏ। ਹਜ਼ੂਰ ਕਹਿੰਦੇ ਨੇ ਫਿਰ ਕੀ ਹੁੰਦਾ, ਜੇ ਵਾਹਿਗੁਰੂ ਦੇ ਹੁਕਮ ਦੇ ਭਉ ਦੇ ਭਾਰ ਨੂੰ ਸਹਾਰ ਲਈਏ, ਸੁਖਾਵਾਂ ਲੱਗੇ, ਤਾਂ ਨਦਰੀ ਕਰਮੀ ਗੁਰ ਵਿਚਾਰ। ਨਦਰੀ ਜੋ ਪਰਮਾਤਮਾ ਹੈ, ਜਿਸ ਦੀ ਨਜ਼ਰ ਵਿੱਚ ਸਾਰਾ ਸੰਸਾਰ ਹੈ, ਜੋ ਆਪਣੀ ਨਦਰ ਕਿਰਪਾ ਦ੍ਰਿਸ਼ਟੀ ਕਰਨ ਵਾਲਾ ਹੈ, ਉਸ ਨਦਰੀ ਪਰਮਾਤਮਾ ਦੀ ਜੋ ਕਰਮ ਬਖਸ਼ਿਸ਼ ਹੈ, ਉਸ ਦੀ ਕਰਮ ਬਖਸ਼ਿਸ਼ ਦੁਆਰਾ ਫਿਰ ਸਾਨੂੰ ਗੁਰ ਵਿਚਾਰ, ਜਿਹੜੀ ਸਤਿਗੁਰਾਂ ਦੀ ਵਿਚਾਰਧਾਰਾ ਹੈ, ਸਤਿਗੁਰੂ ਦਾ ਵਿਚਾਰ ਹੈ, ਜੋ ਉਪਦੇਸ਼ ਹੈ, ਉਹ ਪ੍ਰਾਪਤ ਹੋ ਜਾਂਦਾ। ਉਸ ਨੂੰ ਅਸੀਂ ਪ੍ਰਾਪਤ ਕਰਕੇ ਹਿਰਦੇ 'ਚ ਵਸਾ ਲੈਂਦੇ ਹਾਂ, ਜੇ ਵਾਹਿਗੁਰੂ ਦੀ ਬਖਸ਼ਿਸ਼ ਮਿਲੇ ਤਾਂ। ਭੈ ਬਿਨ ਕੋਇ ਨਾ ਲੰਘਸ ਪਾਰ। ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦੇ ਉਜਲ ਭੈ ਨੂੰ ਧਾਰਨ ਕੀਤੇ ਤੋਂ ਬਗੈਰ ਕੋਈ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਲੰਘ ਸਕਦਾ। ਸੰਸਾਰ ਇੱਕ ਵਿਕਾਰਾਂ ਦਾ ਸਮੁੰਦਰ ਹੈ। ਇਹ ਸੰਸਾਰ ਇੱਕ ਸਮੁੰਦਰ ਹੈ, ਜਿਹਦੇ 'ਚ ਪਦਾਰਥਾਂ ਰੂਪੀ ਪਾਣੀ ਭਰਿਆ ਹੋਇਆ। ਇਹ ਸਾਨੂੰ ਖਿੱਚ ਪਾਉਂਦੇ ਨੇ ਪਦਾਰਥ, ਔਰ ਇਸੇ ਤਰ੍ਹਾਂ ਵਿਕਾਰਾਂ ਦੀਆਂ ਘੁੰਮਣ ਘੇਰੀਆਂ ਹਨ, ਅਤੇ ਵਾਸ਼ਨਾ ਤ੍ਰਿਸ਼ਨਾ ਦੀਆਂ ਛੱਲਾਂ ਚੱਲ ਰਹੀਆਂ। ਇਹਦੇ ਵਿੱਚੋਂ ਹੁਣ ਅਸੀਂ ਇੰਨੀ ਸਮਰੱਥਾ ਨਹੀਂ ਰੱਖਦੇ ਵੀ ਪਾਰ ਲੰਘ ਜਾਈਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਹੁਤ ਵੱਡੇ ਮਹਾਨ ਜਹਾਜ਼ ਹਨ, ਅਤੇ ਉਹ ਸਾਨੂੰ ਪਰਮਾਤਮਾ ਦੇ ਭੈ ਨਾਲ ਜੋੜਦੇ ਨੇ। ਜੇ ਅਸੀਂ ਵਾਹਿਗੁਰੂ ਦਾ ਭੈ ਨਾ ਰੱਖੀਏ ਮਨ 'ਚ, ਆਪ ਉਧਰੇ ਕੰਮ ਕਰੀਏ, ਭੈ ਨੂੰ ਤਿਆਗ ਦੀ ਕਿ ਰੱਬ ਕਿਹੜਾ ਵੇਖਿਆ ਕਿਸ ਨੇ, ਉਹ ਕਿਹੜਾ ਇੱਥੇ ਹੈਗਾ ਕਿ ਨਹੀਂ ਹੈਗਾ, ਕੀ ਪਤਾ। ਭੈ ਬਿਨ ਕੋਈ ਨਾ ਲੰਘਸ ਪਾਰ। ਵਾਹਿਗੁਰੂ ਦੇ ਉਜਲ ਭੈ ਨੂੰ ਧਾਰਨ ਕੀਤੇ ਤੋਂ ਬਗੈਰ ਕੋਈ ਪਾਰ ਨਹੀਂ ਲੰਘੇਗਾ, ਕੋਈ ਪਾਰ ਨਹੀਂ ਲੰਘਦਾ ਹੈ। ਭੈ ਭਉ ਰਾਖਿਆ ਭਾਏ ਸਵਾਰ। ਫਿਰ ਜਿਹੜੇ ਪਾਰ ਲੰਘਣ ਵਾਲੇ, ਉਹਨਾਂ ਕੀ ਕੀਤਾ, ਕਹਿੰਦੇ ਭੈ ਜਿਨ੍ਹਾਂ ਨੇ ਧਾਰਨ ਕੀਤਾ, ਉਹਨਾਂ ਨੇ ਪ੍ਰੇਮ ਦੁਆਰਾ ਸਵਾਰ ਕੇ ਵਾਹਿਗੁਰੂ ਦੇ ਭਉ ਨੂੰ ਹਿਰਦੇ 'ਚ ਟਿਕਾਇਆ ਹੋਇਆ, ਰੱਖਿਆ ਹੋਇਆ, ਅੰਦਰ ਵਸਾਇਆ ਹੋਇਆ ਪਰਮਾਤਮਾ ਦੇ ਭਉ ਡਰ ਨੂੰ। ਜਿਨ੍ਹਾਂ ਦੇ ਤਾਂ ਹੀ ਭੈ ਪੈ ਗਿਆ ਨਾ, ਜਿਨ੍ਹਾਂ ਦੇ ਹਿਰਦੇ 'ਚ ਭੈ ਆ ਗਿਆ ਹੈ, ਇੱਕ ਵਾਰੀ ਭੈ ਦਾ ਅਸਰ ਪੈ ਗਿਆ, ਉਹਨਾਂ ਨੇ ਭਾਏ ਪ੍ਰੇਮ ਦੁਆਰਾ ਸਵਾਰ ਕੇ ਆਪਣੇ ਮਨ ਦੇ ਅੰਦਰ ਵਾਹਿਗੁਰੂ ਦੇ ਡਰ ਨੂੰ ਟਿਕਾਇਆ ਹੋਇਆ ਰਹਾਓ। ਭੈ ਤਨ ਅਗਨ ਭਾਖੈ ਭੈ ਨਾਲ। ਜੋ ਵਾਹਿਗੁਰੂ ਦਾ ਭੈ, ਜਿਵੇਂ ਭੈ ਪਿਆ ਤਨ ਖੀਣ ਹੋਏ, ਲੋਭ ਰਤ ਵਿੱਚੋਂ ਜਾਏ, ਜਿਉਂ ਬੈਸੰਤਰ ਧਾਤ ਸੁੱਧ ਹੋਏ, ਤਿਉਂ ਹਰ ਕਾ ਭਉ ਦੁਰਮਤ ਮੈਲ ਗਵਾਏ। ਭੈ ਇੱਕ ਅਗਨੀ ਹੈ, ਕਹਿੰਦੇ ਤਨ ਦੇ ਅੰਦਰ ਜਿਹੜਾ ਵਾਹਿਗੁਰੂ ਦਾ ਭੈ, ਇਹ ਮੰਨੋ ਕਿ ਅੱਗ ਬਲ ਪੈਂਦੀ ਹੈ। ਅੱਗ ਦਾ ਮਤਲਬ ਤੀਬਰ ਤਾਂਘ ਬਣ ਜਾਂਦੀ ਹੈ, ਵਾਹਿਗੁਰੂ ਦੇ ਮਿਲਾਪ ਦੀ ਇੱਛਾ ਤਾਂਘ ਬਣ ਜਾਂਦੀ। ਭਖੈ ਭੈ ਨਾਲ, ਜਿਹੜੀ ਵਾਹਿਗੁਰੂ ਦੇ ਮਿਲਣ ਦੀ ਤਾਂਘ ਹੈ ਨਾ, ਜਿਵੇਂ ਜਿਵੇਂ ਜੀਵ ਅੰਦਰ ਭੈ ਨੂੰ ਧਾਰਨ ਕਰਦਾ, ਇਸ ਭੈ ਦੇ ਨਾਲ ਇਹ ਅੱਗ ਹੋਰ ਮੱਚਦੀ ਹੈ, ਤਾਂਘ ਤੀਬਰ ਹੋਈ ਜਾਂਦੀ ਹੈ। ਇਹ ਸੇਕ ਇਸ ਅਗਨੀ ਦਾ ਵੱਧਦਾ ਜਾਂਦਾ, ਹੋਰ ਮਿਲਣ ਦੀ ਤੀਬਰ ਤਾਂਘ ਬਣਦੀ, ਛੇਤੀ ਵਾਹਿਗੁਰੂ ਨੂੰ ਮਿਲ ਪਈ ਹੈ। ਵਾਹਿਗੁਰੂ ਦੇ ਮਿਲਣ ਤੋਂ ਬਗੈਰ ਜੀਵਨ ਅਧੂਰਾ ਹੈ। ਜਿਵੇਂ ਫਰੀਦ ਜੀ ਦੇ ਸਲੋਕਾਂ 'ਚ ਆਇਆ, ਕਾਗਾ ਕਰੰਗ ਢੰਡੋਲਿਆ ਸਗਲਾ ਖਾਇਆ ਮਾਸ, ਇਹ ਦੋਏ ਨੈਣਾ ਮਤ ਛੂਹੋ ਫਿਰ ਦੇਖਣ ਕੀ ਆਸ। ਕਾਗਾ ਚੂੰਡ ਨਾ ਪਿੰਜਰਾ ਬਸੈ ਤਾਂ ਉੱਡਰ ਜਾਹੇ, ਜਿਤ ਪਿੰਜਰਾ ਮੇਰਾ ਸੋਹ ਵਸੈ ਮਾਸ ਨਾ ਤਿੱਦੂ ਖਾਏ। ਸੋ ਇਸ ਪ੍ਰਕਾਰ ਫਰੀਦ ਜੀ ਨੇ ਅਕਾਲ ਪੁਰਖ ਪਰਮਾਤਮਾ ਨੂੰ ਕਿਹਾ ਹੈ, ਇਹ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ। ਸੋ ਇਸ ਪ੍ਰਕਾਰ ਫਰੀਦਾ ਚਿੰਤ ਖਟੋਲਾ, ਵਾਹਿਗੁਰੂ ਦੇ ਨਾਮ ਮਿਲਣ ਕਰਕੇ ਜਿਹੜੀ ਚਿੰਤਾ ਵੀ ਜੇ ਮਰ ਗਏ ਪਹਿਲਾਂ ਹੀ ਪਰਮਾਤਮਾ ਮਿਲਿਆ ਹੀ ਨਾ,
ਚਿੰਤ ਖਟੋਲਾ ਇਹ ਸਾਡਾ 4 ਪਾਈ ਪਲੰਘਾ ਮੰਜਾ ਹੈ। ਇਹ ਸਾਡਾ ਖਟੋਲਾ ਹੈ ਮੰਜਾ ਜਿਸ 'ਤੇ ਅਸੀਂ ਸੌਂਦੇ ਹਾਂ। ਚਿੰਤ ਖਟੋਲਾ ਵਾਣ ਦੁੱਖ, ਇਸ ਮੰਜੇ ਦਾ ਵਾਣ ਕਿਹਾ ਹੈ ਜੋ ਵਾਹਿਗੁਰੂ ਦੀ ਨਾਮ ਪ੍ਰਾਪਤੀ ਦਾ ਸਾਨੂੰ ਦੁੱਖ ਮਹਿਸੂਸ ਹੋ ਰਿਹਾ। ਬਿਰਹਿ ਵਿਛਾਵਣ ਲੇਫ, ਤੇ ਜਿਹੜੀ ਬਿਰਹੋਂ ਉਤਕੰਠਾ ਤੀਬਰ ਤਾਂਘ ਹੈ ਵਾਹਿਗੁਰੂ ਨੂੰ ਮਿਲਣ ਦੀ, ਇਹ ਵਿਛਾਉਣ ਵਾਲੀ ਤੁਲਾਈ ਤੇ ਉੱਪਰ ਲੈਣ ਵਾਲੀ ਇਹੋ ਹੀ ਸਾਡੀ ਰਜਾਈ ਹੈ। ਇਹ ਹਮਾਰਾ ਜੀਵਨ, ਇਹੋ ਜਿਹਾ ਸਾਡਾ ਜੀਵਨ ਹੈ। ਤੂੰ ਸਾਹਿਬ ਸੱਚੇ ਵੇਖ, ਇਹ ਸੱਚੇ ਅਕਾਲ ਪੁਰਖ ਕਦੇ ਸਾਡੇ ਵੱਲ ਵੀ ਤੱਕ। ਕਦੋਂ ਤੇਰੀ ਨਜ਼ਰ ਸਾਡੇ 'ਤੇ ਪਵੇਗੀ, ਕਦੋਂ ਤੂੰ ਪ੍ਰਸੰਨ ਹੋਏਗਾ, ਕਦੋਂ ਬਖਸ਼ਿਸ਼ ਦੇ ਘਰ ਜਾਏਗਾ। ਇਸ ਪ੍ਰਕਾਰ ਉਹ ਪ੍ਰਮਾਤਮਾ ਦੇ ਪਿਆਰਿਆਂ ਨੂੰ ਇਸ ਭੈ ਦੁਆਰਾ ਹੀ ਤੀਬਰ ਤਾਂਘ ਰੂਪ ਅਗਨੀ ਅੰਦਰ ਬਲਦੀ ਹੈ ਤੇ ਭੈ ਦੇ ਨਾਲ ਵਸਣ ਕਰਕੇ ਉਹ ਭਖਦੀ ਹੈ, ਵੱਧਦੀ ਜਾਂਦੀ ਹੈ। ਭੈ ਭਉ ਘੜੀਐ ਸ਼ਬਦ ਸਵਾਰ। ਇਸ ਪ੍ਰਕਾਰ ਜਿਵੇਂ ਜਪਜੀ ਸਾਹਿਬ 'ਚ ਆਇਆ ਘੜੀਐ ਸ਼ਬਦ ਸੱਚੀ ਟਕਸਾਲ, ਉੱਥੇ ਬਚਨ ਜਤ ਪਹਾਰਾ ਧੀਰਜ ਸੁਨਿਆਰ, ਅਹਰਣ ਮਤ ਵੇਦ ਹਥਿਆਰ। ਉੱਥੇ ਬਚਨ ਆਇਆ ਭਉ ਖੱਲਾ, ਰੱਬ ਦਾ ਭਉ ਖੱਲਾ, ਧੌਂਕਣੀ ਫੂੰਕਾ ਮਾਰਨ ਵਾਲੀ। ਅਗਨ ਤਪ ਤਾਓ, ਭਾਂਡਾ ਭਾਓ ਅੰਮ੍ਰਿਤ ਢਾਲ। ਘੜੀਐ ਸ਼ਬਦ ਸੱਚੀ ਟਕਸਾਲ, ਸ਼ਬਦ ਘੜਿਆ ਜਾਂਦਾ। ਭੈ ਭਉ ਘੜੀਐ ਸ਼ਬਦ ਸਵਾਰ, ਗੁਰੂ ਕੇ ਸ਼ਬਦ ਰਾਹੀਂ ਆਪਣੇ ਮਨ ਨੂੰ ਸਵਾਰਿਆ ਜਾਂਦਾ ਹੈ, ਜਾਂ ਇੰਜ ਕਹਿ ਲਓ ਵੀ ਮਨ ਘੜਿਆ ਜਾਂਦਾ। ਮਨ ਬੁੱਧ ਚਿੱਤ ਅਹੰਕਾਰ ਇਹ ਘੜੇ ਜਾਂਦੇ ਨੇ। ਇਹ ਘੜੇ ਗਏ ਤੇ ਮੁਖ ਤੋਂ ਬੋਲਿਆ ਸ਼ਬਦ ਵੀ ਸਵਾਰਿਆ ਗਿਆ, ਸਮਝੋ ਵੀ ਸ਼ਬਦ ਘੜਿਆ ਗਿਆ। ਭੈ ਪਰਮਾਤਮਾ ਦਾ, ਤੇ ਇਸ ਪ੍ਰਕਾਰ ਇਸ ਭੈ ਦੇ ਨਾਲ ਜੁੜਨ ਵਾਲਾ ਜਿਹੜਾ ਹੈ ਉਹ ਭਉ ਦੁਆਰਾ ਹੀ, ਗੁਰੂ ਦੇ ਸ਼ਬਦ ਦੁਆਰਾ ਹੀ ਆਪਣੇ ਮਨ ਨੂੰ ਘੜ ਲੈਂਦਾ, ਚੰਗੀ ਤਰ੍ਹਾਂ ਸਵਾਰਦਾ। ਸ਼ਬਦ ਰਾਹੀਂ ਆਪਣਾ ਆਪ ਸਵਾਰ ਕੇ ਉਹ ਆਪਣੇ ਮਨ ਦੇ ਤਾਈਂ ਘੜ ਲੈਂਦਾ ਹੈ। ਭੈ ਬਿਨ ਘਾੜਤ ਕੱਚਨ ਕੱਚ, ਵਾਹਿਗੁਰੂ ਦੇ ਭੈ ਤੋਂ ਬਗੈਰ ਜਿਹੜੀ ਸਾਡੀ ਅੰਦਰਲੀ ਘਾੜਤ ਹੈ, ਚਾਹੇ ਮੁਖ ਤੋਂ ਬੋਲਣ ਵਾਲੇ ਬਚਨਾਂ ਦੀ ਘਾੜਤ ਹੈ, ਮਨ ਦੀ ਹੈ, ਬੁੱਧ ਦੀ ਹੈ, ਚਿੱਤ ਅਹੰਕਾਰ ਆਦਿਕ ਜਿਹੜਾ ਅੰਤਸ਼ਕਰਨ ਹਿਰਦਾ, ਇਹਦੀ ਜਿਹੜੀ ਘਾੜਤ ਆ ਨਾ ਰੱਬ ਦੇ ਭੈ ਤੋਂ ਬਗੈਰ, ਇਹ ਕੱਚੀ ਤੋਂ ਕੱਚੀ, ਕੱਚਨ ਕੱਚ, ਕੱਚੇ ਤੋਂ ਕੱਚੀ ਇਹ ਘਾੜਤ ਹੈ। ਇਹਦੇ ਵਿੱਚ ਕੋਈ ਵੀ ਪਕਿਆਈ ਨਹੀਂ ਹੈ। ਭਾਵੇਂ ਨਾ ਬੋਲਾਂ ਵਿੱਚ, ਉਸ ਦੇ ਬੋਲਾਂ ਵਿੱਚ ਵੀ ਕੋਈ ਤਾਕਤ ਨਹੀਂ ਹੈ। ਅੰਧਾ ਸੱਚਾ ਅੰਧੀ ਸੱਟ, ਜਿਵੇਂ ਇੱਟਾਂ ਬਣਾਉਣ ਵਾਲੇ ਇੱਕ ਸੱਚਾ, ਸਾਡੇ ਮਾਝੇ 'ਚ ਨੂੰ ਸੱਚਾ ਹੀ ਕਹਿੰਦੇ ਨੇ, ਉਂਝ ਸੰਚਾ ਵੀ ਕਹਿੰਦੇ ਨੇ। ਸੰਚਾ ਜਿਹੜਾ ਹੁੰਦਾ ਜਿਹਦੇ 'ਚ ਮਿੱਟੀ ਪਾਈ ਜਾਂਦੀ, ਉਹਦੇ ਉੱਪਰ ਹੀ ਅੱਖਰ ਲਿਖੇ ਹੋਏ ਹੁੰਦੇ ਨੇ, ਉਹੀ ਇੱਟਾਂ ਦੇ ਉੱਪਰ ਅੱਖਰ ਛਪ ਜਾਂਦੇ ਨੇ। ਸੋ ਇਸ ਪ੍ਰਕਾਰ ਜਿਹੜਾ ਸੱਚਾ ਹੀ ਅੰਧਾ ਹੈ, ਭਾਵ ਅੱਖਰ ਮਿਟੇ ਹੋਏ ਨੇ, ਤੇ ਜਿਹੜਾ ਉੱਪਰੋਂ ਠੱਪਣਾ ਉਸ ਮਿੱਟੀ ਨੂੰ ਵਿੱਚ ਪਾ ਕੇ, ਜਾਂ ਸੋਨਾ ਹੋਇਆ ਜਾਂ ਮਿੱਟੀ ਹੋਈ, ਜਿਵੇਂ ਸੋਨੇ ਦੀ ਇੱਟ ਬਣਾਉਣੀ ਹੈ, ਸੋਨਾ ਢਾਲ ਕੇ ਵਿੱਚ ਪਾਉਣਾ ਉਸ ਸੰਚੇ ਦੇ, ਤੇ ਫਿਰ ਉਹ ਇੱਟ ਜੀ ਬਣ ਜਾਣੀ ਹੈ। ਜਾਂ ਸਿੱਕਾ ਵੀ ਬਣਾਉਣਾ, ਕੋਈ ਚੀਜ਼ ਬਣਾਉਣੀ, ਅਕਸਰ 'ਚ ਸੱਚੇ ਵਿੱਚ ਪਾ ਕੇ ਬਣਾਈ ਜਾਂਦੀ ਹੈ। ਸੋ ਉਹਨਾਂ ਦਾ ਹਿਰਦਾ ਰੂਪੀ ਸੱਚਾ ਵੀ ਜਿਹੜਾ ਹੈ ਨਾ ਸੰਚਾ, ਉਹ ਅੰਧਾ ਹੈ। ਤੇ ਜਿਹੜਾ ਉਸ ਹਿਰਦੇ ਦੇ ਵਿੱਚ ਵਸਤੂ ਪਾਉਣੀ, ਉਹਨੂੰ ਠੱਪਣਾ ਉੱਪਰੋਂ, ਉਹ ਸੱਟ ਮਾਰਨੀ, ਉਹ ਵੀ ਅੰਧੀ ਹੈ, ਅੰਨਿਆਂ ਵਾਲੀ ਹੈ। ਸੋ ਇਸ ਪ੍ਰਕਾਰ ਉਹ ਘਾੜਤ ਵੀ ਫਿਰ ਕੱਚਿਆਂ ਤੋਂ ਕੱਚੀ ਹੋਈ। ਉਹਨਾਂ ਦੇ ਉਪਦੇਸ਼ ਵਿੱਚ ਵੀ ਕੋਈ ਤਾਕਤ ਨਹੀਂ ਹੈ। ਉੱਥੇ ਜੋ ਵੀ ਹਿਰਦੇ 'ਚ ਘਾੜਤ ਘੜੀ ਗਈ ਰੱਬ ਦੇ ਭੈ ਤੋਂ ਬਗੈਰ, ਉਹ ਕੱਚੀ ਤੋਂ ਕੱਚੀ ਹੈ, ਸਭ ਕੁਝ ਅੰਨਿਆਂ ਵਾਲਾ ਹੀ ਹੈ। ਉਸ ਦੇ ਉਪਦੇਸ਼ ਦੁਆਰਾ ਵੀ ਅੰਨੇ ਹੀ ਪੈਦਾ ਹੋਣਗੇ। ਉਸ ਦੇ ਉਪਦੇਸ਼ ਨਾਲ, ਉਹਦੇ ਬਚਨਾਂ ਨਾਲ ਵੀ ਲੋਕਾਂ ਵਿੱਚ ਜਾਗਰਤੀ ਨਹੀਂ ਆਉਣੀ, ਸੁਚੇਤਤਾ ਨਹੀਂ ਆਉਣੀ, ਅੰਨੇ ਦੇ ਅੰਨੇ ਹੀ ਰਹਿਣਗੇ। ਬੁੱਧੀ ਬਾਜੀ ਉਪਜੈ ਚਾਓ, ਜਿਸ ਵਿਅਕਤੀ ਦੀ ਬੁੱਧੀ ਸੰਸਾਰ ਖੇਡ ਵਿੱਚ ਪਰਚੀ ਹੋਈ ਹੈ, ਸੰਸਾਰ ਵਸਿਆ ਹੋਇਆ ਬੁੱਧੀ ਦੇ ਅੰਦਰ, ਆਤਮ ਵਿਛਾਣੀ ਬੁੱਧ ਨਹੀਂ ਹੈ, ਪਰਮਾਤਮਾ ਦਾ ਆਤਮਾ ਦਾ ਨਿਰਣਾ ਕਰਨ ਵਾਲੀ ਬੁੱਧ ਨਹੀਂ, ਸੰਸਾਰਾਕਾਰ ਵਿਹਾਰਾਕਾਰ ਵਿਕਾਰਨ ਬੁੱਧੀ ਹੈ। ਉੱਥੇ ਬਾਜੀ ਜੋ ਸੰਸਾਰ ਹੈ ਨਾ, ਕਹੋ ਕਬੀਰ ਬਾਜੀ ਜਗ ਭਾਈ, ਕਬੀਰ ਜੀ ਕਹਿੰਦੇ ਜਗਤ ਬਾਜੀ ਹੈ, ਪਰ ਬਾਜੀਗਰ ਸੋ ਮੋਹਿ ਪ੍ਰੀਤ ਬਣ ਆਈ। ਕਹੋ ਕਬੀਰ ਬੁੱਧ ਹਰ ਲਈ ਮੇਰੀ, ਬੁੱਧ ਬਦਲੀ ਸਿੱਧ ਪਾਈ। ਬੁੱਧੀ ਉਲਟੇਗੀ ਸੰਸਾਰ ਵੱਲੋਂ, ਤੇ ਤਾਂ ਹੀ
ਵਾਹਿਗੁਰੂ ਨਿਰੰਕਾਰ ਨਾਲ ਜੁੜ ਕੇ ਨਿਰੰਕਾਰ ਦੀ ਪ੍ਰਾਪਤੀ ਹੁੰਦੀ ਹੈ। ਜਿਸ ਬੁੱਧੀ ਵਿੱਚ ਵਸਿਆ ਹੀ ਸੰਸਾਰ ਹੈ ਤੇ ਉਪਜਿਆ ਚਾਉ, ਸੰਸਾਰ ਦੇ ਰੰਗ ਤਮਾਸ਼ੇ ਵੇਖਣ ਦਾ ਚਾਅ ਉਪਜਦਾ ਹੈ, ਸੰਸਾਰ ਦੀਆਂ ਗੱਲਾਂ ਸੁਣਨ ਦਾ ਚਾਅ ਉਪਜਦਾ ਹੈ। ਵੇਖ ਲਓ, ਆਪਣੀ ਅਵਸਥਾ ਨੂੰ ਤੱਕੜੀ 'ਚ ਪਾ ਕੇ ਅਸੀਂ ਤੋਲ ਸਕਦੇ ਹਾਂ। ਰਾਤ ਦੇ 10-11 ਵਜੇ ਤੱਕ ਗੱਲਾਂ ਕਰ ਸਕਦੇ ਹਾਂ ਬੈਠ ਕੇ ਢਾਣੀ ਬਣਾ ਕੇ। ਪਰ ਅਗਰ ਕੋਈ ਵਿਅਕਤੀ ਕਹਿ ਦੇ ਵੀ ਚਲੋ ਸਮਾਂ ਸਫਲਾ ਕਰ ਲਈਏ, ਇੱਕ ਜਪਜੀ ਸਾਹਿਬ ਦਾ ਪਾਠ ਕਰ ਲਈਏ ਜਾਂ ਸੁਖਮਨੀ ਸਾਹਿਬ ਦਾ ਪਾਠ ਕਰ ਲਈਏ ਜਾਂ ਕੋਈ ਕਥਾ ਵਿਚਾਰ ਸੁਣ ਲਈਏ, ਤੇ ਫਿਰ ਸਾਡੇ ਮਨ ਨੂੰ ਉਸੇ ਵੇਲੇ ਮੌਤ ਪੈਣੀ ਸ਼ੁਰੂ ਹੋ ਜਾਂਦੀ ਹੈ। ਵੀ ਫਿਰ ਘੜੀਆਂ ਵੇਖਣ ਲੱਗ ਪਵਾਂਗੇ, ਮੈਂ ਤਾਂ ਸਵੇਰੇ ਕੰਮ 'ਤੇ ਜਾਣਾ, ਤਾਂ ਭਾਈ ਟਾਈਮ ਬਹੁਤ ਹੋ ਗਿਆ। ਫਿਰ ਸਾਨੂੰ ਸਮਾਂ ਯਾਦ ਆ ਜਾਂਦਾ ਵੀ ਹੁਣ ਰਾਤ ਬੜੀ ਹੋ ਗਈ ਭਾਈ। ਸੋ ਜਿਵੇਂ ਸਮਾਂ ਵਿਅਰਥ ਚੱਲਿਆ ਜਾਂਦਾ, ਪਰ ਜੋ ਗੱਲਾਂ ਕਰਦਿਆਂ ਬਤੀਤ ਹੋ ਰਿਹਾ ਉਹ ਵਿਅਰਥ ਜਾ ਰਿਹਾ ਸੀ, ਉਹਦਾ ਨੁਕਸਾਨ ਹੈ। ਅਤੇ ਜਿਸ ਦਾ ਫਾਇਦਾ ਹੈ, ਲਾਭ ਹੈ, ਉਹ ਨਹੀਂ ਚੰਗਾ ਲੱਗਦਾ, ਕਿਉਂਕਿ ਮਨ ਦੀ ਅਵਸਥਾ ਨੀਵੀਂ ਹੈ। ਇਹਦੇ ਅੰਦਰ ਪੂਰਬਲੇ ਜਨਮਾਂ ਦੇ ਸੰਸਕਾਰ ਬਣੇ ਹੋਏ ਨੇ। ਬੁੱਧੀ 'ਚ ਸੰਸਾਰ ਵਸਿਆ ਹੈ। ਨਿੰਦਿਆ ਚੁਗਲੀ ਸੰਸਾਰ ਦੀ ਸੁਣਨ ਵਿੱਚ ਮਸ਼ਰੂਫ ਹੈ ਮਨ, ਰੰਗ ਤਮਾਸ਼ੇ ਵੇਖਣ ਵਿੱਚ ਮਸ਼ਰੂਫ ਹੈ, ਰੁੱਝਾ ਹੋਇਆ। ਅਤੇ ਇਸ ਪ੍ਰਕਾਰ ਰੰਗ ਰਾਗ ਕੰਨਾਂ ਨਾਲ ਦੁਨੀਆ ਦੇ ਸੁਣਨ ਵਾਸਤੇ ਵੀ ਇਹ ਤਤਪਰ ਹੈ। ਬੜਾ ਸਮਾਂ ਬਤੀਤ ਕਰਦਾ, ਆਪਣੇ ਪੱਲਿਓਂ ਪੈਸੇ ਵੀ ਖਰਚਦਾ। ਬੜੀਆਂ ਉਦਾਹਰਨਾਂ ਸਮਾਜ ਵਿੱਚ ਐਸੀਆਂ ਹਨ। ਬੜਾ ਸਮਾਂ ਵਿਆਹਾਂ ਸ਼ਾਦੀਆਂ 'ਤੇ ਅਸੀਂ ਬਰਬਾਦ ਕਰਦੇ ਹਾਂ। ਹੁੰਦਾ ਵਿਆਹ ਤੇ 4 ਲਾਵਾਂ ਦਾ ਪਾਠ ਕੀਰਤਨ ਜਾਂ ਕਥਾ ਘੜੀ ਕਰਾ ਲਓ, ਘੰਟਾ 2 ਘੰਟੇ ਲੱਗਦੇ ਨੇ। ਪਰ ਅਸੀਂ ਕਈ ਦਿਨਾਂ ਤੋਂ ਚੱਲ ਕੇ ਕਈ ਦਿਨਾਂ ਤੱਕ ਬੜਾ ਸਮਾਂ ਵਿਅਰਥ ਗੁਜ਼ਾਰਦੇ ਹਾਂ। ਬੜੀ ਮਾਇਆ ਜਿਹੜੀ ਸਫਲੀ ਕੀਤੀ ਜਾ ਸਕਦੀ ਭਲੇ ਅਰਥ ਲੋੜਵੰਦਾਂ ਦੀ ਮਦਦ ਕਰਕੇ, ਉਹਨੂੰ ਉਜਾੜਦੇ ਹਾਂ। ਬਹੁਤ ਕੁਛ ਐਸਾ ਕਰਦੇ ਹਾਂ ਜਿਹਦਾ ਕੋਈ ਸਾਨੂੰ ਲਾਭ ਨਹੀਂ। ਮਨ ਦੀ ਨੀਵੀਂ ਹਾਲਤ ਕਰਕੇ ਐਸਾ ਹੈ। ਹਜ਼ੂਰ ਕਹਿੰਦੇ ਨੇ, ਜਿਸ ਦੀ ਬੁੱਧੀ ਵਿੱਚ ਸੰਸਾਰ ਰੂਪੀ ਬਾਜੀ ਖੇਡ ਵਸੀ ਹੋਈ ਹੈ ਤੇ ਇਸ ਖੇਡ ਵਿੱਚ ਹੀ ਚਾਅ ਉਪਜਦਾ ਹੈ ਖੇਡਣ ਨੂੰ, ਇਹਦੇ ਚਾਅ ਮਲਾਰ ਕਰਦਿਆਂ ਉਮਰ ਬਤੀਤ ਹੁੰਦੀ ਹੈ। ਸਹਿਸ ਸਿਆਣਪ ਪਵੈ ਨਾ ਤਾਉ, ਲੱਖਾਂ ਹਜ਼ਾਰਾਂ ਸਿਆਣਪਾਂ, ਸਹਿਸ ਦਾ ਅਰਥ ਵੈਸੇ ਹਜ਼ਾਰ ਹੈ, ਹਜ਼ਾਰਾਂ ਸਿਆਣਪਾਂ ਉਹ ਵਿਅਕਤੀ ਕਰਦਾ ਹੈ ਤੇ ਪਵੈ ਨਾ ਤਾਉ, ਉਸ ਦੇ ਮਨ ਉੱਪਰ ਤਾ ਨਹੀਂ ਪੈਂਦਾ। ਹਜ਼ਾਰਾਂ ਸਿਆਣਪਾਂ ਦੇ ਬਾਵਜੂਦ, ਜਾਂ ਇੰਝ ਕਹਿ ਲਓ ਵੀ ਜਿਹੜਾ ਕੋਈ ਉਪਦੇਸ਼ਕ ਹੈ ਉਹਦੇ ਕੋਲ ਸਿਆਣਪ ਬੜੀ ਹੈ, ਦੁਨਿਆਵੀ ਸਿਆਣਪ, ਦਿਮਾਗੀ ਸੂਝ-ਬੂਝ, ਬੜੀ ਅਕਲ ਹੈ। ਜਿਵੇਂ 4 ਵੇਦਾਂ ਦੇ ਗਿਆਤਾ, 6 ਸ਼ਾਸਤਰਾਂ ਦੇ ਗਿਆਤਾ, 18 ਪੁਰਾਣਾਂ ਦੇ ਗਿਆਤਾ, ਸਿਮਰਤੀਆਂ ਦੇ ਗਿਆਤਾ, ਬੜੇ ਵਿਦਵਾਨ ਲੋਕ ਹੋਏ ਨੇ। ਪਰ ਕੀ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਮਹਾਰਾਜ ਨੇ ਲਿਖਵਾਈ? ਨਹੀਂ, ਕਰਨੀ ਵਾਲਿਆਂ ਦੀ ਲਿਖਵਾਈ। ਕਬੀਰ ਜੀ, ਨਾਮਦੇਵ ਜੀ, ਉਹਨਾਂ ਵਿਦਿਆਲਿਆਂ ਵਿੱਚੋਂ ਜਾ ਕੇ ਯੂਨੀਵਰਸਿਟੀਆਂ 'ਚੋਂ ਤਾਂ ਨਹੀਂ ਵਿੱਦਿਆ ਪੜ੍ਹੀ। ਉਹ ਤਾਂ ਬੜੇ ਉਹਨਾਂ ਘਰਾਂ 'ਚ ਪੈਦਾ ਹੋਏ, ਗਰੀਬ ਜਾਤੀਆਂ 'ਚ ਪੈਦਾ ਹੋਏ ਜਿਨ੍ਹਾਂ ਨੂੰ ਸ਼ੂਦਰ ਕਿਹਾ ਜਾਂਦਾ ਸੀ ਅਤੇ ਵਿੱਦਿਆ ਦਾ ਅਧਿਕਾਰ ਹੀ ਨਹੀਂ ਸੀ। ਪੜ੍ਹਨ ਦਾ ਤਾਂ ਕੀ, ਪੜ੍ਹਾਉਣ ਦਾ ਤਾਂ ਕੀ, ਸੁਣਨ ਦਾ ਵੀ ਅਧਿਕਾਰ ਨਹੀਂ ਸੀ। ਮੰਦਰਾਂ 'ਚ ਹੀ ਨਹੀਂ ਸੀ ਜਾਣ ਦਿੰਦੇ, ਵਿਦਿਆਲਿਆਂ 'ਚ, ਪਾਠਸ਼ਾਲਿਆਂ 'ਚ ਉਹ ਨਹੀਂ ਸੀ ਜਾ ਸਕਦੇ, ਉਪਦੇਸ਼ ਵੀ ਨਹੀਂ ਸੀ ਉਹਨਾਂ ਨੂੰ ਦਿੱਤਾ ਜਾਂਦਾ। ਪਰ ਉਹਨਾਂ ਨੇ ਕਮਾਈ ਕਰਕੇ, ਨਿਸ਼ਚਾ ਵਿਸ਼ਵਾਸ, ਮਨ ਮੰਨ ਗਿਆ, ਕਮਾਈ ਕੀਤੀ ਅਤੇ ਟਿਕਾਣੇ ਪਹੁੰਚੇ। ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਹਜ਼ੂਰ ਨੇ ਲਿਖਵਾਈ ਹੈ, ਯਾਨੀ ਕਰਨੀ ਨੂੰ ਪ੍ਰਧਾਨਤਾ ਦਿੱਤੀ। ਹਜ਼ਾਰਾਂ ਸਿਆਣਪਾਂ, ਦਲੀਲਾਂ, ਉਗਤੀਆਂ, ਜੁਗਤੀਆਂ ਕੋਲ ਹਨ, ਪਰ ਮਨ ਨੂੰ ਤਾ ਨਹੀਂ ਪੈਂਦਾ। ਜਾਂ ਉਹਨਾਂ ਦੇ ਉਪਦੇਸ਼ ਬਚਨ ਨਾਲ ਕਿਸੇ 'ਤੇ ਤਾਉ, ਮਤਲਬ ਅਸਰ, ਜਿਹੜਾ ਅਸਰ ਪ੍ਰਭਾਵ ਹੈ ਉਹ ਤਾਉ ਨਹੀਂ ਲੱਗਦਾ, ਮਨ ਸੁਧਰਦਾ ਨਹੀਂ, ਮਨ ਟਿਕਾਣੇ ਨਹੀਂ ਆਉਂਦਾ। ਹਜ਼ੂਰ ਕਹਿੰਦੇ ਨੇ, ਨਾਨਕ ਮਨਮੁਖ ਬੋਲਣ ਵਾਓ। ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਕਿ ਮਨਮੁਖਤਾਈ ਕਰਕੇ ਜਿਹੜਾ ਬੋਲਣਾ ਹੈ ਨਾ, ਅੰਦਰ ਮਨਮੁਖਤਾਈ ਹੈ, ਅਤੇ ਉਸ ਵਿਅਕਤੀ ਦੇ ਜੋ ਅੰਦਰੋਂ ਮਨ ਦੇ ਪਿੱਛੇ ਲੱਗਾ ਹੋਇਆ, ਉਹਦੇ ਬੋਲ ਜਿਹੜੇ ਵਚਨ ਨੇ, ਉਹਦਾ ਬੋਲਣਾ ਹੈ ਜੋ ਵਾਓ ਹਵਾ ਹੈ, ਭਾਵ ਵਿਅਰਥ ਹੈ। ਅੰਧਾ ਅੱਖਰ ਵਾਓ ਦਵਾਓ, ਉਸ ਦੇ ਮੁਖ ਤੋਂ ਉਚਰਿਆ ਹੋਇਆ ਕੋਈ ਵੀ ਅੱਖਰ ਉਪਦੇਸ਼ ਅੰਨਿਆਂ ਵਾਲਾ ਹੈ। ਜਿਵੇਂ ਉਹ ਆਪ ਅੰਧਾ ਅੰਦਰੋਂ, ਅਤੇ ਉਸ ਦਾ ਅੱਖਰ ਵੀ ਅਗਿਆਨ ਦੇ ਸਹਿਤ ਹੈ, ਅੰਧਾ ਹੈ। ਵਾਓ ਦਵਾਓ, ਊਲ ਜਲੂਲ, ਫਜ਼ੂਲ, ਵਿਅਰਥ,
ਉਹਦੇ ਬਚਨ ਨੇ, ਜਾਂ ਇੰਜ ਵੀ ਅਰਥ ਕੀਤਾ ਕਿ ਉਹਦਾ ਵਰ ਜਾਂ ਸਰਾਪ ਦਿੱਤਾ ਆ, ਉਹਦੀ ਅਸੀਸ ਜਾਂ ਬਦ ਅਸੀਸ ਕਿਸੇ ਅਰਥ ਨਹੀਂ ਹੈ। ਅਤੇ ਜੋ ਗੁਰਮੁਖ ਕਮਾਈ ਵਾਲਾ ਉਹ ਵਰ ਜਾਂ ਸਰਾਪ ਨਹੀਂ ਦਿੰਦਾ, ਪਰ ਸੁਤੇ ਸਿੱਧ ਜੋ ਉਹਦੇ ਮੁਖ ਤੋਂ ਬਚਨ ਨਿਕਲਦਾ ਉਹ ਅਸਰਦਾਇਕ ਹੈ, ਉਹ ਪ੍ਰਭਾਵਸ਼ਾਲੀ ਹੈ। ਤਾਂ ਕਰਕੇ ਕਿਹਾ ਜਾਂਦਾ ਵੀ ਜਿਹੜੇ ਰੱਬ ਦੇ ਸੰਤ ਹੁੰਦੇ ਨੇ ਨਾ, ਫਕੀਰ ਹੁੰਦਾ, ਰੱਬ ਦਾ ਪਿਆਰਾ ਹੁੰਦਾ, ਜੇ ਉਹਦੇ ਨਜ਼ਦੀਕ ਰਹਿਣਾ ਤਾਂ ਉਹਦਾ ਬਚਨ ਮੰਨੇ, ਸਿਵਾ ਕਮਾਏ ਆਖੇ ਲੱਗ ਕੇ ਅਨਸਾਰੀ ਹੋ ਕੇ ਚੱਲੇ ਤੇ ਬਹੁਤ ਲਾਭ ਖੱਟ ਲਏਗਾ। ਜੇ ਤੁਸੀਂ ਬਚਨ ਨਹੀਂ ਮੰਨ ਸਕਦੇ ਜਾਂ ਉਹਦੀ ਹੁਕਮਦੂਲੀ ਕਰਨੀ, ਉਹਦੇ ਉਲਟ ਚੱਲਣਾ, ਤੁਸੀਂ ਆਪਣੇ ਮਨ ਦੀ ਮਰਜ਼ੀ ਕਰਨੀ, ਫਿਰ ਉੱਥੋਂ ਦੂਰ ਦੂਰ ਰਹੋ। ਅਤੇ ਫਿਰ ਰੱਬ ਦੇ ਪਿਆਰਿਆਂ ਨਾਲ ਮਸ਼ਕਰੀਆਂ ਵੀ ਨਾ ਕਰੋ। ਜਿਵੇਂ ਦੁਰਵਾਸਾ ਜੀ ਨੂੰ ਦੁਰਵਾਸਾ ਸਿਉ ਕਰਤ ਠਗੌਰੀ ਜਾਦਵ ਇਹ ਫਲ ਪਾਏ। ਜਾਦਵ ਬੰਸੀ ਜਿਹੜੇ ਲੜਕੇ ਸੀ ਉਹ ਮਖੌਲਾਂ ਹੀ ਕਰਦੇ ਸੀ, ਜਿਸ ਕਰਕੇ ਵਚਨ ਹੋ ਗਿਆ ਸੀ ਤੁਹਾਡੇ ਕੁਲ ਦਾ ਸਤਿਆਨਾਸ਼ ਹੋ ਜਾਣਾ। ਅਤੇ ਇਸ ਤਰ੍ਹਾਂ ਕ੍ਰਿਸ਼ਨ ਜੀ ਦੀ ਕੁਲ ਨਾਸ਼ ਹੋਈ ਸੀ ਜਾਦਵਾਂ ਦੀ। ਸੋ ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਜਿਹੜਾ ਆਮ ਵਿਅਕਤੀ ਮਨਮੁਖ ਹੈ ਨਾ, ਉਹਦਾ ਅੱਖਰ ਉਪਦੇਸ਼ ਵੀ ਅਗਿਆਨ ਦੇ ਸਹਿਤ ਅੰਧਾ ਹੈ। ਵਾਓ ਦਵਾਓ ਵਿਅਰਥ ਹੈ, ਉਹਦਾ ਵਰ ਸਰਾਪ ਸੀਸ ਬਦ ਸੀਸ ਕੋਈ ਮਾਇਨੇ ਨਹੀਂ ਰੱਖਦੀ। ਅਗਲਾ ਸ਼ਬਦ ਹਜ਼ੂਰ ਨੇ ਇਹ ਵੀ ਇਤਿਹਾਸਕ ਗ੍ਰੰਥ ਕਹਿੰਦੇ ਨੇ ਕਿ ਕੌਡੇ ਰਾਖਸ਼ ਦੇ ਪ੍ਰਥਾਏ, ਉਸ ਦੇ ਸਾਹਮਣੇ ਉਸ ਜਗ੍ਹਾ 'ਤੇ ਉਚਾਰਨ ਕੀਤਾ। ਗੌੜੀ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਮਹਾਰਾਜ ਬਚਨ ਫਰਮਾਉਂਦੇ ਨੇ, ਡਰ ਘਰ ਘਰ ਡਰ 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 ਜਾਏ। ਕਹਿੰਦੇ ਵੀ ਜਿਹੜੇ ਪ੍ਰਮਾਤਮਾ ਦੇ ਡਰ ਰੂਪੀ ਘਰ ਵਿੱਚ ਵਸਦੇ ਨੇ, ਡਰ ਘਰ ਜੰਝ ਕਹਿ ਲਓ ਵੀ ਹਿਰਦੇ 'ਚ ਪ੍ਰਮਾਤਮਾ ਦਾ ਹਿਰਦਾ ਘਰ ਹੈ ਨਾ ਸਾਡਾ। ਘਰ ਸ਼ਬਦ ਦੇ ਕਈ ਅਰਥ ਨੇ। ਇੱਕ ਘਰ ਤਾਂ ਹੈ ਜਿਹੜੇ ਮਕਾਨ ਇੱਟਾਂ ਵੱਟਿਆਂ ਦੇ ਬਣੇ ਹੋਏ, ਲੱਕੜ ਦੇ ਬਣੇ ਹੋਏ, ਲੋਹਾ ਆਦਿਕ ਲੱਗਾ ਹੋਇਆ, ਚੂਨੇ ਗੱਚ ਲੱਗੇ ਹੋਏ, ਕੱਚੇ ਜਾਂ ਪੱਕੇ ਜੋ ਵੀ ਜਿਨ੍ਹਾਂ 'ਚ ਰਹਿੰਦੇ ਆ। ਇਹਨਾਂ ਬਾਰੇ ਤਾਂ ਹਜ਼ੂਰ ਦਾ ਬਚਨ ਹੈ, ਘਰ ਛੱਡਣੇ ਰਹਿ ਨਾ ਕੋਈ। ਇੱਕ ਘਰ ਹਜ਼ੂਰ ਨੇ ਕਿਹਾ ਪ੍ਰਲੋਕ ਨੂੰ, ਜਿਹ ਘਰ ਮੈਂ ਤੁਧ ਰਹਿ ਨਾ ਬਸਣਾ, ਸੋ ਘਰ ਚੀਤ ਨਾ ਆਇਓ। ਜੰਝ ਕਿਹਾ ਜੋ ਘਰ ਛੱਡ ਗਵਾਉਣਾ, ਇਹ ਦੁਨੀਆ ਦਾ ਘਰ ਜਿਹੜਾ ਛੱਡ ਕੇ ਗਵਾ ਕੇ ਚਲੇ ਜਾਣਾ। ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਧ ਵਰਤਣਾ, ਤਿਸ ਕੀ ਚਿੰਤਾ ਨਾ ਹੈ। ਦੂਜਾ ਘਰ ਹੈ ਸਾਡਾ ਸਰੀਰ, ਅਤੇ ਇਸ ਘਰ ਦੇ ਅੰਦਰ ਇੱਕ ਹੋਰ ਘਰ ਹੈ ਜਿਹਨੂੰ ਹਿਰਦਾ ਕਿਹਾ ਜਾਂਦਾ। ਉਸ ਹਿਰਦੇ ਦੇ ਅੰਦਰ ਫਿਰ ਇੱਕ ਹੋਰ ਘਰ ਹੈ ਜਿਸ ਨੂੰ ਕਹਿੰਦੇ ਨੇ ਸਰੂਪ ਰੂਪੀ ਘਰ, ਆਤਮਾ ਦਾ ਗਿਆਨ। ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬਹੁ ਰਨਾ ਹੋਏਗੋ ਫੇਰਾ। ਸੋ ਇਸ ਪ੍ਰਕਾਰ ਹਜ਼ੂਰ ਕਹਿੰਦੇ ਹਿਰਦੇ ਰੂਪੀ ਘਰ 'ਚ ਜਿਨ੍ਹਾਂ ਦੇ ਡਰ ਪੈ ਗਿਆ ਨਾ ਪਰਮੇਸ਼ਰ ਦਾ, ਉਹ ਫਿਰ ਵਾਹਿਗੁਰੂ ਦੇ ਡਰ ਦੇ ਵਿੱਚ ਹੀ ਵਾਸਾ ਕਰ ਲੈਂਦੇ ਨੇ। ਉਹ ਆਪਣਾ ਘਰ ਹੀ ਬਣਾ ਲੈਂਦੇ ਆ ਵਾਹਿਗੁਰੂ ਦੇ ਡਰ ਨੂੰ। ਅਤੇ ਡਰ ਡਰ ਜਾਏ, ਉਸ ਡਰ ਰਾਹੀਂ ਪਰਮਾਤਮਾ ਦੇ ਉਜਲ ਭੈ ਰਾਹੀਂ ਡਰ ਜਾਏ। ਦੁਨਿਆਵੀ ਡਰ ਸਭ ਚਲਾ ਜਾਂਦਾ, ਕੋਈ ਡਰ ਨਹੀਂ ਰਹਿ ਜਾਂਦਾ। ਅਤੇ ਫਿਰ ਪ੍ਰਸ਼ਨ ਉੱਠਿਆ ਕਿ ਮਹਾਰਾਜ ਜੀ ਡਰ ਤਾਂ ਪਰਮਾਤਮਾ ਦਾ ਸਾਰੇ ਹੀ ਰੱਖਦੇ ਨੇ। ਤਾਂ ਹਜ਼ੂਰ ਕਹਿੰਦੇ ਨਹੀਂ, ਵਿਖਾਵਾ ਹੈ। ਕਹਿੰਦੇ ਹੈਨ ਪਰਮਾਤਮਾ ਹੈ। ਇੱਕ ਬੇਨਤੀ ਹੈ ਭਈ ਅੱਧਿਓਂ ਵੱਧ ਤਾਂ ਦੁਨੀਆ ਨਾਸਤਕ ਹੈ, ਪਰ ਜਿਹੜੇ ਅਸੀਂ ਆਸਤਕ ਕਹਾਉਣ ਵਾਲੇ ਹਾਂ, ਈਸਾਈ ਹੋਏ ਜਾਂ ਹਿੰਦੂ ਹੋਏ, ਮੁਸਲਮਾਨ ਹੋਏ, ਯਹੂਦੀ ਹੋਏ, ਪਾਰਸੀ ਹੋਏ, ਜੈਨੀ, ਬੋਧੀ ਜਾਂ ਅਸੀਂ ਸਿੱਖ, ਜਿੰਨੇ ਵੀ ਅਕਸਰ ਤੇ ਧਰਮ ਆਸਤਕਤਾ ਵਿੱਚੋਂ ਨਿਕਲੇ ਨਾ। ਅਸੀਂ ਜਿਹੜੇ ਆਸਤਕ ਕਹਾਉਂਦੇ ਹਾਂ ਕਿਸੇ ਵੀ ਮਤ ਧਰਮ ਫਿਰਕੇ ਦੇ, ਅਸੀਂ ਹਾਂ ਆਸਤਕ ਕਹਾਉਂਦੇ ਹਾਂ, ਪਰ ਅਸੀਂ ਆਸਤਕ ਕੁਝ ਕਾਫੀ ਗਿਣਤੀ 'ਚ ਨਾਸਤਕਾਂ ਨਾਲੋਂ ਵੀ ਥੱਲੇ ਆ। ਕਿਉਂਕਿ ਜ਼ਬਾਨ ਤੋਂ ਕਹਿੰਦੇ ਹਾਂ ਕਿ ਅਸੀਂ ਪਰਮਾਤਮਾ ਦੇ ਆਸਤਕ ਹਾਂ, ਆਸਥਾ ਰੱਖਦੇ ਹਾਂ, ਰੱਬ 'ਤੇ ਵਿਸ਼ਵਾਸ ਆ ਸਾਨੂੰ, ਅਸੀਂ ਆਸਤਕ ਹਾਂ, ਰੱਬ ਨੂੰ ਮੰਨਣ ਵਾਲੇ, ਪਰਮਾਤਮਾ 'ਤੇ ਵਿਸ਼ਵਾਸ ਰੱਖਣ ਵਾਲੇ, ਪਰ ਅਸਲ ਮਾਇਨਿਆਂ ਵਿੱਚ ਵਿਸ਼ਵਾਸ ਨਹੀਂ ਹੈ। ਉਹ ਬਚਨ ਇੱਥੇ ਹਜ਼ੂਰ ਕਰ ਰਹੇ ਨੇ ਕਿ ਜੇ ਕਹੀਏ ਵੀ ਸਾਰਿਆਂ ਦੇ ਅੰਦਰ ਹੀ ਪਰਮਾਤਮਾ ਦਾ ਡਰ ਹੈ, ਜੇ ਡਰ ਹੋਏ ਤਾਂ ਫਿਰ ਮੰਦ ਕਰਮ ਦੁਨੀਆ 'ਤੇ ਨਹੀਂ ਰਹਿ ਸਕਦੇ। ਜਿੰਨੇ ਵੀ ਅਸੀਂ ਧਾਰਮਿਕ ਲੋਕ ਹਾਂ, ਜੇ ਸਾਰੇ ਧਰਮੀ ਹੋਈਏ, ਅਸਲ ਮਾਇਨੇ ਧਰਮੀ, ਪਰਮਾਤਮਾ ਨੂੰ ਅਸਲ ਮੰਨਣ ਵਾਲੇ, ਅਤੇ ਫਿਰ ਤਾਂ ਬੁਰਾ ਕਰਮ ਹੱਥੋਂ ਹੋ ਨਹੀਂ ਸਕਦਾ। ਪਰ ਮਨ ਦੀ ਅਵਸਥਾ ਕਦੇ ਆਸਤਕ ਹੁੰਦਾ, ਜਾਂ ਪਰਮਾਤਮਾ ਨੂੰ ਦੂਰ ਜਾਣਦਾ ਜਾਂ
ਮਨ ਕਹਿੰਦਾ ਹੈ ਹੀ ਨਹੀਂ, ਤਾਂ ਹੀ ਬੁਰਾ ਕਰਮ ਹੁੰਦਾ। ਹਜ਼ੂਰ ਕਹਿੰਦੇ ਭਾਈ ਸੋ ਡਰ ਕਿਹਾ, ਉਹ ਡਰ ਕਿਹੋ ਜਿਹਾ ਹੋਵੇਗਾ? ਜਿਤ ਡਰ ਡਰ ਪਾਏ। ਜਿਸ ਡਰ ਦੇ ਹੁੰਦਿਆਂ ਹੋਰ ਵੀ ਡਰ ਵਿਆਪਣ, ਦੁਨਿਆਵੀ ਡਰ ਵੀ ਮਨੁੱਖ ਪ੍ਰਾਪਤ ਕਰੇ, ਡਰੇ ਵੀ। ਤੁਧ ਬਿਨ ਦੂਜੀ ਨਾਹੀ ਜਾਏ। ਹੁਣ ਵਾਹਿਗੁਰੂ ਦੇ ਸਨਮੁਖ ਬਚਨ ਹੈ, ਹੇ ਵਾਹਿਗੁਰੂ ਜੀ, ਤੁਹਾਡੇ ਤੋਂ ਬਗੈਰ ਹੋਰ ਦੂਜੀ ਕੋਈ ਜਗ੍ਹਾ ਹੀ ਨਹੀਂ ਹੈ। ਜੋ ਕਿਛ ਵਰਤੈ ਸਭ ਤੇਰੀ ਰਜਾਏ। ਜਿਨ੍ਹਾਂ ਗੁਰਮੁਖਾਂ ਨੇ ਡਰ ਧਾਰਨ ਕੀਤਾ, ਕਹਿੰਦੇ ਹੇ ਵਾਹਿਗੁਰੂ, ਤੁਹਾਡੇ ਤੋਂ ਬਗੈਰ ਹੋਰ ਕੋਈ ਦੂਜੀ ਜਗ੍ਹਾ ਹੀ ਨਹੀਂ ਜਿੱਥੇ ਨਿਡਰ ਹੋ ਕੇ ਰਹੀਏ। ਜਿਸ ਹੋਰ ਦਾ ਡਰ ਮੰਨੀਏ ਉਹ ਤਾਂ ਹੈ ਹੀ ਨਹੀਂ ਕੁਛ। ਅਤੇ ਜੋ ਕੁਛ ਵੀ ਵਰਤ ਰਿਹਾ ਉਹ ਤੁਹਾਡੀ ਰਜਾ ਵਿੱਚ ਵਰਤ ਰਿਹਾ ਹੈ। ਡਰੀਏ ਜੇ ਡਰ ਹੋਵੇ ਹੋਰ। ਪ੍ਰਸ਼ਨ ਉੱਠਿਆ, ਮਹਾਰਾਜ ਤੁਹਾਨੂੰ ਕੋਈ ਡਰ ਨਹੀਂ ਹੋਰ ਕਿਸੇ ਤਰ੍ਹਾਂ ਦਾ? ਜੇ ਤੁਸੀਂ ਪ੍ਰਮਾਤਮਾ ਦਾ ਡਰ ਧਾਰਨ ਕੀਤਾ ਤੇ ਕੀ ਤੁਹਾਡੇ ਹੋਰ ਡਰ ਮੁੱਕ ਗਏ? ਤਾਂ ਮਹਾਰਾਜ ਕਹਿੰਦੇ ਡਰੀਏ ਤੇ ਤਾਂ ਜੇ ਕੋਈ ਹੋਰ ਡਰ ਹੋਵੇ ਪ੍ਰਮਾਤਮਾ ਤੋਂ ਬਗੈਰ ਡਰ ਦੇਣ ਵਾਲਾ, ਜਿਹੜਾ ਪ੍ਰਮਾਤਮਾ ਦੀ ਸ਼ਰਨ ਵਿੱਚ ਆਇਆ ਹੋਇਆ, ਸਾਰੀ ਸ੍ਰਿਸ਼ਟੀ ਦੇ ਮਾਲਕ ਦੀ ਸ਼ਰਨ ਵਿੱਚ, ਜਿਹਦੇ ਹੁਕਮ ਤੋਂ ਬਗੈਰ ਕੁਝ ਹੁੰਦਾ ਹੀ ਨਹੀਂ, ਫਿਰ ਡਰ ਕਿਵੇਂ ਡਰ ਮੰਨਿਆ ਜਾਏ? ਜੇ ਡਰ ਕੋਈ ਹੋਰ ਹੋਵੇ ਤੇ ਫਿਰ ਅਸੀਂ ਡਰੀਏ, ਹੋਰ ਕੋਈ ਡਰ ਹੀ ਨਹੀਂ ਸਾਨੂੰ। ਡਰ ਡਰ ਡਰਨਾ ਮਨ ਕਾ ਸੋਰ। ਜਿਹੜਾ ਲੋਕ ਹੋਰ ਅਨੇਕਾਂ ਡਰਾਂ ਤੋਂ ਡਰ ਡਰ ਕੇ ਮਰੀ ਜਾਂਦੇ, ਡਰੀ ਜਾਂਦੇ, ਡਰ ਡਰ ਕੇ ਡਰੀ ਜਾਂਦੇ, ਪੁਨ੍ਹਾ ਪੁਨ੍ਹਾ ਬਾਰ ਬਾਰ ਡਰਦੇ ਨੇ, ਕਦੇ ਕਿਸੇ ਚੀਜ਼ ਤੋਂ, ਕਦੇ ਕਿਸੇ ਤੋਂ, ਕਦੇ ਕਿਸੇ ਤੋਂ, ਕਦੇ ਕੋਈ ਡਰ, ਕਦੇ ਕੋਈ ਡਰ। ਇਹ ਜਿਹੜਾ ਦੁਨਿਆਵੀ ਤੌਰ 'ਤੇ ਡਰੀ ਜਾਣਾ ਇਹ ਮਨ ਦਾ ਸ਼ੋਰ ਸ਼ਰਾਬਾ ਹੈ। ਇਹ ਮਨ ਦਾ ਹੀ ਸ਼ੋਰ ਹੈ, ਕਿਉਂਕਿ ਮਨ ਟਿਕਾ ਵਿੱਚ ਨਹੀਂ, ਪਰਮਾਤਮਾ ਦੇ ਡਰ ਵਿੱਚ ਹੋਏ ਅਤੇ ਟਿਕਿਆ ਹੋਇਆ ਹੋਵੇ। ਸੰਤ ਅਤਰ ਸਿੰਘ ਮਸਤੂਆਣੇ ਵਾਲੇ ਅੱਧੀ ਰਾਤ ਨਾਲ ਪ੍ਰੇਮੀ ਸੰਗਤਾਂ ਸੁੱਤੀਆਂ ਨੂੰ ਛੱਡ ਕੇ ਜਾਇਆ ਕਰਦੇ ਸੀ। ਕਹਿੰਦੇ ਸੀ ਵੀ ਲੋਕਾਂ ਦੇ ਕਹਿਣ ਤੋਂ ਪਹਿਲਾਂ ਹੀ ਚਲੇ ਜਾਣਾ ਚਾਹੀਦਾ। ਐਸੀ ਹਾਲਤ ਨਾ ਬਣੇ ਕਿ ਲੋਕ ਪ੍ਰੇਮੀ ਨਗਰ ਨਿਵਾਸੀ ਕਹਿਣ ਵੀ ਬਸ ਜੀ ਤੁਸੀਂ ਹੁਣ ਚਲੇ ਜਾਓ, ਸਾਥੋਂ ਸੇਵਾ ਨਹੀਂ ਹੁੰਦੀ। ਅਤੇ ਉਹ ਥੋੜ੍ਹਾ ਸਮਾਂ ਹੀ ਠਹਿਰਦੇ ਸੀ ਅਤੇ ਇੱਕ ਸੇਵਾਦਾਰ ਨਾਲ ਸੀ, ਉਹਨੂੰ ਲੈ ਕੇ ਨਿਕਲ ਪਏ। ਅਤੇ ਰਸਤੇ ਦੇ ਵਿੱਚ ਪੱਥਰ ਸੀ, ਪੱਥਰ ਦੇ ਪਰਲੇ ਪਾਸੇ ਸੱਪ ਸੀ ਬੜਾ ਵੱਡਾ। ਜਦੋਂ ਉਹਨੇ ਫੰਕਾਰਾ ਮਾਰਿਆ ਅਤੇ ਸੇਵਕ ਜਿਹੜਾ ਸੀ ਘਗਿਆ ਕੇ ਉਹਨਾਂ ਨੂੰ ਚੰਬੜ ਗਿਆ। ਕਹਿਣ ਲੱਗਾ, ਮਹਾਂਪੁਰਸ਼ ਕਹਿੰਦੇ ਕੀ ਗੱਲ ਹੋਈ? ਕਹਿਣ ਲੱਗਾ ਜੀ ਸੱਪ ਬੜਾ ਤਗੜਾ ਖਾ ਜਾਏਗਾ। ਕਹਿਣ ਲੱਗੇ ਨਹੀਂ, ਜਦੋਂ ਤੱਕ ਵਾਹਿਗੁਰੂ ਦਾ ਹੁਕਮ ਨਹੀਂ ਹੁੰਦਾ, ਕਾਲ ਵੀ ਸਰੀਰ ਦੀ ਰੱਖਿਆ ਕਰਦਾ ਅਤੇ ਸਰੀਰ ਤੇ ਖਾਤਮੇ ਵਾਲੀ ਚੀਜ਼ ਹੈ। ਜੇ ਪ੍ਰਮਾਤਮਾ ਦਾ ਹੁਕਮ ਹੈ ਵੀ ਸੱਪ ਲੜ ਕੇ ਹੀ ਸਰੀਰ ਦਾ ਅੰਤ ਹੋਣਾ ਤਾਂ ਫਿਰ ਹੋ ਜਾਏ। ਬਸ ਇਹਨਾਂ ਹੀ ਬਚਨ ਕੀਤਾ ਸੀ ਅਤੇ ਸੱਪ ਜਿਹੜਾ ਸੀ ਉਹਨੇ ਆਪਣੀ ਫਨ ਹੇਠਾਂ ਸੁੱਟ ਲਈ ਅਤੇ ਚਲਾ ਗਿਆ। ਇਹੋ ਜਿਹੀਆਂ ਅਨੇਕਾਂ ਘਟਨਾਵਾਂ ਨੇ ਗੁਰਮੁਖ ਪਿਆਰਿਆਂ ਦੇ ਜੀਵਨ ਦੀਆਂ। ਬਾਬਾ ਹਰਨਾਮ ਸਿੰਘ ਰਾਮਪੁਰ ਖੇੜੇ ਵਾਲਿਆਂ ਨੇ ਆਪ ਬਚਨ ਦੱਸਿਆ ਸੀ ਕਿ ਜਦੋਂ ਸਰਗੋਧੇ ਵਿਖੇ ਅਸੀਂ ਰਿਹਾ ਕਰਦੇ ਸੀ ਅਤੇ ਅੱਧੀ ਰਾਤ ਤੋਂ ਬਾਅਦ ਜਾ ਕੇ ਇੱਕ ਟਿੱਬੀ ਜੀ 'ਤੇ ਬੈਠ ਕੇ ਬੰਦਗੀ ਕਰਦੇ ਸਾਂ ਸਿਮਰਨ ਵਾਹਿਗੁਰੂ ਦਾ। ਅਤੇ ਪਹਿਲੀ ਘਟਨਾ ਇਹ ਸਾਡੀ ਵਾਪਰੀ ਸਾਡੇ 'ਤੇ ਗਿਆਨ ਦੀ ਪ੍ਰਾਪਤੀ ਤੋਂ ਪਹਿਲਾਂ, ਆਤਮ ਗਿਆਨ ਤੋਂ ਪਹਿਲਾਂ ਇਹ ਘਟਨਾ ਵਾਪਰੀ। ਇੱਕ ਸੱਪ ਸੀ ਜਿਹੜਾ ਉਸ ਇਲਾਕੇ 'ਚ ਬਹੁਤ ਜ਼ਹਿਰੀਲਾ ਮੰਨਿਆ ਗਿਆ। ਜਿਹਨੂੰ ਲੜਦਾ ਸੀ ਉਹ ਪਾਣੀ ਨਹੀਂ ਸੀ ਮੰਗਦਾ ਅਤੇ ਉਹ ਛਲੰਗੇ ਲਾਉਂਦਾ ਰਿਹਾ, ਛਾਲ ਮਾਰਦਾ, ਇੰਨਾ ਕੁ ਸਿਰ ਉੱਪਰ ਉੱਠ ਕੇ ਅਤੇ ਉਹ ਛਾਲ ਮਾਰ ਕੇ ਗਿਆਉਂਦਾ। ਮਨ 'ਚ ਖਿਆਲ ਆਇਆ ਸੱਪ ਨੂੰ ਵੇਖ ਕੇ ਖੜਕਾ ਹੋਣ ਤੋਂ ਵੀ ਹੁਣ ਅਗਲੀ ਛਾਲ ਮਾਰੀ ਅਤੇ ਮੇਰੇ ਉੱਤੇ। ਪਰ ਉਸੇ ਵੇਲੇ ਮਨ 'ਚ ਖਿਆਲ ਆਇਆ ਵੀ ਜੇ ਪਰਮੇਸ਼ਰ ਸੱਪ ਦੇ ਵਿੱਚ ਵੀ ਇਹ ਗੁਰੂ ਮਹਾਰਾਜ ਕਹਿੰਦੇ ਨੇ ਘਟ ਘਟ ਮੈਂ ਹਰਜੂ ਬਸਾ, ਸਭਨਾ ਜੀਆਂ ਵਿੱਚ ਹਰ ਆਪ ਸੋ ਭਗਤਾਂ ਕਾ ਮਿਤ ਹਰ। ਜੇ ਵਾਹਿਗੁਰੂ ਦੀ ਰਜਾ ਹੈ ਇਸ ਦੇ ਹੱਥੋਂ ਹੀ ਸਰੀਰ ਦਾ ਅੰਤ ਹੈ ਅਤੇ ਫਿਰ ਲੜ ਜਾਏ, ਮਾਰਦੇ ਡੰਗ। ਅਤੇ ਦੂਸਰਾ ਮਨ 'ਚ ਇਹ ਵੀ ਆਇਆ ਵੀ ਸ਼ਾਇਦ ਮਹਾਰਾਜ ਪਰਖੀ ਕਰ ਰਹੇ ਨੇ ਵੀ ਹਰਨਾਮ ਸਿੰਘ ਦਾ ਸਰੀਰ ਨਾਲ ਮੋਹ ਹੈ ਕਿ ਨਹੀਂ। ਇਹ ਖਿਆਲ ਕਰਕੇ ਅਸੀਂ ਉੱਠੇ ਨਹੀਂ ਅਤੇ ਅਗਲੀ ਛਾਲ ਸੱਪ ਨੇ ਮਾਰੀ ਅਤੇ ਜਿੱਥੇ ਸਾਡਾ ਜੁੱਤਾ ਪਿਆ ਸੀ, ਜੋੜਾ ਸੀ, ਉੱਥੇ ਆ ਕੇ ਡਿੱਗਾ ਅਤੇ ਉਹ ਪਰਿਕਰਮਾ ਕਰਕੇ ਤੇ ਚਲਾ ਗਿਆ। ਉਸ ਤੋਂ ਬਾਅਦ ਕਹਿੰਦੇ ਫਿਰ ਬਹੁਤ ਜ਼ਿਆਦਾ ਪ੍ਰਕਾਸ਼ ਹੋਇਆ ਅਸਮਾਨ ਦੇ ਵਿੱਚ ਅਤੇ ਬਹੁਤ ਗਾੜਾ ਆਨੰਦ ਛਾ ਗਿਆ। ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਦਰਸ਼ਨ ਹੋਏ ਅਤੇ ਫਿਰ ਇੰਝ ਹੋਣ ਲੱਗ ਪਿਆ ਵੀ ਜਦੋਂ ਰਾਤ ਸਮੇਂ ਅਸੀਂ ਕਿਤੇ ਬੈਠਦੇ ਸੀ, ਤੁਰੇ ਜਾਂਦੇ, ਸਾਡੇ ਦੁਆਲੇ ਚਾਨਣ ਹੁੰਦਾ ਸੀ। ਅਤੇ ਫਿਰ ਅਸੀਂ ਬੇਨਤੀ ਕੀਤੀ, ਮਨ 'ਚ ਖਿਆਲ ਆਇਆ ਵੀ ਕਿਤੇ ਲੋਕਾਂ ਨੇ ਪ੍ਰਕਾਸ਼ ਵੇਖ ਲਿਆ ਅਤੇ ਮੇਰੀ ਪੂਜਾ ਨਾ ਹੋਣ ਲੱਗ ਪਏ। ਅਤੇ ਫਿਰ ਉਹ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਅਤੇ ਉਹ ਬਾਹਰੀ ਜਿਹੜਾ ਪ੍ਰਕਾਸ਼ ਸੀ ਉਹ ਹਟ ਗਿਆ, ਪਰ ਅੰਤਰ-ਆਤਮੇ ਸਾਡੇ ਉਹ ਪ੍ਰਕਾਸ਼ ਬਹੁਤ ਮਿੱਠਾ, ਸੁਹਾਵਣਾ ਅਤੇ ਆਨੰਦਦਾਇਕ ਪ੍ਰਕਾਸ਼ ਉਹ ਸਾਡੇ ਅੰਦਰ ਰਿਹਾ। ਉਹ ਜਿਹੜਾ ਪਹਿਲੇ ਦਿਨ ਪ੍ਰਕਾਸ਼ ਹੋਇਆ ਸੀ, ਸਤਿਗੁਰਾਂ ਦੇ ਦਰਸ਼ਨ ਹੋਏ ਸੀ, ਉਦੋਂ ਥੋੜ੍ਹਾ ਜਿਹਾ ਫਰਕ ਪਿਆ ਸੀ। ਇਸ ਤਰ੍ਹਾਂ ਦੇ ਬਚਨ ਉਹ ਦੱਸਦੇ ਸੀ। ਫਿਰ ਉਹ ਸਿਮਰਨ ਭਜਨ ਦੁਆਰਾ ਗੁਰੂ ਮਹਾਰਾਜ ਨਾਲ ਉਹਨਾਂ ਦਾ ਮਿਲਾਪ ਬਣਿਆ ਰਿਹਾ
ਸੋ ਇਸ ਪ੍ਰਕਾਰ ਦੀਆਂ ਬਖਸ਼ਿਸ਼ਾਂ ਸਿਮਰਨ ਦੁਆਰਾ ਹੁੰਦੀਆਂ। ਜਿਨ੍ਹਾਂ ਨੇ ਪਰਮਾਤਮਾ ਦਾ ਅਸਲ ਡਰ ਧਾਰਨ ਕੀਤਾ, ਉਹਨਾਂ ਨੂੰ ਹੋਰ ਕੋਈ ਡਰ ਨਹੀਂ ਵਿਆਪਦਾ। ਸੰਤ ਅਤਰ ਸਿੰਘ ਜੀ ਬਹੁਤ ਬੈਰਾਗੀ ਹੋਏ ਸੀ, ਭਾਵੇਂ ਗੁਰੂ ਮਹਾਰਾਜ ਦੀ ਆਗਿਆ ਹੋਈ ਸੀ ਹਜ਼ੂਰ ਸਾਹਿਬ ਤੇ ਤੁਸੀਂ ਪੰਜਾਬ ਦੀ ਧਰਤੀ 'ਤੇ ਗੁਰਮਤਿ ਗੁਰਸਿੱਖੀ ਦਾ ਪ੍ਰਚਾਰ ਕਰੋ, ਫੈਲਾਓ, ਪਰ ਉਹ ਐਡੇ ਬੈਰਾਗੀ ਸਨ ਕਿ ਦੁਨੀਆ 'ਤੇ ਰਹਿਣਾ ਹੀ ਨਹੀਂ ਸੀ ਚਾਹੁੰਦੇ। ਸੰਸਾਰ ਚੰਗਾ ਹੀ ਨਹੀਂ ਸੀ ਲੱਗਦਾ ਉਹਨਾਂ ਨੂੰ, ਸੰਸਾਰ 'ਤੇ ਜਿਉਣਾ। ਭਾਈ ਵੀਰ ਸਿੰਘ ਜੀ ਵੀ ਬੜੇ ਉਦਾਸ ਹੋ ਜਾਂਦੇ ਸਨ। ਇਸੇ ਤਰ੍ਹਾਂ ਉਹ ਜੰਗਲ 'ਚ ਬਹਿ ਗਏ ਸੀ ਵੀ ਕੋਈ ਸ਼ੇਰ ਚੀਤਾ ਵਗਿਆੜ ਖਾ ਜਾਏ, ਸਰੀਰ ਦੰਤ ਹੋ ਜਾਏ। ਸ਼ੇਰ ਆਇਆ ਤੇ ਉਹਨੇ ਪਰਿਕਰਮਾ ਕੀਤੀ, ਨਮਸਕਾਰ ਕਰਕੇ ਚਲਾ ਗਿਆ। ਫਿਰ ਉਹਨਾਂ ਨੇ ਇੱਕ ਸਰੋਵਰ ਦਿਸਿਆ, ਟੋਭਾ ਜਿਹਾ, ਉਹਦੇ ਛਾਲ ਮਾਰਤੀ ਵੀ ਡੁੱਬ ਕੇ ਸਰੀਰ ਦੰਤ ਹੋ ਜਾਏ। ਪਰ ਗੁਰੂ ਮਹਾਰਾਜ ਨੇ ਪਤਾ ਨਹੀਂ ਲੱਗਾ ਕਿਸ ਨੇ ਕਹਿੰਦੇ ਪਕੜ ਕੇ ਬਾਹਰ ਬਿਠਾਤਾ ਤੇ ਆਵਾਜ਼ ਆਈ ਗੁਰੂ ਸਾਹਿਬ ਜੀ ਦੀ, ਭਾਈ ਅਤਰ ਸਿੰਘ ਜੀ, ਗੁਰਸਿੱਖ ਪਿਆਰਿਓ, ਤੁਸੀਂ ਪ੍ਰਚਾਰ ਕਰਨਾ। ਜਿਹੜਾ ਤੁਸੀਂ ਬੰਦਗੀ ਹੁਣ ਤੱਕ ਕੀਤੀ ਹੈ, ਇਸ ਬੰਦਗੀ ਦੇ ਪ੍ਰਤਾਪ ਨਾਲ ਲੋਕਾਂ ਦਾ ਭਲਾ ਕਰੋ ਜਦੋਂ ਤੱਕ ਸਰੀਰ ਦੀ ਪਰਾ ਰਵਦ ਹੈ। ਅਤੇ ਇੰਝ ਐਡੇ ਬੈਰਾਗੀ ਨਾ ਹੋਵੋ, ਸਰੀਰ ਨੂੰ ਤਿਆਗੋ ਨਾ। ਫਿਰ ਹੁਕਮ ਮੰਨ ਕੇ ਉਹਨਾਂ ਨੇ ਪ੍ਰਚਾਰ ਕਰਨਾ ਸ਼ੁਰੂ ਕੀਤਾ ਸੀ। ਇਹ ਹੈ ਕਮਾਈ ਦੀ ਬਾਤ ਵੀ ਉਹ ਪ੍ਰਚਾਰ ਕਰਨਾ ਹੀ ਨਹੀਂ ਚਾਹੁੰਦਾ, ਪਰ ਜੋ ਸਾਡੇ ਵਰਗੇ ਕਰਦੇ ਨੇ ਵੀ ਹੋਰਨਾਂ ਨੂੰ ਉਪਦੇਸ਼ ਦਈਏ, ਲੋਕਾਂ ਨੂੰ ਸੁਣਾਈਏ, ਲੋਕਾਂ ਨੂੰ ਸੁਣਾਈਏ। ਸ਼ੋਹਰਤ ਅਤੇ ਪੈਸਾ, ਦਮੜਿਆਂ ਦੀ ਭੁੱਖ ਇਤਿਆਦਿਕ, ਇਹ ਅੰਤਰ ਹੈ। ਸੋ ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਕਿ ਡਰਨਾ ਮਨ ਕਾ ਸ਼ੋਰ। ਮਨ ਵਿੱਚ ਪਰਮਾਤਮਾ ਦਾ ਡਰ ਨਹੀਂ ਤੇ ਫਿਰ ਪੁਨः ਬਾਰ ਉਸ ਦੁਨਿਆਵੀ ਡਰ ਕਰਕੇ ਡਰਨਾ ਮਨ ਦਾ, ਅਤੇ ਉਹ ਮਨ ਦਾ ਸ਼ੋਰ ਸ਼ਰਾਬਾ ਹੈ, ਮਨ ਦੀ ਡਾਵਾਂਡੋਲ ਹਾਲਤ ਹੈ। ਮਨ ਅਚਲ ਨਹੀਂ ਹੈ। ਰਹਾਓ ਨਾ ਜੀਓ ਮਰੈ, ਨਾ ਡੂਬੈ ਤਰੈ। ਉਹ ਗੁਰਮੁਖ ਪਿਆਰਿਆਂ ਦੀ ਅਵਸਥਾ ਹੈ ਕਿ ਜਿਹੜੀ ਜੀਵ ਆਤਮਾ ਮਰਨਹਾਰ, ਇਹ ਜੀਅਰਾ ਨਾਹੀਂ। ਨਹਿ ਕਿਛ ਜਨਮੈ ਨਹਿ ਕਿਛ ਮਰੈ, ਆਪਨ ਚਲਤੇ ਆਪ ਹੀ ਕਰੈ। ਆਵਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰਿਸ਼ਟ। ਕੁਛ ਵੀ ਨਹੀਂ ਜਨਮਦਾ, ਕੁਛ ਵੀ ਨਹੀਂ ਮਰਦਾ। ਵਾਹਿਗੁਰੂ ਨੇ ਸਾਰੀ ਸ੍ਰਿਸ਼ਟੀ ਆਗਿਆ ਵਿੱਚ ਧਾਰੀ ਟਿਕਾਈ ਹੋਈ ਹੈ। ਉਹ ਇਹ ਗਿਆਨ ਵਿੱਚ ਪਹੁੰਚ ਜਾਂਦਾ ਹੈ ਗੁਰਮੁਖ ਕਿ ਨਾ ਤਾਂ ਜੀਵ ਆਤਮਾ ਮਰਦਾ ਹੈ। ਇਹ ਜੀਵ ਆਤਮਾ ਨੂੰ ਨਾ ਇਸਤਰੀ ਲਿੰਗ ਕਿਹਾ ਜਾ ਸਕਦਾ, ਨਾ ਪੁਲਿੰਗ, ਦੋਵਾਂ ਪਾਸੇ ਵਰਤਿਆ ਜਾਂਦਾ, ਕਿਉਂਕਿ ਆਤਮਾ ਨਾ ਔਰਤ ਹੈ ਅਤੇ ਨਾ ਮਰਦ ਮਨੁੱਖ ਹੈ। ਆਤਮਾ ਦਾ ਪ੍ਰਕਾਸ਼ ਹੈ, ਇਸ ਵਾਸਤੇ ਦੋਵੇਂ ਪਾਸੇ ਵਰਤ ਲਿਆ ਜਾਂਦਾ। ਨਾ ਜੀਓ, ਇਹ ਜੀਵ ਆਤਮਾ ਨਾ ਮਰਦਾ ਹੈ, ਨਾ ਕਿਤੇ ਡੁੱਬਦਾ ਹੈ, ਅਤੇ ਨਾ ਹੀ ਤਰਦਾ। ਜੋ ਡੁੱਬਦਾ ਹੀ ਨਹੀਂ, ਉਹਦੇ ਤਰਨ ਦਾ ਤਾਂ ਫਿਰ ਕੋਈ ਸਵਾਲ ਹੀ ਨਹੀਂ। ਆਤਮਾ ਨਹੀਂ ਡੁੱਬਦਾ ਅਤੇ ਤਰਦਾ। ਇਹ ਇੰਦਰੇ ਨੇ ਸਾਡੇ, ਇੰਦਰੇ ਸੰਯੁਕਤ ਮਾਨਾਂ ਨਾਲ। ਸੂਖਮ ਸਰੀਰ ਵੀ ਹੈ, ਸਥੂਲ ਵੀ ਹੈ। ਇਹੋ ਹੀ ਸਰੀਰ ਹੀ ਦੁੱਖ ਸੁੱਖ ਦੋਵੇਂ ਭੋਗਦੇ ਨੇ। ਜੇ ਸਥੂਲ ਜਿਉਂਦਾ ਤੇ ਇਹ ਭੋਗਦਾ, ਜੇ ਇਹ ਮਰ ਜਾਂਦਾ ਸਥੂਲ ਸਰੀਰ ਤੇ ਸੂਖਮ ਸਰੀਰ ਨਾਲ ਹੁੰਦਾ, ਉਹ ਮਨ ਜਾਂ ਇੰਦਰੇ ਉਹ ਦੁੱਖ ਭੋਗਦੇ ਨੇ। ਜਿਨ ਕਿਛ ਕੀਆ ਸੋ ਕਿਛ ਕਰੈ। ਉਹ ਰੱਬ ਦਾ ਪਿਆਰਾ ਕਹਿੰਦਾ, ਜਿਸ ਪਰਮਾਤਮਾ ਨੇ ਕੁਛ ਕੀਤਾ ਹੈ, ਹੋਰ ਤੇ ਕਿਸੇ ਨੇ ਕੁਛ ਕੀਤਾ ਹੀ ਨਹੀਂ। ਜਿਸ ਪਰਮਾਤਮਾ ਨੇ ਕੁਛ ਕੀਤਾ ਯਾਨੀ ਸੰਸਾਰ, ਸੋ ਕਿਛ ਕਰੈ, ਹੁਣ ਵੀ ਉਹੋ ਹੀ ਕੁਛ ਕਰਦਾ ਹੈ। ਜਿਹਨੇ ਇਹ ਜਗਤ ਰਚਨਾ ਪੈਦਾ ਕੀਤਾ ਸੰਸਾਰ, ਉਹੀ ਕੁਛ ਕਰਨ ਵਾਲਾ ਹੈ। ਹੁਕਮੇ ਆਵੈ ਹੁਕਮੇ ਜਾਏ। ਜੀਵ ਕੋਈ ਵੀ ਪਰਮਾਤਮਾ ਦੇ ਹੁਕਮ ਦੇ ਅੰਦਰ ਹੀ ਆਉਂਦਾ ਹੈ ਅਤੇ ਹੁਕਮ ਦੇ ਅੰਦਰ ਹੀ ਜਾਂਦਾ ਹੈ। ਆਗੈ ਪਾਤਸ਼ਾਹ ਹੁਕਮ ਸਮਾਏ। ਅੱਗੇ ਪਰਲੋਕ ਅਤੇ ਪਿੱਛੇ ਇਸ ਲੋਕ ਵਿੱਚ, ਅੱਗੇ ਪਿੱਛੇ ਜਾਂ ਪਿਛਲੇ ਜਨਮ 'ਚ, ਅਗਲੇ ਜਨਮ 'ਚ, ਕਿਤੇ ਵੀ ਅੱਗੇ ਪਿੱਛੇ ਉਹਦੇ ਹੁਕਮ ਦੇ ਅੰਦਰ ਹੀ ਸਮਾਇਆ ਰਹਿੰਦਾ। ਗੁਰਮੁਖ ਪਿਆਰਾ ਵਾਹਿਗੁਰੂ ਦੇ ਹੁਕਮ ਵਿੱਚ ਹੀ ਸਮਾਇਆ ਰਹਿੰਦਾ, ਲੀਨ ਰਹਿੰਦਾ। ਹੰਸ ਹੇਤ ਆਸਾ ਅਸਮਾਨ। ਇਹਨਾਂ ਜੀਆਂ ਦੇ ਅੰਦਰ ਹਿੰਸਾ ਹੈ, ਕਤਲ ਕਰਨ ਦੀ ਰੁਚੀ, ਘਾਤ ਕਰਨ ਦੀ ਕੁਦਇਆ, ਯਾਨੀ ਜਿਸ ਨੂੰ ਕਠੋਰਤਾ ਵੀ ਕਿਹਾ ਜਾਂਦਾ। ਹੰਸ ਬਿਰਤੀ, ਹਿੰਸਾ ਕਰਨ ਵਾਲੀ। ਇੱਕ ਹੈ ਹੇਤ ਮੋਹ। ਪ੍ਰੇਮ ਅਤੇ ਮੋਹ ਵਿੱਚ ਦਿਨ ਰਾਤ ਦਾ ਅੰਤਰ ਹੈ। ਪ੍ਰੇਮ ਮੈਂ ਤੋਂ ਪਰੇ ਹੋਣ ਦਾ ਨਾਮ, ਸਭਨਾਂ ਵਿੱਚ ਪਰਮਾਤਮਾ ਦੀ ਜੋਤ ਨੂੰ ਤੱਕਣਾ। ਕੋਈ ਆਪਣਾ ਅਤੇ ਕੋਈ ਬੇਗਾਨਾ ਨਹੀਂ, ਸਾਰੇ ਇੱਕੋ ਜਿਹੇ। ਅਤੇ ਜੋ ਮੋਹ ਹੁੰਦਾ ਇੱਕਨਾਂ ਦੇ ਨਾਲ ਹੁੰਦਾ ਹੈ ਅਤੇ ਦੂਜਿਆਂ ਨਾਲ ਨਹੀਂ ਹੁੰਦਾ। ਰਾਗ ਦਵੈਸ਼। ਸੋ ਇਹ ਹੇਤ ਕੁਝ ਸਰੀਰਾਂ ਨਾਲ, ਸੰਬੰਧੀਆਂ ਨਾਲ, ਧਰਮ ਪਤਨੀ ਹੈ, ਬੱਚੇ ਹਨ ਇਤਿਆਦਿਕ। ਅਤੇ ਆਸਾ ਹੁੰਦੀ ਹੈ ਲੰਮੇ ਸਮੇਂ ਤੋਂ ਜਿਹੜੀ ਕਾਮਨਾ, ਇੱਛਾ ਮਨ 'ਚ ਬਣੀ ਰਹਿੰਦੀ ਹੈ। ਇਹ ਆਸਾ ਅਸਮਾਨ ਵਰਗੀ, ਜਿਵੇਂ ਅਸਮਾਨ ਦਾ ਢਿੱਡ ਨਹੀਂ ਭਰਿਆ ਜਾ ਸਕਦਾ, ਇਸ ਤਰ੍ਹਾਂ ਬਹੁਤ ਜ਼ਿਆਦਾ ਅਸਮਾਨਵਤ
ਆਸਾ ਦਾ ਅਸਮਾਨ ਅੰਦਰ ਵਸਿਆ, ਆਕਾਸ਼ ਵਸਿਆ ਹੋਇਆ, ਜਿਹਦਾ ਢਿੱਡ ਨਹੀਂ ਭਰ ਸਕਦਾ। ਹੋਰ ਵੱਜ ਇੱਕ ਚੀਜ਼ ਪ੍ਰਾਪਤ ਕਰ ਲਓ, ਹੋਰ ਦੀ ਇੱਛਾ, ਹੋਰ ਦੀ ਇੱਛਾ, ਅਜੇ ਵੀ ਥੋੜ੍ਹੀ, ਅਜੇ ਵੀ ਥੋੜ੍ਹੀ। ਇਹ ਆਸਾ ਇੱਛਾ ਬਣੀ ਰਹਿੰਦੀ ਹੈ ਜੀਆਂ ਦੇ ਅੰਦਰ। ਅਤੇ ਅਸਮਾਨ ਦਾ ਅਰਥ ਇੰਝ ਵੀ ਕੀਤਾ ਜਿਵੇਂ ਸਵੈਰੂਪ ਤੋਂ ਅਸਰੂਪ ਬਾਣੀ ਵਿੱਚ ਆਇਆ। ਇਸੇ ਤਰ੍ਹਾਂ ਸਵੈਮਾਨ, ਆਪਣਾ ਜਿਹੜਾ ਅਹੰਕਾਰ ਹੈ ਇਹ ਅੰਦਰ ਵਸਿਆ ਹੋਇਆ। ਦੇਹ ਦਾ ਅਹੰਕਾਰ, ਪਦਾਰਥਾਂ ਦਾ ਅਹੰਕਾਰ, ਬੜਾ ਕੁਛ। ਤਿਸ ਵਿੱਚ ਭੂਖ ਬਹੁਤ ਨੈਸਾਨ, ਇਹ ਮਨ 'ਚ ਆਸਾ ਹੈ। ਅਤੇ ਹੁਣ ਭੁੱਖ ਦਾ ਅਰਥ ਤ੍ਰਿਸ਼ਨਾ ਹੈ। ਇਸ ਹਿਰਦੇ ਦੇ ਅੰਦਰ ਹੀ ਜਿਹੜੀ ਭੁੱਖ ਹੈ ਨਾ ਪਦਾਰਥਾਂ ਦੀ, ਵਾਸ਼ਨਾ ਹੈ, ਸੋ ਤ੍ਰਿਸ਼ਨਾ ਹੈ, ਇਹ ਬਹੁਤ ਵੱਡੀ ਨੈਸਾਨ। ਨੈ ਦਾ ਅਰਥ ਹੈ ਨਦੀ, ਸਾਨ ਸਦਰਸ਼ ਬਰਾਬਰ, ਨਦੀ ਵਾਂਗ ਆਸਾ ਰੂਪੀ ਨਦੀ ਦਾ ਪ੍ਰਵਾਹ ਚੱਲ ਰਿਹਾ। ਭੁੱਖ ਦਾ, ਤ੍ਰਿਸ਼ਨਾ ਦਾ ਪ੍ਰਵਾਹ ਚੱਲ ਰਿਹਾ ਹੈ, ਜਿਵੇਂ ਨਦੀਆਂ ਵਗਦੀਆਂ ਪਈਆਂ। ਕਦੇ ਕਿਸੇ ਚੀਜ਼ ਦੀ ਭੁੱਖ, ਕਦੇ ਕਿਸੇ ਦੀ, ਕਦੇ ਕਿਸੇ ਦੀ ਭੁੱਖ ਉਤਰਦੀ ਨਹੀਂ। ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆ ਭਾਰ। ਨਦੀਆਂ ਜਿਵੇਂ ਵਗਦੀਆਂ ਹਨ, ਇਸ ਤਰ੍ਹਾਂ ਨਦੀ ਵਗਦੀ ਆ ਭੁੱਖ ਦੀ, ਤ੍ਰਿਸ਼ਨਾ ਦੀ, ਬਹੁਤ ਵੱਡੀ। ਭਉ ਖਾਣਾ ਪੀਣਾ ਆਧਾਰ, ਜੋ ਗੁਰਮੁਖ ਪਿਆਰਾ ਹੈ, ਜਿਹਨੇ ਪ੍ਰਮਾਤਮਾ ਦਾ ਭਉ ਉਜਲ ਭੈ, ਪ੍ਰਮਾਤਮਾ ਦਾ ਡਰ ਅਦਬ ਹਿਰਦੇ 'ਚ ਧਾਰਨ ਕੀਤਾ, ਉਸ ਨੇ ਇੰਝ ਪ੍ਰਮਾਤਮਾ ਦੇ ਭਉ ਨੂੰ ਅੰਦਰ ਵਸਾਇਆ ਜਿਵੇਂ ਸਾਨੂੰ ਖਾਣ ਦੀ ਰੁਚੀ ਹੈ, ਕਿਸੇ ਪੀਣ ਯੋਗ ਪਦਾਰਥਾਂ ਨੂੰ ਪੀਣ ਦੀ ਰੁਚੀ ਹੈ, ਔਰ ਆਧਾਰ ਕੋਈ ਆਸਰਾ ਲਿਆ ਹੋਇਆ ਸੀ, ਕਿਸੇ ਨੇ ਕਿਸੇ ਦਾ, ਕਿਸੇ ਨੇ ਕਿਸੇ ਦਾ। ਉਸ ਗੁਰਮੁਖ ਦਾ ਖਾਣਾ ਪੀਣਾ ਆਸਰਾ ਵਾਹਿਗੁਰੂ ਦਾ ਭਉ ਹੈ। ਯਾਨੀ ਆਤਮਿਕ ਆਧਾਰ, ਆਸਰਾ, ਭੋਜਨ ਦਾ ਖਾਣਾ ਪੀਣਾ ਸਭ ਕੁਛ ਆਤਮਿਕ ਖੁਰਾਕ ਪ੍ਰਮਾਤਮਾ ਦਾ ਡਰ ਹੈ। ਵਿਣ ਖਾਧੇ ਮਰ ਹੋਏ ਗੁਆਰ, ਜਿਹੜੇ ਵਾਹਿਗੁਰੂ ਦੇ ਭਉ ਰੂਪੀ ਖਾਣੇ ਨੂੰ ਨਹੀਂ ਖਾਂਦੇ, ਇਸ ਭਉ ਦੇ ਖਾਧੇ ਖਾਣ ਤੋਂ ਬਗੈਰ ਆਤਮਿਕ ਮੌਤੇ ਮਰ ਕੇ ਗਵਾਰ ਹੋ ਜਾਣਗੇ। ਗਵਾਰ ਜਾਨੀ ਮੂਰਖ ਬਣ ਜਾਣਗੇ ਉਹ ਲੋਕ। ਜਿਸ ਕਾ ਕੋਏ ਕੋਈ ਕੋਏ ਕੋਏ, ਜੇ ਕਹੀਏ ਵੀ ਫਲਾਣੇ ਦਾ ਫਲਾਣਾ ਹੈ, ਜਿਸ ਵੀ ਕਿਸੇ ਦਾ ਕੋਈ ਆਸਰਾ ਕੋਈ ਕੋਈ ਹੈ, ਜਿਸ ਕਾ ਕੋਏ ਕੋਈ ਕੋਏ ਕੋਏ। ਸੋ ਇਸ ਪ੍ਰਕਾਰ ਮਹਾਰਾਜ ਕਹਿੰਦੇ ਉਹ ਕੋਈ ਵਿਰਲਾ, ਕੋਈ ਕੋਈ ਵਿਰਲਾ ਹੀ ਆ ਅਸਲ ਜਿਹੜਾ ਕਿਸੇ ਨੂੰ ਆਸਰਾ ਦੇਣ ਵਾਲਾ। ਕਿਸੇ ਦਾ ਤੇ ਕੋਈ ਹੋ ਸਕਦਾ, ਸਾਰਿਆਂ ਦਾ ਨਹੀਂ। ਕਿਸੇ ਹੀ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ, ਕਿਸੇ ਦਾ ਕੋਈ ਕੋਈ ਹੈ ਆਸਰਾ, ਕਿਸੇ ਦਾ ਕੋਈ ਹੋਵੇਗਾ, ਕਿਸੇ ਦਾ ਕੋਈ, ਪਰ ਮੇਰਾ ਤੂੰ ਹੀ ਆਸਰਾ। ਇਸ ਤਰ੍ਹਾਂ ਜਿਸ ਕਾ ਕੋਏ ਕੋਈ ਕੋਏ ਕੋਏ, ਜਿਸ ਵੀ ਕਿਸੇ ਦਾ ਕੋਈ ਹੈ ਆਸਰਾ ਦੇਣ ਵਾਲਾ, ਜਾਂ ਮਿੱਤਰ ਜਾਂ ਸੰਬੰਧੀ ਜਾਂ ਨਿਕਟਵਰਤੀ ਕਿਸੇ ਨੇ ਬਣਾਇਆ ਹੋਇਆ, ਅਤੇ ਅਸਲ ਵਿੱਚ ਕੋਈ ਵਿਰਲਾ ਹੀ ਹੈ, ਕੋਈ ਕੋਈ ਵਿਰਲਾ ਹੀ ਹੈ ਜਿਹੜਾ ਅਸਲ ਮਾਇਨੇ ਵਿੱਚ ਕਿਸੇ ਦਾ ਕੋਈ ਬਣਦਾ। ਪਰ ਸਭ ਕੋ ਤੇਰਾ ਤੂੰ ਸਭਨਾ ਕਾ ਸੋਏ, ਇਹ ਗੱਲ ਤੇ ਪ੍ਰਸਿੱਧ ਹੈ ਨਾ ਅਸਲ ਜਾਣਕਾਰੀ ਗਿਆਨ ਵਾਲੀ, ਕਿ ਤੂੰ ਸਭਨਾ, ਸਭ ਕੋ ਤੇਰਾ, ਸਭ ਕੋਈ ਜੋ ਵਿਅਕਤੀ ਹੈ ਉਹ ਤੇਰਾ ਹੀ ਹੈ, ਪੈਦਾ ਕੀਤਾ ਹੋਇਆ। ਔਰ ਤੂੰ ਸਭਨਾ ਕਾ ਸੋਏ, ਅਤੇ ਤੂੰ ਉਹੀ ਪਰਮਾਤਮਾ ਜਿਹਨੇ ਮੁੱਢ ਵਿੱਚ ਸ੍ਰਿਸ਼ਟੀ ਰਚੀ ਸੀ, ਅੱਜ ਵੀ ਤੂੰ ਉਹੀ ਸਭਨਾ ਦਾ ਮਾਲਕ ਆ। ਜਾ ਕੇ ਜੀ ਜੰਤ ਧਨ ਮਾਲ, ਹਜੂਰ ਕਹਿੰਦੇ ਨੇ ਜਿਸ ਪਰਮਾਤਮਾ ਦੇ ਜੀ ਪੈਦਾ ਕੀਤੇ, ਜੀ ਵੱਡੇ ਜੰਤ ਛੋਟੇ, ਜਿਵੇਂ ਹਾਥੀ ਬੜਾ ਵੱਡਾ ਅਤੇ ਕੀੜੀ ਬਹੁਤ ਛੋਟੀ ਹੈ, ਇਸ ਤਰ੍ਹਾਂ ਜੀ ਵੱਡੇ ਅਤੇ ਜੰਤ ਛੋਟੇ। ਜਿਸ ਪਰਮਾਤਮਾ ਦੇ ਜੀਆ ਜੰਤ ਹਨ, ਅਤੇ ਧਨ ਮਾਇਆ ਪਦਾਰਥ ਮਾਲ, ਹਾਥੀ ਘੋੜੇ ਮਹਿਲ ਮਾੜੀਆਂ ਗਾਈਆਂ ਮੱਝਾਂ ਆਦਿਕ ਮਾਲ, ਇਹ ਜਿਸ ਪਰਮਾਤਮਾ ਦਾ ਬਖਸ਼ਿਆ ਹੋਇਆ, ਜਿਹਦੇ ਜੀ ਜੰਤ ਪੈਦਾ ਕੀਤੇ, ਧਨ ਮਾਲ ਵੀ ਉਸੇ ਦਾ ਹੀ ਪੈਦਾ ਕੀਤਾ, ਸਾਨੂੰ ਦਿੱਤਾ ਹੋਇਆ। ਨਾਨਕ ਆਖਣ ਬਿਖਮ ਵਿਚਾਰ, ਉਸ ਪਰਮਾਤਮਾ ਬਾਰੇ ਜਿਹੜੀ ਵਿਚਾਰ ਕਹਿਣੀ ਹੈ ਇਹ ਬੜੀ ਕਠਿਨ ਹੈ। ਜਾਂ ਇਹ ਵਿਚਾਰ ਕਹਿਣੀ ਕਿ ਪਰਮਾਤਮਾ ਨੇ ਇਹ ਜਿਹੜੇ ਜੀ ਜੰਤ ਸ੍ਰਿਸ਼ਟੀ ਜਿਹੜੀ ਬਣਾਈ ਹੈ ਕਿਸ ਤਰ੍ਹਾਂ ਬਣਾਈ, ਜਾਂ ਇਹਨਾਂ ਸਾਰੇ ਜੀਆਂ ਜੰਤਾਂ ਦੀ ਸਭ ਦੀ ਸੰਭਾਲ ਕਿਵੇਂ ਕਰਦਾ ਹੈ, ਇਹ ਵਿਚਾਰ ਆਖਣਾ ਬਹੁਤ ਹੀ ਬਿਖਮ ਕਠਿਨ ਹੈ, ਸਤਿਗੁਰੂ ਜੀ ਕਹਿੰਦੇ ਨੇ। ਸੋ ਇੱਥੇ ਦੂਜਾ ਸ਼ਬਦ ਸੰਪੂਰਨ ਹੋਇਆ। ਹੁਣ ਸਤਿਗੁਰੂ ਜੀ ਗੌੜੀ ਰਾਗ ਵਿੱਚ ਤੀਜਾ ਸ਼ਬਦ ਉਚਾਰਨ ਕਰਦੇ ਨੇ। ਇਸ ਸ਼ਬਦ ਦੀ ਵੀ ਇੰਜ ਉਥਾਨਕਾ ਹੈ ਵੀ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤਲਵੰਡੀ ਨਗਰ ਆਏ ਸੰਸਾਰ ਦਾ ਭਲਾ ਕਰਦੇ ਹੋਏ, ਤਾਂ ਮਾਤਾ ਪਿਤਾ ਚਾਚਾ ਜੀ ਆਦਿਕ ਸਾਰੇ ਮਿਲੇ ਅਤੇ ਕਿਹਾ ਜੀ ਪਰਿਵਾਰ ਵੱਲ ਵੀ ਧਿਆਨ ਦਿਓ, ਤੁਹਾਡਾ ਪਰਿਵਾਰ ਹਾਂ ਅਸੀਂ, ਤੁਹਾਡੇ ਮਾਤਾ ਪਿਤਾ ਹਾਂ, ਤੁਹਾਡੇ ਚਾਚਾ ਜੀ ਹਨ, ਅਤੇ ਤੁਸੀਂ ਸਾਡੇ ਨਾਲ ਕੋਈ ਲਗਾਓ ਹੀ ਨਹੀਂ ਰੱਖਦੇ।
ਤਾਂ ਸਤਿਗੁਰੂ ਮਹਾਰਾਜ ਬਚਨ ਉਚਾਰਨ ਕਰਦੇ ਨੇ ਤੇ ਸਾਡਾ ਪਰਿਵਾਰ ਸਾਡੇ ਨਾਲ ਰਹਿੰਦਾ, ਜਾਂ ਇਹ ਪ੍ਰਸ਼ਨ ਉੱਠਦਾ ਹੈ ਜਗਿਆਸੂ ਦੇ ਮਨ ਵਿੱਚ ਵੀ ਜਿਹੜਾ ਇਹ ਪਰਿਵਾਰ ਹੈ ਸੰਸਾਰੀ ਇਹੀ ਕਿ ਹੋਰ ਵੀ ਕੋਈ ਪਰਿਵਾਰ ਹੁੰਦਾ, ਤਾਂ ਹਜੂਰ ਕਹਿੰਦੇ ਨੇ ਭਾਈ ਅਸਲ ਨਾਲ ਨਿਭਣ ਵਾਲਾ ਇੱਕ ਪਰਿਵਾਰ ਹੈ, ਉਹ ਤੁਹਾਨੂੰ ਦੱਸਦੇ ਹਾਂ। ਜਿਹੜਾ ਮਾਤਾ ਮੱਤ, ਸਤਿਗੁਰੂ ਪਾਸੋਂ ਜਿਹੜੀ ਮਿਲੀ ਹੋਈ ਮੱਤ ਹੈ, ਸਿੱਖਿਆ। ਸਿਆਣਿਆਂ ਨੇ ਕਿਹਾ ਟੁੱਕ ਦੇਣ ਵਾਲਾ ਮੰਦਾ, ਪਰ ਮੱਤ ਦੇਣ ਵਾਲਾ, ਸਿੱਖਿਆ ਦੇਣ ਵਾਲਾ, ਅਕਲ ਦੇਣ ਵਾਲਾ ਚੰਗਾ। ਜੋ ਮਨੁੱਖ ਸਾਨੂੰ ਆਪਣੇ ਕੋਲੋਂ 4 ਦਿਨ ਭੋਜਨ ਛਕਾ ਦੇ, ਅਸੀਂ ਉਸ 'ਤੇ ਕਾਇਲ ਹੋ ਜਾਂਦੇ, ਇਹ ਬੜਾ ਸਾਡਾ ਮਿੱਤਰ ਹੈ। ਅਤੇ ਸਿੱਖਿਆ ਭਾਵੇਂ ਪੁੱਠੀ ਦੇ ਕੇ ਸਾਡਾ ਜੀਵਨ ਬਰਬਾਦ ਕਰ ਦੇ। ਇੱਕ ਵਚਨ ਯਾਦ ਆਇਆ ਇਸ ਸੰਬੰਧ ਵਿੱਚ। ਸੱਚਖੰਡ ਵਾਸੀ ਸੰਤ ਕਰਤਾਰ ਸਿੰਘ ਖਾਲਸਾ ਜੀ, ਉਹਨਾਂ ਦੇ ਜੀਵਨ ਸੰਬੰਧੀ ਇੱਕ ਪੁਸਤਕ ਲਿਖੀ ਗਈ, ਚਿੱਟਾ ਚੋਲਾ। ਉਸ ਪੁਸਤਕ ਦਾ ਨਾਮ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਨੇ ਚਿੱਟਾ ਚੋਲਾ ਤਾਂ ਰੱਖਿਆ, ਸੰਤ ਕਰਤਾਰ ਸਿੰਘ ਖਾਲਸਾ ਜੀ ਨੇ ਆਪ ਆਪਣਾ ਹੱਡ ਬੀਤਿਆ ਵਚਨ ਸੁਣਾਇਆ ਸੀ ਕਿ ਇੱਕ ਵਾਰੀ ਮੈਂ ਆਪਣੇ ਪਿੰਡ ਗਿਆ ਮਹਾਂਪੁਰਸ਼ਾਂ ਦੀ ਆਗਿਆ ਨਾਲ। ਜਦੋਂ ਨਗਰ ਗਿਆ ਤੇ ਮੈਂ ਆਪਣੇ ਖੇਤਾਂ ਨੂੰ ਜਾ ਰਿਹਾ ਸੀ, ਚੋਲਾ ਪਾਇਆ ਸੀ ਚਿੱਟਾ ਗਲ ਵਿੱਚ, ਤੇ ਜਾ ਰਿਹਾ ਸੀ ਤੇ ਇੱਕ ਸਾਡੇ ਪਿੰਡ ਵਿੱਚ ਪਰਿਵਾਰ ਸੀ ਜਿਨ੍ਹਾਂ ਨਾਲ ਸਾਡਾ ਪੁਰਾਤਨ ਖਾਨਦਾਨੀ ਵਿਰੋਧ ਚੱਲਿਆ ਆ ਰਿਹਾ ਸੀ। ਕੋਈ ਕਤਲ ਹੋ ਗਿਆ ਸੀ, ਕੋਈ ਘਟਨਾ ਐਸੀ ਵਾਪਰੀ ਜਿਸ ਕਰਕੇ ਉਹਨਾਂ ਨਾਲ ਬੋਲ ਚਾਲ ਨਹੀਂ ਸੀ, ਵੈਰ ਵਿਰੋਧ ਸੀ। ਅਤੇ ਜਿਸ ਵੇਲੇ ਉਸ ਪਰਿਵਾਰ ਦਾ ਮੁਖੀ ਬਜ਼ੁਰਗ, ਸ਼ਾਇਦ ਭਾਈ ਗੁਰਦੀਪ ਸਿੰਘ ਨਾਂ ਸੀ, ਮੈਂ ਭੁੱਲਦਾ ਨਾ ਹੋਵਾਂ ਤਾਂ, ਉਹ ਆਪਣੀ ਮੱਕੀ ਗੋਡ ਰਹੇ ਸਨ ਅਤੇ ਉਹਨਾਂ ਨੇ ਮੈਨੂੰ ਵੇਖ ਕੇ ਆਵਾਜ਼ ਦਿੱਤੀ, ਕਾਕਾ ਕਰਤਾਰ ਸਿੰਘ ਆ ਮੇਰੀ ਗੱਲ ਸੁਣਦਾ ਜਾਈ। ਇਹਦੇ ਮੈਂ ਖਿਆਲ ਕੀਤਾ ਵੀ ਸ਼ਾਇਦ ਇਹ ਬਜ਼ੁਰਗ ਕੋਈ ਉਲਾਮਾ ਦੇਣਗੇ, ਕੋਈ ਪਾਣੀ ਵੱਟ ਤੋੜ ਕੇ ਇਹਨਾਂ ਦੇ ਖਿੱਚ ਫਿਰਿਆ ਹੋਵੇਗਾ, ਜਾਂ ਭਰਾਵਾਂ ਨੇ ਕੋਈ ਬੰਨਾ ਵੱਟ ਵੱਢਿਆ ਹੋਵੇਗਾ। ਇਹੀ ਲੜਾਈਆਂ ਹੁੰਦੀਆਂ ਜ਼ਿਮੀਂਦਾਰਾਂ ਦੀਆਂ, ਸ਼ਾਇਦ ਇਹਨਾਂ ਕੋਲ ਉਲਾਮਾ ਦੇਣਾ। ਕਿਤੇ ਮੈਂ ਚਲਾ ਗਿਆ ਅਤੇ ਬਜ਼ੁਰਗ ਉੱਠ ਕੇ ਖੜ੍ਹੇ ਹੋਏ, ਮੇਰੇ ਮੋਢੇ 'ਤੇ ਹੱਥ ਰੱਖ ਕੇ ਕਹਿਣ ਲੱਗੇ, ਬੇਟਾ ਕਰਤਾਰ ਸਿੰਘਾ, ਤੈਨੂੰ ਆਵਾਜ਼ ਇਸ ਕਰਕੇ ਮਾਰ ਕੇ ਸੱਦਿਆ, ਬੇਟਾ ਜਾਂ ਤਾਂ ਚਿੱਟਾ ਚੋਲਾ ਪਾਉਣਾ ਨਹੀਂ ਸੀ, ਜੇ ਪਾ ਲਿਆ ਤਾਂ ਹੁਣ ਦਾਗ ਨਹੀਂ ਲੱਗਣਾ ਚਾਹੀਦਾ। ਕਹਿੰਦੇ ਸਹਿ ਸੀ ਖਾਨਦਾਨੀ ਵੈਰ ਉਹਨਾਂ ਨਾਲ, ਪਰ ਉਹਨੇ ਵਚਨ ਬੜਾ ਤਕੜਾ ਕੀਤਾ ਸਿੱਖਿਆਦਾਇਕ, ਅਤੇ ਜੇ ਇਹ ਚੋਲਾ ਪਾ ਲਿਆ, ਮਹਾਂਪੁਰਸ਼ਾਂ ਦੀ ਸੰਗਤ ਵਿੱਚ ਤੂੰ ਰਹਿਣਾ, ਅਤੇ ਜੀਵਨ ਰੂਪੀ ਚੋਲੇ 'ਤੇ ਕੋਈ ਦਾਗ ਨਹੀਂ ਲੱਗਣਾ ਚਾਹੀਦਾ, ਕੋਈ ਮਾੜਾ ਕਰਮ ਨਾ ਹੋ ਜਾਏ। ਅਤੇ ਕਹਿੰਦੇ ਸਤ ਬਚਨ ਜੀ। ਮੈਂ ਸਿਰ ਨਵਾ ਲਿਆ ਅਤੇ ਕਹਿੰਦੇ ਹੋਰ ਭਾਵੇਂ ਕੁਝ ਮੈਨੂੰ ਭੁੱਲ ਜਾਏ ਤੇ ਭੁੱਲ ਜਾਏ, ਉਸ ਬਜ਼ੁਰਗ ਦੀ ਇਹ ਸਿੱਖਿਆ ਮੇਰੇ ਮਰਦੇ ਦਮ ਤੱਕ ਨਾਲ ਰਹੇਗੀ। ਉਹ ਬਚਨ ਮੈਨੂੰ ਭੁੱਲਦੇ ਨਹੀਂ, ਸੋ ਕਿਉਂਕਿ ਉਹਨੇ ਸਿੱਖਿਆ ਦਿੱਤੀ ਸੀ। ਸੋ ਇਸ ਪ੍ਰਕਾਰ ਮਾਤਾ ਮੱਤ, ਚੰਗੀ ਮੱਤ ਅੰਦਰ ਆ ਜਾਣੀ, ਬੁੱਧੀ ਅੰਦਰ। ਜਿਵੇਂ ਹਜ਼ੂਰ ਨੇ ਕਿਹਾ, ਊਤਮ ਮੱਤ ਮੇਰਾ ਹਿਰਦੈ ਤੂੰ ਆਓ, ਧਿਆਵੋ ਗਾਵੋ ਗੁਣ ਗੋਵਿੰਦਾ, ਅਤ ਪ੍ਰੀਤਮ ਮੋਹ ਲਾਗਿਆ ਨਾ। ਅਤੇ ਜਿਸ ਵਿਅਕਤੀ ਦੀ ਮੱਤ ਨਹੀਂ ਚੰਗੀ, ਜਿਹਦੇ ਅੰਦਰ ਅਕਲ ਨਹੀਂ ਚੰਗੀ, ਕਿਉਂਕਿ ਅਕਲੀ ਸਾਹਿਬ ਸੇਵੀ, ਅਕਲੀ ਪਾਈਆ ਮਾਨ, ਅਕਲੀ ਪੜ੍ਹ ਕੇ ਬੁੱਝੀਆ, ਅਕਲੀ ਕੀਚਾ ਦਾਨ। ਮੱਤ ਹੋਵੇਗੀ ਤੇ ਚੱਜ ਦਾ ਕੰਮ ਕੋਈ ਕਰੇਗਾ, ਬੁਰੀ ਮੱਤ ਹੈ ਤੇ ਬੁਰੇ ਕੰਮ ਕਰੇਗਾ। ਸੋ ਜਿਵੇਂ ਮਾੜੀ ਮੱਤ ਵਾਲੇ ਬੰਦੇ ਦੀ ਮਾਤਾ ਨੂੰ ਵੀ ਲੋਕ ਉਲਾਮਾ ਦਿੰਦੇ ਨੇ, ਬੁਰਾ ਕਹਿੰਦੇ ਨੇ ਵੀ ਉਹਦੀ ਮਾਤਾ ਨੇ ਮੱਤ ਨਹੀਂ ਦਿੱਤੀ ਚੰਗੀ ਤਾਂ ਐਸਾ ਹੈ। ਸੋ ਇਸ ਪ੍ਰਕਾਰ ਮਾਤਾ ਮੱਤ, ਹਜ਼ੂਰ ਕਹਿੰਦੇ ਨੇ ਚੰਗੀ ਜਿਹੜੀ ਮੱਤ ਹੈ, ਬੁੱਧੀ ਹੈ, ਅਕਲ ਹੈ ਜਾਂ ਸਿੱਖਿਆ ਹੈ। ਊਤਮ ਮੱਤ ਮੇਰੇ ਹਿਰਦੈ ਤੂੰ ਆਓ, ਧਿਆਵੋ ਗਾਵੋ ਗੁਣ ਗੋਵਿੰਦਾ, ਅਤ ਪ੍ਰੀਤਮ ਮੋਹ ਲਾਗਿਆ ਨਾਉ। ਐਸੀ ਮੱਤ ਚਾਹੀਦੀ ਹੈ ਜਿਹਦੇ ਨਾਲ ਵਾਹਿਗੁਰੂ ਦਾ ਸਿਮਰਨ ਹੋ ਸਕੇ। ਮਾਤਾ ਮੱਤ, ਮੱਤ ਹੀ ਮਾਤਾ ਹੈ। ਅਤੇ ਪਿਤਾ ਸੰਤੋਖ, ਜਿਹੜਾ ਸੰਤੋਖ ਅੰਦਰ ਸੰਤੁਸ਼ਟਤਾ ਹੈ, ਜੋ ਕੁਛ ਪਰਮਾਤਮਾ ਵੱਲੋਂ ਮਿਲਿਆ ਹੈ ਉਹਦੇ ਵਿੱਚ ਸੰਤੁਸ਼ਟੀ, ਸੈਟਿਸਫੈਕਸ਼ਨ, ਸੈਟਿਸਫਾਈ ਰਹਿਣਾ, ਸੰਤੁਸ਼ਟ ਰਹਿਣਾ, ਇਹ ਹੈ ਪਿਤਾ। ਸੋ ਸਤ ਭਾਈ ਕਰ ਇਹੋ ਵਿਸ਼ੇਖ, ਜਿਹੜੇ ਸਤ ਸੰਤੋਖ ਆਦਿਕ ਗੁਣ ਨੇ। ਸਤ ਦਾ ਅਰਥ ਉੱਚਾ ਆਚਰਣ ਵੀ ਹੈ, ਸਤ ਦਾ ਅਰਥ ਦਾਨ ਕਰਨਾ ਵੀ ਹੈ, ਅਤੇ ਸਤ ਸੰਤੋਖ, ਦਇਆ, ਧਰਮ, ਵਿਚਾਰ, ਸ਼ਾਂਤੀ, ਧੀਰਜ, ਨਿਮਰਤਾ, ਖਿਮਾ, ਸ਼ਰਧਾ, ਭਾਵਨੀ, ਪ੍ਰੇਮ ਆਦਿਕ। ਹਜ਼ੂਰ ਕਹਿੰਦੇ ਨੇ ਸਤ ਸੰਤੋਖ ਆਦਿਕ ਜਿਹੜੇ ਹਨ ਇਹ ਭਾਈ ਹਨ, ਕਰ ਇਹ ਵਿਸ਼ੇਖ, ਇਹਨਾਂ ਨੂੰ ਵਿਸ਼ੇਸ਼ ਤੌਰ 'ਤੇ ਆਪਣੇ ਭਾਈ ਬਣਾ ਲਓ, ਜਾਂ ਅਸੀਂ ਕਰ ਲਏ ਹਨ, ਇਹ ਵਿਸ਼ੇਸ਼ ਤੌਰ 'ਤੇ ਆਪਣੇ ਇਹ ਸ਼ੁਭ ਗੁਣ ਭਾਈ ਬਣਾ ਲਏ ਹਨ। ਕਹਿਣਾ ਹੈ ਕਿਛ ਕਹਿਣ ਨਾ ਜਾਏ,
ਵਾਹਿਗੁਰੂ ਦੇ ਸਨਮੁਖ ਬੇਨਤੀ ਹੈ ਵੀ ਤੇਰੇ ਬਾਰੇ ਕਹਿਣਾ ਤਾਂ ਹੈ ਕੁਛ ਨਾ ਕੁਛ। ਜਬ ਲਗ ਦੁਨੀਆ ਰਹੀ ਹੈ ਨਾਨਕ, ਕਿਛ ਸੁਣੀਐ ਕਿਛ ਕਹੀ ਹੈ। ਕੁਝ ਸੁਣੀਂਦਾ ਵੀ ਹੈ, ਕੁਝ ਕਹੀਦਾ ਵੀ ਹੈ, ਪਰ ਕਿਛ ਕਹਿਣ ਨਾ ਜੇ। ਪ੍ਰਮਾਤਮਾ ਐਡਾ ਵੱਡਾ ਮਹਾਨ ਹੈ, ਉਹਦੇ ਸਰੂਪ ਬਾਰੇ ਕੁਛ ਕਿਹਾ ਨਹੀਂ ਜਾ ਸਕਦਾ, ਕਹਿਣ ਵਿੱਚ ਨਹੀਂ ਆਉਂਦਾ ਕੁਛ। ਤਉ ਕੁਦਰਤ ਕੀਮਤ ਨਹੀਂ ਪਾਏ। ਹੇ ਵਾਹਿਗੁਰੂ ਤੇਰੇ ਬਾਰੇ ਤੇ ਕੀ ਕਥਨ ਕਰੀਏ। ਤੇਰੀ ਜਿਹੜੀ ਕੁਦਰਤ ਹੈ, ਤਉ ਕੁਦਰਤ, ਤੂੰ ਕੁਦਰਤ ਵਿੱਚ ਹੈ ਤੇ ਕੀਮਤ ਨਹੀਂ ਪਾਏ, ਕੀਮਤ ਨਹੀਂ ਪਾਈ ਜਾਂਦੀ। ਹਾੜਿਆ ਤੋਲਿਆ ਨਹੀਂ ਜਾ ਸਕਦਾ। ਤੇਰੀ ਕੀਮਤ, ਕੁਦਰਤ ਕਿੱਡੀ ਕੁ ਵੱਡੀ ਆ। ਤੂੰ ਕੁਦਰਤ ਨੂੰ ਸਾਜਣ ਵਾਲਾ ਕਿੱਡਾ ਕੁ ਮਹਾਨ ਹੈ। ਕਿੰਨੇ ਕੁ ਜਪ ਤਪ ਨਾਲ ਮਿਲਦਾ, ਕੀ ਦਾਤ ਵੰਡੀਏ, ਦਾਨ ਕਰੀਏ ਜਾਂ ਕੀ ਕਰੀਏ ਜਿਸ ਕਰਕੇ ਤੂੰ ਮਿਲ ਪਵੇਂ। ਇਹ ਕੀਮਤ ਨਹੀਂ ਪਾਈ ਜਾਂਦੀ। ਕੰਚਨ ਸਿਉ ਪਾਈਆ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਜਿਹੜਾ ਮਨ ਭੇਟਾ ਕਰਦੇ, ਜਿਹਦੇ ਉੱਪਰ ਤੂੰ ਰੀਝ ਪੈ, ਉਹਨੂੰ ਤੂੰ ਮਿਲਦਾ ਰਹਾ। ਫਿਰ ਹਜ਼ੂਰ ਕਹਿੰਦੇ ਨੇ ਸਰਮ ਸੁਰਤ ਦੋਏ ਸਸੁਰ ਭਏ। ਸ਼ਰਮ ਸ਼ਬਦ ਦੇ ਕਈ ਅਰਥ ਨੇ। ਫਾਰਸੀ ਸ਼ਰਮ ਲੱਜਾ ਨੂੰ ਕਹਿੰਦੇ ਨੇ। ਲੱਜਾ ਹਯਾ, ਬੁਰੇ ਕਰਮਾਂ ਵੱਲੋਂ ਸ਼ਰਮ ਰੱਖਣੀ। ਇੱਕ ਸ਼ਰਮ ਦਾ ਅਰਥ ਹੈ ਉਦਮ। ਉਦਮ ਕਰੇ ਦਿਆ ਜੀਓ ਤੂੰ, ਕਮਾਵਦਿਆ ਸੁਖ ਪੁੰਚ। ਧਿਆਏ ਦਿਆ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਉਦਮ ਕਰ ਹਰ ਜਾਪਣਾ, ਵਡ ਭਾਗੀ ਧਨ ਖਾਟ। ਸੰਤ ਸੰਗ ਹਰ ਸਿਮਰਨਾ, ਮਲ ਜਨਮ ਜਨਮ ਕੀ ਕਾਟ। ਇਹ ਉਦਮ ਕਰਨਾ ਚਾਹੀਦਾ। ਇੱਕ ਉਦਮ ਦਾ ਅਰਥ ਹੈ ਮਿਹਨਤ। ਮਿਹਨਤ ਕਰਨੀ ਚਾਹੀਦੀ ਹੈ ਵਾਹਿਗੁਰੂ ਦੇ ਸਿਮਰਨ ਦੀ। ਸ਼ੁਭ ਗੁਣਾਂ ਨੂੰ ਕਮਾਉਣਾ ਚਾਹੀਦਾ। ਦੁਨੀਆ ਵਿੱਚ ਭਲੇ ਕਰਮ ਕਰਨੇ ਚਾਹੀਦੇ, ਸ਼ੁਭ ਕਰਨੀ। ਸੋ ਇਸੇ ਪ੍ਰਕਾਰ ਇੱਕ ਸ਼ਰਮ ਦਾ ਅਰਥ ਹੈ ਵੈਰਾਗ। ਸੰਸਾਰ ਵੱਲੋਂ ਮੋਹ ਤੋਂ ਰਹਿਤ ਹੋਣਾ, ਵੈਰਾਗ ਧਾਰਨ ਕਰਨਾ। ਅਤੇ ਸੁਰਤ ਪਰਮਾਤਮਾ ਦੀ ਸੂਝ ਬੂਝ ਪ੍ਰਾਪਤ ਕਰਨੀ। ਪਰਮਾਤਮਾ ਵਾਲੇ ਪਾਸੇ ਨੂੰ ਆਪਣੀ ਸੁਰਤ ਹੋਣੀ, ਜਿਹੜੀ ਸੁਰਤ ਸੰਸਾਰ 'ਚ ਖਿੰਡੀ ਰਹਿੰਦੀ ਹੈ। ਇਹ ਸੁਰਤ ਪਰਮਾਤਮਾ ਵਾਲੇ ਪਾਸੇ ਨੂੰ, ਜਿਹੜਾ ਅੰਦਰਲਾ ਧਿਆਨ ਹੈ ਵਾਹਿਗੁਰੂ ਵੱਲ ਨੂੰ ਹੋਣਾ। ਉਂਝ ਸੁਰਤ ਸ਼ਬਦ ਦੇ ਅਰਥ ਇਹ ਵੀ ਕੀਤੇ ਨੇ, ਧਿਆਨ ਦੇ ਕੇ ਸੁਣਨਾ, ਸਮਝਣਾ ਅਤੇ ਕਮਾਉਣਾ। ਇਹ ਵਿਦਵਾਨਾਂ ਹੁਣ ਤੱਕ ਅਰਥ ਕੀਤੇ ਨੇ ਸੁਰਤ ਸ਼ਬਦ ਦੇ। ਇਹ ਸ਼ਰਮ ਅਤੇ ਸੁਰਤ, ਉਦਮ ਅਤੇ ਵਾਹਿਗੁਰੂ ਦਾ ਧਿਆਨ, ਮਿਹਨਤ ਕਮਾਈ ਜਾਂ ਵਿਰਾਗ ਅਤੇ ਵਿਕਾਰਾਂ ਵੱਲੋਂ ਲੱਜਾ ਅਤੇ ਸੁਰਤ ਪਰਮਾਤਮਾ ਵੱਲ ਨੂੰ ਧਿਆਨ, ਇਹ ਦੋਏ ਸਸੁਰ ਪਏ। ਇਹ ਜਿਹੜੀ ਸ਼ਰਮ ਹੈ ਵਿਕਾਰਾਂ ਵੱਲੋਂ, ਇਹ ਸੱਸ ਹੈ, ਅਤੇ ਜਿਹੜਾ ਪਰਮਾਤਮਾ ਦਾ ਧਿਆਨ ਹੈ ਸਹੁਰਾ। ਸੱਸ ਅਤੇ ਸਹੁਰਾ ਦੋਵੇਂ ਸਹੁਰੇ, ਸਸੁਰ ਸਹੁਰਾ ਪਰਿਵਾਰ ਹੈ, ਸੱਸ ਅਤੇ ਸਹੁਰਾ। ਕਰਨੀ ਕਾਮਣ ਕਰ ਮਨ ਲਏ। ਜਿਹੜਾ ਮਨ ਹੈ ਇਹ ਸ਼ੁਭ ਕਰਨੀ ਰੂਪੀ ਕਾਮਣ ਇਸਤਰੀ ਕਰ ਲਵੇ, ਆਪਣੀ ਬਣਾ ਲਵੇ। ਚਾਹੀਦਾ ਹੈ ਭਈ ਮਨ ਕਰਕੇ ਅਸੀਂ ਸ਼ੁਭ ਕਰਨੀ ਨੂੰ ਆਪਣੀ ਕਾਮਣ ਇਸਤਰੀ ਬਣਾ ਲਈਏ। ਸਾਹਾ ਸੰਜੋਗ ਵਿਆਹ ਵਿਜੋਗ। ਸਾਹਾ ਹੁੰਦਾ ਉਹ ਦਿਨ ਜਿਹੜਾ ਮਿਥਿਆ ਹੋਇਆ, ਜਿਸ ਦਿਨ ਵਿਆਹ ਹੋਣਾ। ਤਾਂ ਮਹਾਰਾਜ ਕਹਿੰਦੇ ਨੇ ਜਿਹੜਾ ਸਤਿਪੁਰਸ਼ਾਂ ਦੇ ਨਾਲ ਸੰਜੋਗ ਮਿਲਾਪ ਹੋਇਆ, ਜੋ ਸਤਸੰਗ ਵਿੱਚ ਮਿਲਣਾ, ਜੋ ਸਤਿਗੁਰੂ ਮਹਾਰਾਜ ਜੀ ਨੂੰ ਮਿਲਣਾ ਹੈ, ਸੰਜੋਗ ਹੈ ਜਿਹੜਾ ਸਤਿਗੁਰਾਂ ਨਾਲ, ਇਹੋ ਹੀ ਸਾਹਾ ਹੈ, ਇਹੋ ਹੀ ਉਹ ਵਿਆਹ ਦਾ ਦਿਨ ਹੈ। ਅਤੇ ਵਿਆਹ ਵਿਜੋਗ, ਵਿਜੋਗ ਜਿਹੜਾ ਆਸੁਰੀ ਸੰਪਦਾ ਵਿਕਾਰ ਨੇ, ਕਾਮ ਕ੍ਰੋਧ ਮੋਹ ਲੋਭ ਹੰਕਾਰ, ਸ਼ਬਦ ਸਪਰਸ਼ ਰੂਪ ਰਸ ਗੰਧ ਆਸਾ ਤ੍ਰਿਸ਼ਨਾ, ਵੈਰ ਈਰਖਾ ਨਿੰਦਿਆ ਚੁਗਲੀ, ਇਹ ਆਸੁਰੀ ਸੰਪਦਾ ਹੈ। ਇਹਦੇ ਵੱਲੋਂ ਜਿਹੜਾ ਵਿਜੋਗ ਪੈ ਜਾਣਾ, ਇਹਨਾਂ ਦਾ ਤਿਆਗ ਹੋ ਜਾਣਾ, ਵਿਛੋੜਾ ਪੈ ਜਾਣਾ, ਇਹ ਹੈ ਵਿਆਹ ਹੋਣਾ ਪਰਮਾਤਮਾ ਨਾਲ। ਇਹ ਹੈ ਵਿਆਹ ਹੋਇਆ। ਸੋ ਇਸ ਪ੍ਰਕਾਰ ਸੱਚ ਸੰਤਤ ਕਹੋ ਨਾਨਕ ਜੋਗ। ਅਤੇ ਫਿਰ ਜੇ ਇਸ ਤਰ੍ਹਾਂ ਦਾ ਵਿਆਹ ਹੋਇਆ, ਜਾਂ ਆਪ ਪਤੀ ਆ ਅਤੇ ਕਾਮਣ ਇਸਤਰੀ ਕਿਹੜੀ ਸ਼ੁਭ ਕਰਨੀ, ਉਹਦੇ ਨਾਲ ਜਦੋਂ ਵਿਆਹ ਹੋਇਆ ਅਤੇ ਸਾਹਾ ਦਿਨ ਮਿਥਿਆ ਗਿਆ, ਜਿਹੜਾ ਸੰਜੋਗ ਹੋਇਆ ਸਤਿਪੁਰਸ਼ਾਂ ਨਾਲ, ਸਤਿਗੁਰਾਂ ਨਾਲ, ਸਤਸੰਗਤ ਨਾਲ, ਅਤੇ ਵਿਆਹ ਹੋ ਗਿਆ। ਜਿਹੜਾ ਵਿਯੋਗ ਹੋਇਆ ਆਸੁਰੀ ਸੰਪਦਾ ਨਾਲ, ਬੁਰੇ ਭੈੜੇ ਕਰਮਾਂ ਵੱਲੋਂ ਜਾਂ ਮਨਮੁਖਤਾਈ ਵੱਲੋਂ, ਮਨਮੁਖਾਂ ਨਾਲੋਂ ਵਿਯੋਗ ਪੈ ਗਿਆ, ਉਹ ਬੁਰੀ ਸੰਗਤ ਛੁੱਟ ਗਈ ਅਤੇ ਇਹ ਵਿਆਹ ਹੋ ਗਿਆ। ਸਤ ਸੰਤਤ ਕਹੋ ਨਾਨਕ ਜੋ। ਜਿਹੜਾ ਸੱਚ ਸਰੂਪ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਣੀ, ਗਿਆਨ ਦੀ ਪ੍ਰਾਪਤੀ, ਬ੍ਰਹਮ ਗਿਆਨ, ਇਹ ਸੰਤਤ ਔਲਾਦ ਹੈ, ਸੰਤਾਨ ਹੈ। ਕਹੋ ਨਾਨਕ ਜੋਗ। ਸੱਚ ਸੰਤਤ ਕਹੋ ਨਾਨਕ ਜੋ। ਕਹੋ ਭਾਈ ਜਿਹੜਾ ਸੱਚ ਦੇ ਨਾਲ ਜੋਗ ਮਿਲਾਪ ਹੋਇਆ, ਇਹੋ ਹੀ ਸੰਤਤ ਪੁੱਤਰ ਆਦਿਕ ਸੰਤਾਨ ਹੈ ਪੈਦਾ ਹੋਈ। ਸੋ ਇਸ ਪ੍ਰਕਾਰ ਸੱਚੇ ਪਾਤਸ਼ਾਹ ਜੀ ਨੇ
ਇਸ ਤੀਜੇ ਸ਼ਬਦ ਵਿੱਚ ਇਹ ਸਾਨੂੰ ਉਪਦੇਸ਼ ਦਿੱਤਾ ਹੈ। ਚੌਥਾ ਸ਼ਬਦ ਉਚਾਰਦੇ ਹਨ ਸਤਿਗੁਰੂ ਨਾਨਕ ਦੇਵ ਮਹਾਰਾਜ। ਗੌੜੀ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਦਾ ਗੌੜੀ ਰਾਗ ਵਿੱਚ ਸ਼ਬਦ ਹੈ ਚੌਥਾ ਗੌੜੀ ਰਾਗ ਦਾ। ਇੱਕ ਇਤਿਹਾਸਕ ਬਚਨ ਹੈ ਕਿ ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਕੋਲ ਇੱਕ ਪੰਡਤ ਆਇਆ ਕਰਦਾ ਸੀ। ਉਹ ਵੇਦ ਸ਼ਾਸਤਰ ਪੁਰਾਣ ਪੜ੍ਹਿਆ ਹੋਇਆ ਸੀ, ਆਤਮਾ ਪਰਮਾਤਮਾ ਦੀਆਂ ਗੱਲਾਂ ਕਰਦਾ ਸੀ, ਗਿਆਨ ਦੀ ਚਰਚਾ ਵਿਚਾਰ ਕਰਦਾ ਸੀ। ਇੱਕ ਦਿਨ ਉਹਦਾ ਪੁੱਤਰ ਚੜ੍ਹਾਈ ਕਰ ਗਿਆ। ਸ਼੍ਰੀਮਾਨ ਸਿੰਘ ਸਾਹਿਬ ਗਿਆਨੀ ਮਨੀ ਸਿੰਘ ਜੀ ਹੋਏ ਨੇ, ਉਹਨਾਂ ਨੇ ਸਿਧਾਂਤਕ ਸਟੀਕ ਲਿਖਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ। ਉਹਦੇ ਵਿੱਚ ਵੀ ਉਹਨਾਂ ਨੇ ਉਥਾਨਕਾ ਲਿਖੀ ਹੈ ਕਿ ਜਦੋਂ ਉਹਦਾ ਪੁੱਤਰ ਚੜ੍ਹਾਈ ਕਰ ਗਿਆ, ਫੌਤ ਹੋ ਗਿਆ, ਅਤੇ ਉਹ ਬਹੁਤ ਜ਼ਿਆਦਾ ਰੁਦਨ ਕਰਦਾ ਸੀ, ਵਿਰਾਗ ਕਰਦਾ ਸੀ, ਰੋਂਦਾ ਸੀ। ਤਾਂ ਸਤਿਗੁਰੂ ਉਹਨੂੰ ਮੁਖਾਤਬ ਹੋ ਕੇ ਸਾਡੇ ਸਾਰੇ ਜੀਆਂ ਵਾਸਤੇ, ਸਾਰੇ ਸੰਸਾਰ ਦੀ ਕਲਿਆਣ ਕਰਨ ਲਈ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੈ। ਜਿਸ ਦੇ ਪ੍ਰਥਾਏ ਵੀ ਮਹਾਂਪੁਰਖ, ਜਿਸ ਦੇ ਸੰਬੰਧ ਵਿੱਚ ਵੀ ਬਚਨ ਉਚਾਰਨ, ਉਹਨਾਂ ਦੀ ਜਿਹੜੀ ਸਾਖੀ ਸਿੱਖਿਆ ਸਾਰੇ ਸੰਸਾਰ ਲਈ ਸਾਂਝੀ ਹੁੰਦੀ ਹੈ। ਸਭ ਦੀ ਕਲਿਆਣ ਕਰਨ ਵਾਲਾ ਉਪਦੇਸ਼ ਹੁੰਦਾ ਅਤੇ ਸਾਰੇ ਸਮਿਆਂ ਵਿੱਚ ਉਹ ਪੁਰਾਣਾ ਨਹੀਂ ਹੁੰਦਾ, ਸੱਚ ਪੁਰਾਣਾ ਹੋਇਆ ਨਾ ਹੀ। ਹਜ਼ੂਰ ਉਸ ਪੰਡਤ ਨੂੰ ਮੁਖਾਤਬ ਹੋ ਕੇ ਕਹਿੰਦੇ ਨੇ, ਭਾਈ ਕੌਣ ਮਰਿਆ, ਕਿਹੜੀ ਚੀਜ਼ ਬਿਨਸੀ ਆ? ਕਹਿਣ ਲੱਗਾ ਚੀਜ਼ ਨਹੀਂ ਬਿਨਸੀ, ਸਾਰੀ ਦੇਹ ਹੀ ਬਿਨਸ ਗਈ ਆ ਜੀ। ਮਹਾਰਾਜ ਕਹਿਣ ਲੱਗੇ ਇਹ ਦੇਹ ਕਿਸ ਚੀਜ਼ ਦਾ ਮਿਲਾਪ ਸੀ ਤੈਨੂੰ ਦੱਸੀ ਹੈ? ਤੂੰ ਜਾਣਦਾ, ਆਪ ਹੀ ਦੱਸਦਾ ਸਾਰਾ ਕੁਝ। ਪੌਣਾ ਪਾਣੀ ਅਗਨੀ ਕਾ ਮੇਲ, ਇਹ ਜਿਹੜੀ ਤੇਰੇ ਪੁੱਤਰ ਦੀ ਦੇਹ ਬਿਨਸੀ ਹੈ, ਇਹ ਪੌਣ ਹਵਾ ਜਿਹੜੇ ਸਵਾਸ ਚੱਲਦੇ ਸੀ ਉਹ, ਅਤੇ ਪਾਣੀ ਅਤੇ ਅਗਨੀ ਤੱਤ ਜਿਹੜਾ ਅੰਦਰ ਹੈ, ਜਿਹਦੇ ਨਾਲ ਭੋਜਨ ਹਜਮ ਹੁੰਦਾ, ਗਰਮੈਸ਼ ਜਿਹੜੀ ਸਰੀਰ ਦੀ ਅੱਗ ਅੰਦਰ ਹੈ। ਅਤੇ ਇੱਥੇ ਤਿੰਨਾਂ ਦਾ ਨਾਮ ਲਿਆ ਹਜ਼ੂਰ ਨੇ। ਧੁਨੀ ਦਾ ਅਰਥ ਹੈ ਵੀ ਧਰਤੀ ਅਤੇ ਆਕਾਸ਼ ਵੀ ਨਾਲ ਨੇ। ਸੋ ਇਸ ਪ੍ਰਕਾਰ ਇਹ ਤਿੰਨ ਤੱਤ ਅਤੇ ਚੌਥੀ ਧਰਤੀ, ਪੰਜਵਾਂ ਆਕਾਸ਼ ਜਿਹੜਾ ਖਾਲੀ ਥਾਂ ਸਰੀਰ ਦੇ ਅੰਦਰ ਹੈ ਵਿੱਚ, ਜਾਂ ਇਹ ਖਾਲੀ ਥਾਂ ਜਿੱਥੇ ਸਰੀਰ ਤੁਰਿਆ ਫਿਰਦਾ ਇਹ ਨਾ ਹੋਵੇ ਤਾਂ ਫਿਰ ਸਰੀਰ ਰਹੇਗਾ ਕਿੱਥੇ? ਇਹ ਜਗ੍ਹਾ ਜਿੱਥੇ ਸਰੀਰ ਨੇ ਜਿਹੜੀ ਜਗ੍ਹਾ ਮੱਲੀ ਹੈ, ਇਹ ਆਕਾਸ਼ ਤੱਤ ਹੈ। ਇਹਨਾਂ ਤੱਤਾਂ ਦਾ ਮੇਲ ਇਹ ਦੇਹੀ ਹੈ। ਅਤੇ ਚੰਚਲ ਚਪਲ ਬੁੱਧ ਕਾ ਖੇਲ, ਜਿਹੜਾ ਜਿਉਂਦਾ ਸੀ ਵਿਅਕਤੀ, ਇਹ ਜਿਹੜੀ ਅੰਦਰ ਚੰਚਲ ਬੁੱਧ ਹੈ, ਅਤੇ ਉਹਦਾ ਖੇਲ ਵੀ ਬੜਾ ਚੰਚਲਤਾਈ ਵਾਲਾ, ਚਪਲਤਾ ਸੀ ਬੁੱਧੀ ਦੇ ਅੰਦਰ। ਬੁੱਧ ਚੰਚਲ ਸੀ ਅਤੇ ਚੰਚਲ ਬੁੱਧ ਦਾ ਜਿਹੜਾ ਖੇਲ ਹੈ ਉਹ ਵੀ ਚੰਚਲ ਹੀ ਖੇਲ ਹੋਇਆ ਨਾ। ਸੋ ਇਹ ਇਸ ਤਰ੍ਹਾਂ ਦਾ ਖੇਲ ਤਮਾਸ਼ਾ ਸਾਰਾ ਜਗਤ ਹੈ। 9 ਦਰਵਾਜ਼ੇ 10ਵਾਂ ਦੁਆਰ। ਇਹ ਪੰਡਤ ਜੀ ਤੁਸੀਂ ਪੜ੍ਹਿਆ ਗ੍ਰੰਥਾਂ 'ਚੋਂ, ਇਹ ਸਰੀਰ ਦੀਆਂ 9 ਗੋਲਕਾਂ, 2 ਅੱਖਾਂ, 2 ਕੰਨ, 2 ਨਾਸਾਂ, ਇੱਕ ਮੁੱਖ ਔਰ ਪਿਸ਼ਾਬ ਇੰਦਰਾ, ਮਲ ਦੁਆਰ, ਇਹ 9 ਗੋਲਕਾਂ ਦਰਵਾਜ਼ੇ ਨੇ। 10ਵਾਂ ਦੁਆਰ, ਅਤੇ 10ਵਾਂ ਇੱਕ ਦੁਆਰਾ ਹੈ, ਦਰਵਾਜ਼ਾ, ਜੋ ਸਾਡੇ ਲਈ ਸੰਸਾਰੀਆਂ ਲਈ ਅਜੇ ਬੰਦ ਹੈ, ਉਹ ਅਗਿਆਨ ਦਾ ਦਰਵਾਜ਼ਾ। ਅਤੇ ਬੁੱਝ ਰਹੇ ਗਿਆਨੀ ਇਹੋ ਵਿਚਾਰ, ਬੁੱਝ ਸਮਝ ਖਾਹੇ ਗਿਆਨਵਾਨ ਪੰਡਤ ਜੀ, ਗਿਆਨੀ ਕਹਾਉਣ ਵਾਲਿਓ ਇਹ ਵਿਚਾਰ ਸਮਝੋ ਵੀ ਉਹ 10ਵਾਂ ਦੁਆਰ ਕਿਹਾ ਹੈ। ਉਹ ਸਾਖੀ ਚੇਤਨ, ਇਹਨਾਂ 9 ਦਰਵਾਜ਼ਿਆਂ ਦਾ, ਮਨ ਦਾ, ਬੁੱਧ ਦਾ, ਸਭ ਸਾਖੀ ਚੇਤਨ, ਉਹ 10ਵੇਂ ਦੁਆਰ 'ਚ ਉਹਦਾ ਪ੍ਰਕਾਸ਼ ਹੈ ਜੋ ਆਤਮਾ ਹੈ ਸਾਰਿਆਂ ਦੀ। ਕਥਤਾ ਬਕਤਾ ਸੁਣਤਾ ਸੋਈ, ਕਥਤਾ ਕਥਨੀ ਕਰਨ ਵਾਲਾ, ਬਕਤਾ ਬਣ ਕੇ ਕਥਨ ਕਰਨ ਵਾਲਾ ਗਿਆਨੀ, ਕਥਾਵਾਚਕ ਬਣ ਕੇ ਜੋ ਕਥਤਾ ਬੋਲਦਾ ਅਤੇ ਸੁਣਤਾ ਉਹੀ ਸੀ ਸਾਖੀ ਚੇਤਨ ਆਤਮਾ। ਆਪ ਵਿਚਾਰੇ ਸੋ ਗਿਆਨੀ ਹੋਏ, ਆਪਣੇ ਅਸਲ ਸਰੂਪ ਆਤਮਾ ਨੂੰ ਜਿਹੜਾ ਵਿਚਾਰ ਲਵੇ ਕਿ ਮੇਰਾ ਆਪਾ ਤਾਂ ਉਹ ਹੈ। ਜਿਵੇਂ ਹਜ਼ੂਰ ਨੇ ਕਿਹਾ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਆਪਣੇ ਮੂਲ ਨੂੰ ਪਛਾਣ, ਜੋ ਸਾਖੀ ਚੇਤਨ ਤੇਰਾ ਅਸਲੀ ਸਰੂਪ ਹੈ। ਤੂੰ ਤਾਂ ਦੇਹ ਨੂੰ ਆਪਣਾ ਰੂਪ ਮੰਨ ਲਿਆ। ਆਪਣੇ ਆਪ ਨੂੰ ਜੋ ਵਿਚਾਰ ਲਵੇ ਕਿ ਮੇਰੇ ਅੰਦਰ ਆਤਮਾ ਹੈ, ਅਤੇ ਦੂਜਾ ਜਿਹੜਾ ਪੁੱਤਰ ਸੀ ਉਹਦੇ ਅੰਦਰ ਵੀ ਆਤਮਾ, ਹੋਰਨਾਂ ਦੇ ਅੰਦਰ ਵੀ ਆਤਮਾ, ਉਹ ਤਾਂ ਸਾਰਿਆਂ ਦੇ ਅੰਦਰ ਇੱਕੋ ਹੀ ਹੈ। ਆਪ ਵਿਚਾਰੇ ਸੋ ਗਿਆਨੀ ਹੋਈ, ਉਹੀ ਗਿਆਨੀ ਹੋਵੇਗਾ। ਕਿਉਂਕਿ ਹਜ਼ੂਰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਭੈ ਕਾਹੂ ਕਉ ਦੇਤ ਨਹਿ, ਨਾ ਕਿਸੇ ਨੂੰ ਡਰਾਉਂਦਾ, ਵੀ ਡਰਾਵਾਂ ਕਿਹਨੂੰ? ਨਹਿ ਭੈ ਮਾਨਤ ਆਨ, ਜਿਹੜਾ ਇਸ ਗਿਆਨ 'ਚ ਪਹੁੰਚਾਇਆ ਕਿ ਕਿਸੇ ਦਾ ਡਰ ਮੰਨਦਾ ਵੀ ਨਹੀਂ, ਕਿਉਂਕਿ ਆਤਮਾ ਤੇ ਮਰਨ ਵਾਲੀ ਨਹੀਂ, ਮਰਨ ਹਾਰੇ ਜੀਰਾ ਨਾ ਹੀ, ਤੇ ਫਿਰ ਡਰ ਕਾਹਦਾ? ਸੋ ਇਸ ਪ੍ਰਕਾਰ ਕਹੋ ਨਾਨਕ ਸੁਣ ਰੇ ਮਨਾ, ਗਿਆਨੀ ਤਾਹੇ ਬਖਾਨ, ਉਹਨੂੰ ਅਸੀਂ ਗਿਆਨੀ ਮੰਨਦੇ ਹਾਂ, ਬ੍ਰਹਮ ਗਿਆਨੀ ਜਾਨੀ। ਆਪ ਵਿਚਾਰੇ ਸੋ ਗਿਆਨੀ ਹੋਈ, ਰਹਾਓ ਦੇਹੀ ਮਾਟੀ ਬੋਲੇ ਪੌਣ।
ਇਹ ਦੇਹ ਜਿਹੜੀ ਆ ਇਹ ਤਾਂ ਮਿੱਟੀ ਹੈ। ਹਜ਼ੂਰ ਨੇ ਕਿਹਾ ਹੈ ਕਿ ਵਾਹਿ ਪੁੱਤਰੀ ਤੇਰੀ ਵਿਧ ਕਰ ਥਾਟੀ, ਤੇਰੀ ਪਰਮਾਤਮਾ ਨੇ ਜਿਹੜੀ ਪੁਤਲੀ ਦੇਹੀ ਬਣਾਈ ਹੈ ਨਾ, ਬੜੀ ਵਿਧੀ ਦੇ ਨਾਲ ਥਾਟੀ ਮੈਨੇ ਬਣਾਈ, ਇਹਦੀ ਬਣਾਵਟ ਬਣਾਈ ਹੈ। ਜਾਨ ਸਤ ਕਰ ਹੋਏਗੀ ਮਾਟੀ, ਸੱਚ ਕਰਕੇ ਜਾਣ, ਇਹ ਮਿੱਟੀ 'ਚ ਮਿੱਟੀ ਮਿਲ ਜਾਏਗੀ। ਮਾਟੀ ਸਿਓ ਮਾਟੀ ਰਲੀ, ਨਾਂਗਾ ਉੱਠ ਜਾਈ। ਹਜ਼ੂਰ ਕਹਿੰਦੇ ਨੇ ਦੇਹੀ ਮਾਟੀ, ਦੇਹੀ ਤਾਂ ਮਿੱਟੀ ਹੈ, ਖਾਕ ਹੈ। ਬੋਲੇ ਪੌਣ, ਜਿਹੜਾ ਇਹਦੇ ਵਿੱਚ ਕੁਛ ਬੋਲਦਾ ਸੀ ਉਹ ਪੌਣ ਹਵਾ ਬੋਲਦੀ ਸੀ। ਹਵਾ ਸਵਾਸ ਚੱਲਦੇ ਨੇ ਤੇ ਬੋਲ ਚਾਲ ਹੋ ਰਿਹਾ ਨਾ, ਹਵਾ ਦੀ ਆਵਾਜ਼ ਸੀ। ਬੁੱਝ ਰਹੇ ਗਿਆਨੀ ਮੂਆ ਹੈ ਕੌਣ, ਗਿਆਨੀ ਕਹਾਉਣ ਵਾਲਿਆ, ਗਿਆਨਵਾਨ ਪੁਰਸ਼ਾ, ਇਸ ਗੱਲ ਨੂੰ ਬੁੱਝਦਾ ਸਹੀ, ਬੁੱਝਿਆ ਤਾਂ ਹੈ ਨਹੀਂ। ਪੜ੍ਹ ਪੜ੍ਹ ਕੇ ਸੁਣਾ ਛੱਡਿਆ ਲੋਕਾਂ ਨੂੰ, ਹੇ ਗਿਆਨਵਾਨਾ ਬੁੱਝ ਕਿ ਕੌਣ ਮਰਿਆ ਹੈ, ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤਾਂ ਚਲਤ ਪਿਆ। ਕੌਣ ਮਰਿਆ ਬਈ? ਮੂਈ ਸੁਰਤ ਬਾਦ ਅਹੰਕਾਰ, ਜਿਹੜੀ ਸੁਰਤ ਸੰਸਾਰ ਵੱਲ ਜਾਂਦੀ ਸੀ ਨਾ, ਅੰਦਰ ਵਸੀ ਹੋਈ ਭਜਾਈ ਫਿਰਦੀ ਸੀ, ਉਹ ਸੁਰਤ ਮਰ ਗਈ ਹੈ। ਜਿਹੜੇ ਬਾਦ ਝਗੜੇ ਸੀ ਤੇ ਵਿਅਰਥ ਦੇ ਕੰਮ ਧੰਦੇ ਸਨ ਤੇ ਅਹੰਕਾਰ ਸੀ ਵਿਅਰਥ ਦਾ ਅੰਦਰ, ਐਵੇਂ ਹੀ ਹੰਕਾਰ ਚੁੱਕੀ ਫਿਰਦਾ ਸੀ ਜੀਵ, ਉਹ ਹੰਕਾਰ ਮਰ ਗਿਆ ਜੀ। ਉਹ ਨਾ ਮੂਆ ਜੋ ਦੇਖਣ ਹਾਰ, ਜਿਹੜਾ ਇਹਨਾਂ ਦਾ ਸਾਖੀ ਸੀ ਨਾ, ਚੇਤਨ ਸਰੂਪ ਆਤਮਾ, ਉਹ ਨਹੀਂ ਮਰਿਆ ਜੋ ਦੇਖਣ ਵਾਲਾ ਸਭ ਨੂੰ, ਜਿਹੜਾ ਅੰਦਰ ਬੈਠਾ ਵੇਖਦਾ ਸਭ ਕੁਛ, ਉਹ ਨਹੀਂ ਮਰਿਆ। ਫਿਰ ਕਹਿਣ ਲੱਗਾ ਜੀ ਮੈਂ ਹੁਣ ਕੀ ਕਰਾਂ, ਤੀਰਥਾਂ ਤੇ ਜਾ ਵਸਾਂ, ਆਪਣੇ ਜੀਵਨ ਤੀਰਥ ਤੇ ਜਾ ਕੇ ਵਿਚਾਰਾਂ, ਇਸ ਵਿਚਾਰ ਦੇ ਅੰਦਰ ਬਤੀਤ ਕਰਾਂ ਆਪਣਾ ਜੀਵਨ ਗੁਜ਼ਾਰਾਂ। ਤਾਂ ਮਹਾਰਾਜ ਕਹਿਣ ਲੱਗੇ ਜੈ ਕਾਰਨ ਤਟ ਤੀਰਥ ਜਾਹੀ, ਜਿਸ ਚੀਜ਼ ਦੀ ਪ੍ਰਾਪਤੀ ਲਈ ਤੀਰਥਾਂ ਦੇ ਤਟਾਂ ਕਿਨਾਰਿਆਂ ਤੇ ਲੋਕੀ ਜਾ ਬਹਿੰਦੇ ਆ। ਰਤਨ ਪਦਾਰਥ ਘਟ ਹੀ ਮਾਹੀ, ਉਹ ਇਹ ਥੋੜ੍ਹਾ ਵੀ ਉੱਥੇ ਤੀਰਥ ਉੱਤੇ ਪਿਆ ਉਹ ਰਤਨ ਪਦਾਰਥ। ਆਤਮ ਗਿਆਨ ਰੂਪੀ ਜਾਂ ਪਰਮੇਸ਼ਰ ਦਾ ਨਾਮ ਰੂਪੀ ਜੋ ਪਦਾਰਥ ਹੈ ਨਾ, ਰਤਨ ਵਰਗਾ ਅਮੋਲਕ, ਉਹ ਕੋਈ ਐਸੀ ਜਗ੍ਹਾ ਨਹੀਂ ਜਿੱਥੇ ਰੱਖਿਆ ਹੋਇਆ, ਉਹ ਤਾਂ ਘਟ ਹੀ ਮਾਹੀ। ਘਟ ਹੀ ਭੀਤਰ ਬਸਤ ਨਿਰੰਜਨ ਤਾਕੋ ਮਰਮ ਨਾ ਜਾਣਾ, ਉਹ ਸ਼ੁੱਧ ਸਰੂਪ ਪਰਮਾਤਮਾ ਵਾਹਿਗੁਰੂ ਦਾ ਨਾਮ, ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨ ਮੁਖਾਂ ਸਾਧਨਾ ਪਾਇਆ। ਸੋ ਇਸ ਪ੍ਰਕਾਰ ਹਜ਼ੂਰ ਕਹਿੰਦੇ ਉਹ ਤੇ ਘਟ ਹਿਰਦੇ ਦੇ ਅੰਦਰ ਹੀ ਆ। ਪੜ੍ਹ ਪੜ੍ਹ ਪੰਡਤ ਬਾਦ ਵਖਾਣਾ, ਪੜ੍ਹ ਪੜ੍ਹ ਕੇ ਪੰਡਤ ਵਿਦਵਾਨ ਬੰਦਾ, ਵਿਦਿਆ ਪੜ੍ਹ ਪੜ੍ਹ ਕੇ, ਅੱਖਰ ਪੜ੍ਹ ਪੜ੍ਹ ਕੇ। ਬਾਦ ਵਿਤੰਡਾਵਾਦ, ਵਾਦ ਝਗੜਾ, ਬਹਿਸਾਂ, ਵਖਾਣਾ ਕਥਨ ਕਰਦਾ, ਬਹਿਸਾਂ ਕਰਦਾ, ਮੈਨੂੰ ਬਹੁਤਾ ਪਤਾ, ਮੈਨੂੰ ਬਹੁਤਾ ਪਤਾ, ਦੂਜੇ ਨੂੰ ਹਰਾ ਦਿਆਂ। ਭੀਤਰ ਹੋਂਦੀ ਵਸਤ ਨਾ ਜਾਣਾ, ਜਿਹੜੀ ਅੰਦਰ ਵਸਤੂ ਸੀ। ਹਜ਼ੂਰ ਕਹਿੰਦੇ ਨੇ ਕਿ ਅੰਧਿਆਰੇ ਦੀਪਕ ਚਹੀਐ, ਇੱਕ ਬਸਤ ਅਗੋਚਰ ਲਹੀਐ, ਬਸਤ ਅਗੋਚਰ ਪਾਈ, ਘਟ ਦੀਪਕ ਰਿਹਾ ਸਮਾਏ। ਗੁਰੂ ਪਾਸੋਂ ਇਹ ਗਿਆਨ ਦਾ ਦੀਵਾ ਅੰਦਰ ਬਲੇ ਤੇ ਫਿਰ ਉਹ ਵਸਤੂ ਅੰਦਰ ਲੱਭਦੀ ਆ। ਸੋ ਇਸ ਪ੍ਰਕਾਰ ਵਸਤੂ ਘਰ ਵਿੱਚ ਹੀ ਹੈ, ਘਰ ਹੁੰਦੀ ਵਸਤ, ਘਰ ਹੁੰਦਾ ਪੁਰਖ ਨਾ ਪਛਾਣਿਆ। ਸੋ ਵਸਤੂ ਅੰਦਰ ਹੀ ਸੀ ਪਰ ਰੌਸ਼ਨੀ ਨਹੀਂ ਸੀ, ਹਨੇਰਾ ਸੀ, ਤੇ ਘਰ 'ਚ ਪਈ ਵਸਤੂ ਦਾ ਲਾਭ ਹੀ ਕੋਈ ਨਹੀਂ, ਜੇ ਦਿਸਦੀ ਨਹੀਂ, ਪ੍ਰਾਪਤ ਨਹੀਂ ਨਾ, ਹੈ ਘਰ 'ਚ ਪਰ ਪ੍ਰਾਪਤ ਨਹੀਂ। ਘਰ ਵਿੱਚ ਹੁੰਦੀ ਹੋਈ ਵਸਤੂ ਨੂੰ ਇਹ ਜੀਵ ਨਹੀਂ ਜਾਣਦਾ। ਫਿਰ ਜੇ ਪ੍ਰਾਪਤੀ ਹੋ ਜਾਏ ਤੇ ਫਿਰ ਕੀ ਹੁੰਦਾ ਜੀ, ਫਿਰ ਕੀ ਪਤਾ ਲੱਗਦਾ। ਗਿਆਨਵਾਨ ਪੁਰਸ਼ ਵੀ ਜਦੋਂ ਸਰੀਰਕ ਤੌਰ 'ਤੇ ਚੜ੍ਹਾਈ ਕਰਦੇ ਨੇ, ਉਹ ਕੀ ਕਹਿੰਦੇ ਵੀ ਕੀ ਹੋਇਆ, ਹਉ ਨਾ ਮੂਆ ਮੇਰੀ ਮੂਈ ਬੁਲਾਏ। ਉਸ ਅਵਸਥਾ ਚਲੇ ਜਾਈਏ ਤੇ ਫਿਰ ਪਤਾ ਲੱਗਦਾ ਵੀ ਮੈਂ ਤਾਂ ਨਹੀਂ ਮਰਿਆ। ਅਵਿਦਿਆ ਨੂੰ ਮਾਰੋ ਮਾਰੋ ਹੀ ਕਹਿੰਦੇ, ਜਿਹੜੀ ਅਵਿਦਿਆ ਨਾ, ਅਗਿਆਨ ਦਾ ਹਨੇਰਾ, ਜਿਹਦੇ ਕਰਕੇ ਵਸਤੂ ਨੂੰ ਨਹੀਂ ਜਾਣਦਾ ਇਹ ਜੀਵ, ਘਰ ਹੁੰਦੀ ਵਸਤੂ ਨੂੰ, ਉਸ ਅਵਿਦਿਆ ਦੇ ਮਰ ਜਾਣ ਤੇ ਪਤਾ ਲੱਗਦਾ ਹਉ ਨਾ ਮੂਆ, ਮੈਂ ਨਹੀਂ ਮਰਿਆ, ਮੇਰੀ ਮੂਈ ਬੁਲਾਏ, ਮੇਰੀ ਤਾਂ ਬਲਾ ਮਰ ਗਈ ਹੈ। ਅਵਿਦਿਆ ਜਿਹੜੀ ਸੀ, ਅਗਿਆਨਤਾ, ਉਹ ਮਰੀ, ਮੈਂ ਤਾਂ ਨਹੀਂ ਮਰਿਆ। ਉਹ ਨਾ ਮੂਆ ਜੋ ਰਿਹਾ ਸਮਾਏ, ਉਹ ਵੀ ਨਹੀਂ ਮਰਿਆ ਜੋ ਸਮਾ ਰਿਹਾ ਹੈ ਸਾਰੀ ਸ੍ਰਿਸ਼ਟੀ ਕੁਦਰਤ ਅੰਦਰ। ਕਹੋ ਨਾਨਕ ਗੁਰ ਬ੍ਰਹਮ ਦਿਖਾਇਆ, ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਕਹੋ ਭਾਈ, ਗੁਰੂ ਸਾਹਿਬ ਜੀ ਨੇ ਜਿਸ ਨੂੰ ਵੀ ਬ੍ਰਹਮ ਵਿਖਾ ਦਿੱਤਾ, ਬ੍ਰਹਮ ਦੀ ਜੋਤ ਦਾ ਦਰਸ਼ਨ ਕਰਾਤਾ, ਬ੍ਰਹਮ ਦੀ ਸਖਿਆਤਾ ਕਰਾਤੀ, ਬ੍ਰਹਮ ਪ੍ਰਮਾਤਮਾ ਦੀ ਜੋਤ ਦਾ ਅਨੁਭਵ ਕਰਾ ਦਿੱਤਾ, ਮਨ ਬੁੱਧ ਰੂਪੀ ਨੇਤਰਾਂ ਦੁਆਰਾ ਵਿਖਾਤਾ। ਵਿਰਾਗ ਤੇ ਵਿਵੇਕ ਦੇ ਨੇਤਰ ਪਹਿਲਾਂ ਧਾਰਨ ਕਰਾਏ ਸਿੱਖ ਨੂੰ, ਤੇ ਫਿਰ ਇਹਨਾਂ ਦੁਆਰਾ ਵਿਖਾਤਾ ਬ੍ਰਹਮ। ਮਰਤਾ ਜਾਤਾ ਨਜ਼ਰ ਨਾ ਆਇਆ, ਤਾਂ ਫਿਰ ਨਾ ਕੋਈ ਮਰਦਾ ਤੇ ਨਾ ਕੋਈ ਜਾਂਦਾ, ਨਜ਼ਰੀ ਕੁਛ ਨਹੀਂ ਆਇਆ। ਮਰਤਾ ਜਾਤਾ ਨਜ਼ਰ ਨਾ ਆਇਆ,
ਫਿਰ ਸਮਝ ਆ ਗਿਆ ਨਜ਼ਰ ਵਿੱਚ ਵੀ ਕੋਈ ਵੀ ਨਹੀਂ ਮਰਿਆ, ਕੋਈ ਨਹੀਂ ਗਿਆ। ਸਰੀਰ ਤੇ ਪਹਿਲਾਂ ਵੀ ਮਿੱਟੀ ਸੀ, ਪੁਤਲਾ ਸੀ ਬਣਿਆ, ਤੇ ਮਿੱਟੀ 'ਚ ਸਮਾ ਗਿਆ, ਸਵਾਸ ਪਾਉਣ 'ਚ ਸਮਾ ਗਏ, ਤੇ ਅਗਨੀ ਤੱਤ 'ਚ ਸਮਾ ਗਿਆ, ਤੇ ਮਿੱਟੀ, ਆਕਾਸ਼, ਧਰਤੀ ਇਹ ਸਭ ਆਪੋ ਆਪਣੇ ਤੱਤ ਮਿਲ ਗਏ। ਮਰਦਾ ਜਾਂਦਾ ਕੋਈ ਨਜ਼ਰ ਹੀ ਨਹੀਂ ਆਇਆ। ਜਦੋਂ ਗੁਰੂ ਨੇ ਬ੍ਰਹਮ ਦੀ ਜੋਤ ਦਾ ਗਿਆਨ ਕਰਾ ਦਿੱਤਾ, ਫਿਰ ਪਤਾ ਲੱਗਾ ਵੀ ਕੁਝ ਵੀ ਨਹੀਂ ਮਰਿਆ। ਜਿਹੜੀ ਜੋਤ ਸਰੀਰ ਵਿੱਚ ਸੀ ਹੁਣ ਵੀ ਮੌਜੂਦ ਆ। ਸਰੀਰ ਨਹੀਂ ਰਿਹਾ, ਤੱਤਾਂ 'ਚ ਮਿਲ ਗਏ ਹਨ, ਕੌਣ ਮਰਿਆ ਫਿਰ? ਵਾਹਿਗੁਰੂ ਦੀ ਜੋਤ ਵਾਹਿਗੁਰੂ ਵਿੱਚ ਲੀਨ ਹੋ ਗਈ ਬ੍ਰਹਮ ਗਿਆਨੀ ਦੀ, ਤੇ ਇਸ ਕਰਕੇ ਮਰਦਾ ਜਾਂਦਾ ਕੋਈ ਨਜ਼ਰ ਹੀ ਨਹੀਂ ਆਇਆ ਉਸ ਗੁਰਮੁਖ ਨੂੰ ਜਿਹਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਈ ਹੈ। ਇੱਥੋਂ ਤੱਕ 4 ਸ਼ਬਦਾਂ ਦੀ ਵਿਚਾਰ ਗੁਰੂ ਕਿਰਪਾ ਸਦਕਾ ਹੋਈ ਹੈ। ਹੋਈਆਂ ਭੁੱਲਾਂ ਚੁੱਕਾਂ ਸਤਿਗੁਰੂ ਮਹਾਰਾਜ ਤੇ ਗੁਰੂ ਕੀ ਸੰਗਤ ਨੇ ਖਿਮਾ ਕਰਨੀ, ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਦੇਹੋ ਸੱਜਣ ਅਸੀਸੜੀਆਂ ਜੇ ਹੋਵਾ ਸਾਹਿਬ ਸਿਓ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।